वाहिगुरू जी का खालसा वाहिगुरू जी की फतेह। तत् गुरमत ज्ञान टीवी चैनल वालों सवाल जवाब का प्रोग्राम शुरू किया गया है। बहुत लंबे समय तो मैं महसूस कर रहा सी कि साडे सिख माई भाई वालों जो सवाल करने चाहिए ने ते उन्हां दा जवाब उन्होंने गुरुद्वारियां चों मिलना चाहिए वो नहीं हो रहा सी। पहली गल तां सवाल करन दा किसी नूं समा ही नहीं दिता जाता, किसी भी गुरुद्वारे 'च सवाल जवाब का प्रोग्राम ही नहीं है। ते कथा करन वाले कथा कर जाते ने, कीर्तन करन वाले कीर्तन कर जाते ने, गुरुद्वारा कमेटियां वाले समागम तो बहुत मना लेंदे ने, पर नौजवानों के सवालों का जवाब देने नूं कोई तैयार नहीं है। तो जिहड़ी गुरमत बारे उन्होंने जानकारी लैनी है, उन्होंने ट्रेनिंग देने का प्रबंध भी किते नहीं है। अपने तौर पर कुछ जथेबंदियां ने संथा पाठ शुद्ध उच्चारण आदि के प्रोग्राम शुरू किए हैं, पर वह भी उन्होंने आपसी मतभेद बहुत ने, विचार नहीं मिलते। तो ये जड़ा प्रोग्राम है ये आपां नौजवान सवाल करनगे WhatsApp के उत्ते लिख के या बोल के संखेप दे विचों अपना सवाल भेजण। मैं अपनी बुद्धि अनुसार जितना क गुरमत की मैं स्टडी की है उहदे अनुसार गुरबाणी के चानण विच जवाब देने का उपराला करांगा। कोई गारंटी नहीं, कोई इस तरह का भरोसा नहीं कि 100% मैं जवाब सही दे सकांगा। कमी हो सकती है, जिहड़ी तुहानूं कमी लगे तुसीं दूर करन दा, उहनूं नज़र अंदाज करन दा पूरा हक रखदे हो। जिहड़ियां गल्लां चंगियां लगण उहनां नूं अपना सकदे हो। मैं पिछले लंबे समय तो गुरबाणी इतिहास अते होर प्रैक्टिकल जिंदगी दे राहीं बहुत कुछ सिੱਖਿਆ, वो तुहाडे नाल साझा करन दा उपराला करांगा। उम्मीद है तुसीं इस नूं होर दिलचस्पी दे नाल अपनाओगे अते अपने दिल दे विच गुरमत नाल संबंधित जो सवाल उठणगे वो सानूं लिख के जां बोल के भेजोगे, असीं स्वागत करांगे। वाहिगुरू जी का खालसा वाहिगुरू जी की फतेह। सवाल नंबर 121 भाई ਮਨਿੰਦਰ ਸਿੰਘ ਜਗਰਾਉਂ ਤੋਂ ਸਵਾਲ ਕਰਦੇ ਨੇ ਕਿ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਇਹਦਾ ਕੀ ਭਾਵ ਹੈ? ਇਹਦਾ ਮਤਲਬ ਹੈ ਕਿ ਪ੍ਰਮਾਤਮਾ ਨੇ ਕੁਦਰਤ ਸਾਜੀ ਤੇ ਆਪ ਕਿਤੇ ਬੈਠ ਕੇ ਉਹ ਕੁਦਰਤ ਦਾ ਕੰਮ ਚਲਾ ਰਿਹਾ ਹੈ ਜਾਂ ਉਹਨੂੰ ਵੇਖ ਰਿਹਾ ਹੈ। ਹੁਣ ਇੱਥੇ ਨਿਮਰਤਾ ਸਹਿਤ ਬੇਨਤੀ ਹੈ, ਅਸੀਂ ਰੱਬ ਬਾਰੇ ਬਹੁਤ ਸਵਾਲ ਕਰਦੇ ਹਾਂ। ਮੈਂ ਇਹ ਵੀ ਨਾਲ ਦੱਸ ਦੇਵਾਂ ਕਿ ਅੱਜ ਤੱਕ ਰੱਬ ਬਾਰੇ ਜਿੰਨਾ ਲਿਖਿਆ ਗਿਆ ਹੈ, ਜਿੰਨਾ ਬੋਲਿਆ ਗਿਆ ਹੈ ਅਤੇ ਜਿੰਨੇ ਰੱਬ ਦੇ ਸਰੂਪ ਬਣਾ ਕੇ ਉਹਨਾਂ ਦੀ ਪੂਜਾ ਕੀਤੀ ਗਈ ਹੈ, ਜੇ ਸਮਾਜ ਦੇ ਵਿੱਚ ਇੰਨਾ ਸਮਾਂ, ਇੰਨੀ ਲਿਖਤ ਪੜ੍ਹਤ, ਇੰਨਾ ਪੈਸਾ ਲਾਉਣਾ ਜੇ ਕਿਤੇ ਮਨੁੱਖ ਦੇ ਵਿਕਾਸ 'ਤੇ ਖਰਚਾ ਹੁੰਦਾ ਤਾਂ ਸ਼ਾਇਦ ਦੁਨੀਆ ਦੀ ਰੂਪ ਰੇਖਾ ਅੱਜ ਹੋਰ ਤਰ੍ਹਾਂ ਦੀ ਹੁੰਦੀ। ਸਾਇੰਸ ਨੇ ਇਸ ਕੁਦਰਤ ਦੇ ਨਿਯਮ ਨੂੰ ਸਮਝ ਕੇ ਉਹ ਕੁਛ ਇਨਸਾਨੀਅਤ ਨੂੰ ਦੇ ਦਿੱਤਾ ਹੈ ਜਿਹੜਾ ਦੇਖ ਕੇ ਪਰਖ ਕੇ ਹਰ ਕੋਈ ਹੈਰਾਨ ਹੁੰਦਾ ਹੈ ਅਤੇ ਉਹਦਾ ਆਨੰਦ ਮਾਣਦਾ ਹੈ, ਸੁੱਖ ਭੋਗਦਾ ਹੈ। ਹੁਣ ਇੱਥੇ ਸਾਡੇ ਭੈਣ ਭਰਾ ਰੱਬ ਬਾਰੇ ਕਿ ਉਹ ਤੇ ਹੈਗਾ, ਉਹ ਤੇ ਬੈਠਾ ਹੈ, ਜਦੋਂ ਅਸੀਂ ਉਹਦੇ ਬਾਰੇ ਜਾਣ ਹੀ ਨਹੀਂ ਸਕਦੇ, ਉਹਦੇ ਬਾਰੇ ਅਸੀਂ ਦੱਸ ਹੀ ਨਹੀਂ ਸਕਦੇ, ਇੱਕ ਮਾਮੂਲੀ ਤੋਂ ਮਾਮੂਲੀ, ਇਉਂ ਕਹਿ ਲਈਏ ਕੀੜੇ ਨਾਲੋਂ ਵੀ ਛੋਟੀ ਸਾਡੀ ਮਾਨਸਿਕ ਬਣਤਰ ਹੈ, ਅਸੀਂ ਬਹੁਤ ਮਾਮੂਲੀ ਜੀਵ ਹਾਂ। ਇਉਂ ਇੱਕ ਹੋਰ ਵੱਡੀ ਉਦਾਹਰਣ ਮੈਂ ਦੇ ਦੇਵਾਂ ਕਿ ਪੂਰੇ ਬ੍ਰਹਿਮੰਡ ਦੇ ਵਿੱਚ ਸਾਡਾ ਬ੍ਰਹਿਮੰਡ ਇੱਕ ਬਹੁਤ ਛੋਟਾ ਹਿੱਸਾ ਹੈ। ਫਿਰ ਇਸ ਵੱਡੇ ਬ੍ਰਹਿਮੰਡ ਦੇ ਵਿੱਚ ਬੇਅੰਤ ਤਾਰੇ ਸਿਤਾਰੇ ਆਦਿਕ ਨੇ ਅਤੇ ਉਹਨਾਂ ਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਤਾਂ ਸਾਡੀ ਧਰਤੀ ਹੈ। ਅਤੇ ਇਸ ਧਰਤੀ ਦੇ ਉੱਤੇ ਕਿੰਨਾ ਕੁਝ ਫੈਲਿਆ ਹੋਇਆ ਹੈ, ਪਾਣੀ ਹੈ, ਸਮੁੰਦਰ ਨੇ, ਪਹਾੜ ਨੇ, ਰੇਤ ਹੈ, ਰੁੱਖ ਨੇ, ਬਿਰਖ ਨੇ, ਕਿੰਨੇ ਦੇਸ਼ ਨੇ, ਕਿੰਨਾ ਲੰਬਾ ਚੌੜਾ ਇਲਾਕਾ ਹੈ। ਅਤੇ ਇਸ ਧਰਤੀ ਦੇ ਉੱਤੇ ਅੱਗੇ ਅੰਦਾਜ਼ਾ ਲਾਓ ਕਿ ਸਾਡਾ ਦੇਸ਼, ਸਾਡਾ ਇਲਾਕਾ ਕਿੰਨੇ ਕੁ ਆਕਾਰ ਦਾ ਹੈ, ਉਹਦੀ ਕੀ ਹੈਸੀਅਤ ਹੈ। ਉਸ ਦੇਸ਼ ਦੇ ਵਿੱਚ ਸਾਡਾ ਸੂਬਾ, ਸਾਡਾ ਜ਼ਿਲ੍ਹਾ ਕਿੰਨੀ ਕੁ ਹੈਸੀਅਤ ਰੱਖਦਾ ਹੈ। ਉਸ ਸਾਡੀ ਸਟੇਟ ਦੇ ਵਿੱਚ ਸਾਡਾ ਪਿੰਡ ਕਿੰਨੇ ਕੁ ਆਕਾਰ ਦਾ ਹੈ, ਉਹਨੂੰ ਕਿੰਨੇ ਕੁ ਲੋਕ ਜਾਣਦੇ ਨੇ। ਉਸ ਪਿੰਡ ਦੇ ਵਿੱਚ ਸਾਡੇ ਵਰਗਾ ਇੱਕ ਪਰਿਵਾਰ ਰਹਿੰਦਾ ਹੈ। ਉਸ ਪਰਿਵਾਰ ਦੇ ਵਿੱਚ ਇੱਕ ਨਿਮਾਣਾ ਜੀਵ ਸਾਡੇ ਵਰਗਾ ਸਵਾਲ ਕਰਦਾ ਹੈ ਕਿ ਰੱਬ ਕਿੱਥੇ ਰਹਿੰਦਾ ਹੈ, ਰੱਬ ਕਿਹੋ ਜਿਹਾ ਹੈ, ਉਹਦੀ ਕੁਦਰਤ ਕਿੱਡੀ ਵੱਡੀ ਹੈ। ਇਉਂ ਕਹਿ ਲਈਏ ਇੱਕ
ਸਰੋਂ ਦੇ ਦਾਣੇ ਨਾਲੋਂ ਵੀ ਛੋਟੀ ਹੈਸੀਅਤ ਵਾਲਾ, ਧਰਤੀ ਦੇ ਮੁਕਾਬਲੇ, ਬ੍ਰਹਿਮੰਡ ਦੇ ਮੁਕਾਬਲੇ ਸਰੋਂ ਦੇ ਦਾਣੇ ਨਾਲੋਂ ਵੀ ਛੋਟੀ ਹੈਸੀਅਤ ਦਾ ਮਾਲਕ ਉਹ ਪੂਰੀ ਕੁਦਰਤ ਬਾਰੇ ਜਾਣਨਾ ਚਾਹੁੰਦਾ ਹੈ। ਇਸ ਤਰ੍ਹਾਂ ਨਹੀਂ ਹੋ ਸਕਣਾ। ਅਸੀਂ ਸਾਰੇ ਕਾਸੇ ਨੂੰ ਨਹੀਂ ਜਾਣ ਸਕਦੇ। ਸਿਰਫ ਅਸੀਂ ਹਰੇਕ ਬੰਦਾ ਆਪੋ ਆਪਣੇ ਅੰਦਾਜ਼ੇ ਲਾ ਕੇ ਕੁਝ ਸੱਚ ਕੁਝ ਝੂਠ ਦੂਜਿਆਂ ਨੂੰ ਦੱਸਦਾ ਰਹਿੰਦਾ ਹੈ। ਦੂਜੀ ਧਿਰ ਕੁਝ ਸੱਚ ਮੰਨ ਲੈਂਦੀ ਹੈ ਤੇ ਕੁਝ ਨੂੰ ਰੱਦ ਕਰ ਦਿੰਦੀ ਹੈ। ਇਸ ਤਰ੍ਹਾਂ ਸਦੀਆਂ ਤੋਂ ਇਹੋ ਹੀ ਕੁਝ ਲਗਾਤਾਰ ਹੁੰਦਾ ਆਇਆ ਹੈ। ਅਸੀਂ ਰੱਬ ਦੀ ਪੂਜਾ ਵੀ ਕਰ ਲਈ, ਰੱਬ ਨੂੰ ਕਈਆਂ ਨੇ ਨਫ਼ਰਤ ਵੀ ਕਰ ਲਈ, ਰੱਬ ਦੇ ਗੁਣ ਵੀ ਗਾ ਲਏ, ਰੱਬ ਦੀ ਫਿਲਾਸਫੀ ਵੀ ਘੜ ਲਈ ਹੈ ਤੇ ਧਰਮ ਪੁਸਤਕਾਂ ਨੇ ਰੱਬ ਬਾਰੇ ਬਹੁਤ ਕੁਝ ਲਿਖ ਦਿੱਤਾ। ਪਰ ਅਜੇ ਵੀ ਗੱਲ ਉੱਥੇ ਦੀ ਉੱਥੇ ਖਲੋਤੀ ਹੈ। ਜਿਨ੍ਹਾਂ ਨੇ ਰੱਬ ਦੀ ਕੁਦਰਤ ਨੂੰ ਸਮਝ ਕੇ ਵਿਚਾਰ ਕੇ ਕੁਝ ਸਮਾਜ ਦੇ ਭਲੇ ਵਾਸਤੇ ਕਰ ਦਿੱਤਾ, ਉਹ ਬੇਅੰਤ ਸਤਿਕਾਰ ਦੇ ਪਾਤਰ ਨੇ। ਪਰ ਪੁਜਾਰੀ ਤਬਕੇ ਨੇ ਇਨਸਾਨੀਅਤ ਨੂੰ ਉਲਝਾਇਆ ਬਹੁਤ ਹੈ, ਕੁਰਾਹੇ ਬਹੁਤ ਪਾਇਆ ਤੇ ਰੱਬ ਦੇ ਨਾਂ ਤੇ ਲੁੱਟ ਕੇ ਵੀ ਬਹੁਤ ਖਾਧਾ ਹੈ। ਰੱਬ ਦੇ ਨਾਂ ਤੇ ਸੋਨੇ ਦੇ ਮੰਦਰ ਉਸਾਰੇ ਗਏ, ਧਰਮ ਸਥਾਨ ਉਸਾਰੇ ਗਏ। ਰੱਬ ਦੇ ਨਾਂ ਤੇ ਰੱਬ ਦੀਆਂ ਮੂਰਤੀਆਂ ਬਣਾਈਆਂ ਗਈਆਂ, ਸੋਨੇ ਦੀਆਂ ਵੀ, ਪੱਥਰ ਦੀਆਂ ਵੀ, ਲੋਹੇ ਦੀਆਂ ਵੀ ਤੇ ਅਨੇਕ ਪ੍ਰਕਾਰ ਦੀਆਂ ਮੂਰਤੀਆਂ ਵੀ ਬਣਾ ਕੇ ਪੂਜਾ ਕਰਨ ਸਾਨੂੰ ਲਾ ਦਿੱਤੀ ਹੈ। ਜਿਹੜੇ ਸਮਾਜ ਦੇ ਵਿੱਚ, ਜਿਹੜੀ ਦੁਨੀਆ ਦੇ ਵਿੱਚ ਰੱਬ ਦੇ ਰੂਪਾਂ ਦਾ ਹੀ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਕੁ ਰੂਪ ਅੱਜ ਤੱਕ ਕਿਤਵੇ ਜਾ ਚੁੱਕੇ ਨੇ, ਉਹਨਾਂ ਦਾ ਆਪਾਂ ਅੰਦਾਜ਼ਾ ਸਹਿਜੇ ਹੀ ਲਾ ਸਕਦੇ ਹਾਂ ਕਿ ਮਾਨਸਿਕ ਵਿਕਾਸ ਕਿੰਨਾ ਕੁ ਹੋਇਆ ਹੈ। ਜਦੋਂ ਅਸੀਂ ਗੁਰਬਾਣੀ ਵਾਲੇ ਪਾਸੇ ਆਈਏ ਤਾਂ ਗੁਰੂ ਨਾਨਕ ਸਾਹਿਬ ਨੇ, ਗੁਰੂ ਸਾਹਿਬ ਦੇ ਜਿਹੜੇ ਬਾਕੀ ਸੰਗੀ ਸਾਥੀ ਗੁਰਬਾਣੀ ਰਚੇਤਾ ਮਹਾਂਪੁਰਖ ਨੇ, ਉਹਨਾਂ ਨੇ ਸਾਨੂੰ ਵਿਗਿਆਨਕ ਆਧਾਰ ਦੇ ਨਾਲ ਬਹੁਤ ਕੁਝ ਸਮਝਾ ਦਿੱਤਾ। ਅੱਜ ਤੋਂ 500-600 ਸਾਲ ਪਹਿਲਾਂ ਇਹਨੇ ਵਿਗਿਆਨਕ ਢੰਗ ਦੇ ਨਾਲ ਦਲੀਲਾਂ ਦੇਣੀਆਂ, ਸਬੂਤ ਦੇਣੇ ਹੈਰਾਨ ਕਰ ਦਿੰਦਾ ਹੈ ਕਿ ਇੰਨੀਆਂ ਉੱਤਮ ਦਰਜੇ ਦੀਆਂ ਗੱਲਾਂ ਉਹਨਾਂ ਜ਼ਮਾਨਿਆਂ 'ਚ ਉਹਨਾਂ ਦੇ ਦਿਮਾਗ 'ਚ ਕਿਵੇਂ ਫੁਰੀਆਂ। ਹੁਣ ਇੱਥੇ ਜਿਹੜਾ ਇਹਨਾਂ ਨੇ ਸਵਾਲ ਕੀਤਾ ਹੈ, ਆਪਾਂ ਸਾਰੀ ਪੌੜੀ ਪੜ੍ਹ ਲਈਏ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਹੁਣ ਇਹ ਸਵਾਲ ਪੈਦਾ ਹੁੰਦਾ ਹੈ ਤੇ ਲੋਕੀ ਸਾਨੂੰ ਸਵਾਲ ਕਰਦੇ ਨੇ ਕਿ ਰੱਬ ਨੇ ਆਪਣੇ ਆਪ ਨੂੰ ਕਿਵੇਂ ਬਣਾ ਲਿਆ। ਕੋਈ ਦੱਸ ਹੀ ਨਹੀਂ ਸਕਦਾ। ਕੀ ਰੱਬ ਕੋਈ ਸਰੀਰਧਾਰੀ ਹੈ ਜਿਹਨੇ ਆਪਣੇ ਆਪ ਨੂੰ ਬਣਾ ਲਿਆ? ਇੱਥੇ ਵਿਗਿਆਨੀ ਇਹ ਵੀ ਦੱਸਦੇ ਨੇ ਕਿ ਬਹੁਤ ਵੱਡਾ ਵਿਸਫੋਟ ਹੋਇਆ ਸੀ ਲੱਖਾਂ ਕਰੋੜਾਂ ਸਾਲ ਪਹਿਲਾਂ ਤੇ ਇਹ ਸਾਰਾ ਕੋਈ ਖਲਾਰਾ ਖਿਲਰ ਗਿਆ। ਇਹਦਾ ਵੀ ਕੋਈ ਪੱਕਾ ਜਵਾਬ ਨਹੀਂ, ਕੋਈ ਸਬੂਤ ਨਹੀਂ ਹੈ। ਕਰੋੜਾਂ ਸਾਲ ਪਹਿਲਾਂ ਦੀ ਹੋ ਚੁੱਕੀ ਘਟਨਾ ਨੂੰ ਅੱਜ ਅਸੀਂ ਕਿਵੇਂ ਬਿਆਨ ਕਰ ਸਕਦੇ ਹਾਂ? ਤੇ ਬਿਆਨ ਤਾਂ ਕਰੀ ਜਾਈਏ ਪਰ ਉਹਨੂੰ ਕਿਸੇ ਵੀ ਤਰੀਕੇ ਵੀਡੀਓ ਬਣਾ ਕੇ ਸਹੀ ਢੰਗ ਨਾਲ ਸਬੂਤਾਂ ਸਹਿਤ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕਰ ਸਕਦੇ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਉਹਨੇ ਆਪਣਾ ਨਾਮ ਵੀ ਕਹਿੰਦੇ ਆਪੇ ਰੱਖ ਲਿਆ। ਅਸਲ ਦੇ ਵਿੱਚ ਉਸ ਜੋ ਪਸਰਿਆ ਪਸਾਰਾ ਹੈ ਉਹਨੇ ਆਪ ਨਿਯਮ ਬਣਾ ਦਿੱਤੇ। ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ। ਹੁਣ ਉਹ ਆਪ ਕਿੱਥੇ ਬੈਠਾ ਹੈ ਕੋਈ ਨਹੀਂ ਦੱਸ ਸਕਦਾ। ਉਹਦਾ ਅੱਗੇ ਜਾ ਕੇ ਆਪਾਂ ਗੁਰਬਾਣੀ ਚੋਂ ਹਵਾਲੇ ਦੇ ਕੇ ਗੱਲ ਕਰਾਂਗੇ ਕਿ ਉਹ ਕਿਵੇਂ ਬੈਠਦਾ ਤੇ ਕਿੱਥੇ ਬੈਠਦਾ। ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ। ਉਹ ਦਾਤਾ ਜਿਹੜਾ ਇਸ ਨਿਯਮ ਨੂੰ ਜਿਹਨੇ ਬਣਾਇਆ ਉਹ ਆਪ ਏਡਾ ਮਹਾਨ ਹੈ। ਉਹਨੇ ਜੀਵਾਂ ਦੇ ਜਿਉਣ ਵਾਸਤੇ ਅਨੇਕਾਂ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਇਸ ਧਰਤੀ ਦੇ ਉੱਤੇ ਪੈਦਾ ਕਰ ਦਿੱਤੀਆਂ ਨੇ। ਤੂੰ ਜਾਣੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ। ਉਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਤੇ ਉਹੀ ਸਾਰਿਆਂ ਦਾ ਖਾਤਮਾ ਕਰਨ ਵਾਲਾ ਹੈ। ਕਰ ਆਸਣ ਡਿਠੋ ਚਾਓ। ਉਹ ਇਸ ਤਰ੍ਹਾਂ ਆਪਣੇ ਇੱਕ ਅਡੋਲ ਨਿਯਮ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਵੇਖ ਰਿਹਾ, ਚਲਾ ਰਿਹਾ ਹੈ। ਇਉਂ ਮੰਨ ਲਈਏ ਕਿ ਧਰਤੀ, ਸੂਰਜ, ਚੰਦ, ਹੋਰ ਜਿਹੜੇ ਗ੍ਰਹਿ ਨੇ ਆਪਸ ਦੇ ਵਿੱਚ ਘੱਟ ਤੋਂ ਘੱਟ ਟਕਰਾਉਂਦੇ ਨੇ, ਆਪਣੇ ਰਾਹਾਂ ਤੇ ਚੱਲਦੇ ਜਾਂਦੇ ਨੇ ਤੇ ਉਹ ਆਪਣੀ ਉਮਰ ਉਹਨਾਂ ਦੀ ਲੱਖਾਂ ਸਾਲ ਹੈ ਕਿ ਕਰੋੜਾਂ ਸਾਲ ਹੈ ਅਸੀਂ ਤਾਂ ਸੋਚ ਵੀ ਨਹੀਂ ਸਕਦੇ। ਜੇ ਕਿਤੇ ਆਪਣੇ ਨਿਯਮ ਨੂੰ ਇਹ ਵੱਡੇ ਗ੍ਰਹਿ ਇਹ ਵੀ ਭੰਗ ਕਰ ਦੇਣ ਤਾਂ ਇਹਨਾਂ ਦਾ ਵੀ ਖਾਤਮਾ ਲਾਜ਼ਮੀ ਹੈ। ਆਪਣਾ ਆਪਾ ਇਹਨਾਂ ਦਾ ਖਤਮ ਹੋਵੇਗਾ ਤੇ ਇੱਕ ਦੂਜੇ ਦੇ ਵਿੱਚ ਹੋਰ ਸਮਾ ਜਾਣਗੇ, ਰੂਹ ਵੱਟ ਜਾਵੇਗਾ। ਜਾਂਦੇ ਫਿਰ ਵੀ ਕਿਤੇ ਨਹੀਂ ਪਰ ਉਹਨਾਂ ਦੀ ਥਾਂ ਬਦਲ ਜਾਵੇਗੀ। ਹੁਣ ਇੱਥੇ ਅਜਿਹਾ ਬੇਅੰਤ ਗੁਰਬਾਣੀ 'ਚ ਸਬੂਤ ਨੇ, ਲਿਖਤਾਂ ਨੇ। ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਅਨੇਕ ਪ੍ਰਕਾਰ ਆਪ ਹੀ ਉਹਦਾ ਵਿਸਥਾਰ ਹੋ ਗਿਆ, ਪਸਾਰਾ ਹੋ ਗਿਆ। ਜਿਵੇਂ ਪਹਿਲਾਂ ਪਾਣੀ ਹੈ, ਪਾਣੀ ਹਵਾ ਦੇ ਵਿੱਚ ਹੈ ਤੇ ਹਵਾ ਦੇ ਵਿੱਚ ਪਾਣੀ ਦੀ ਬਹੁਤਾਤ ਹੋ ਗਈ ਤਾਂ ਮੀਂਹ ਪੈਣ ਲੱਗ ਪਿਆ ਤੇ ਮੀਂਹ ਪੈਣ ਤੋਂ ਬਾਅਦ ਜੇ ਬਹੁਤੀ ਠੰਡ ਹੋ ਗਈ
ਤਾਂ ਉਹੀ ਪਾਣੀ ਬਰਫ਼ ਬਣ ਗਿਆ ਤੇ ਉਹੀ ਪਾਣੀ ਭਾਹ ਬਣ ਕੇ ਵੀ ਉੱਡ ਜਾਂਦਾ ਹੈ ਤੇ ਪਾਣੀ ਪਰ ਰੂਪ ਬਦਲਦਾ ਚਲਾ ਜਾਂਦਾ ਹੈ। ਇਸੇ ਤਰ੍ਹਾਂ ਫਰੀਦਾ ਖਾਲਕ ਖਲਕ ਮੈਂ ਖਲਕ ਬਸੈ ਰੱਬ ਮਾਹੇ ਮੰਦਾ ਕਿਸਨੋਂ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਉਹ ਭਾਈ ਸਾਰੀ ਸ੍ਰਿਸ਼ਟੀ ਦੇ ਵਿੱਚ ਹੀ, ਸਾਰੀ ਕਾਇਨਾਤ ਦੇ ਵਿੱਚ ਹੀ ਉਸ ਰੱਬੀ ਨਿਯਮ ਦਾ ਜੋ ਵਰਤਾਰਾ ਹੈ ਉਹ ਚੱਲ ਰਿਹਾ ਹੈ ਤੇ ਇੱਥੇ ਕਿਸੇ ਨੂੰ ਮੰਦਾ ਆਖੀਏ ਕਿਸੇ ਨੂੰ ਚੰਗਾ ਆਖੀਏ ਇਹ ਜਾਇਜ਼ ਨਹੀਂ ਹੈ। ਸਗਲ ਪਰਾਧ ਦੇਹ ਲਾਰੋਨੀ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ। ਜੇ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚੌ ਵਾਲੀ ਗੱਲ ਇੱਥੇ ਆਪਾਂ ਜ਼ੋਰ ਦੇਵਾਂਗੇ ਤਾਂ ਇਹਦਾ ਮਤਲਬ ਹੈ ਪਰਮਾਤਮਾ ਨੇ ਜਨਮ ਲੈ ਲਿਆ ਤੇ ਹੁਣ ਉਹ ਬੈਠਾ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਪਰ ਗੁਰਬਾਣੀ ਤੇ ਇਹ ਵੀ ਕਹਿੰਦੀ ਹੈ ਕਿ ਸੜ ਜਾਵੇ ਉਹ ਮੂੰਹ ਜਿਹੜਾ ਇਹ ਕਹਿੰਦਾ ਹੈ ਕਿ ਰੱਬ ਜੂਨਾ ਲੈਂਦਾ ਹੈ। ਇਹ ਕੁਦਰਤ ਦਾ ਨਿਯਮ ਹੈ, ਅਕੱਟ ਨਿਯਮ ਹੈ। ਇਹ ਬਹੁਤ ਵੱਡਾ ਪਸਾਰਾ ਹੈ, ਸਾਡੀ ਸਮਝ ਅਕਲ ਤੋਂ ਬਹੁਤ ਉੱਪਰ ਹੈ। ਸਗਲ ਪਰਾਧ ਦੇ ਲੌਰੂਨੀ। ਬਹੁਤ ਸਾਰੇ ਪੁਜਾਰੀਆਂ ਨੇ ਤਾਂ ਰੱਬ ਦੀ ਮੂਰਤੀ ਪਾਲਣੇ 'ਚ ਪਾ ਕੇ ਉਹਨੂੰ ਝੂਟੇ ਦੇ ਕੇ ਉਹਨੂੰ ਸੜਾ ਦਿੱਤਾ, ਉਹਨੂੰ ਭੋਗ ਲਗਵਾ ਦਿੱਤਾ, ਉਹਦੇ ਨਾਲ ਮਨੋਰੰਜਨ ਕਰ ਲਿਆ, ਉਹ ਤੋਂ ਦਾਤਾਂ ਮੰਗ ਲੀਆਂ ਤੇ ਜਦੋਂ ਜੀ ਕੀਤਾ ਉਸੇ ਰੱਬ ਨੂੰ ਉਸੇ ਮੂਰਤੀ ਨੂੰ ਚੁੱਕ ਕੇ ਦਰਿਆ 'ਚ ਸੁੱਟ ਆਏ, ਪਾਣੀ ਸੁੱਟ ਆਏ। ਇਹ ਇੱਥੇ ਖੇਡ ਹੈ ਪੁਜਾਰੀ ਦਾ, ਅਨੇਕਾਂ ਰੂਪਾਂ ਨਾਲ ਸਾਨੂੰ ਉਹਨੇ ਉਲਝਾਇਆ ਹੋਇਆ ਹੈ। ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਤ ਆਪ ਹੀ ਕਰੈ। ਭਾਈ ਇੱਥੇ ਕੁਝ ਸਪੈਸ਼ਲ ਨਹੀਂ ਜੰਮਦਾ, ਸਪੈਸ਼ਲ ਨਹੀਂ ਮਰਦਾ, ਇਹ ਤੇ ਸਿਰਫ ਰੂਪ ਵਟਾਉਂਦੇ ਨੇ। ਰੁੱਖ ਬਿਰਖ ਹੈ, ਬੇਲਾਂ ਨੇ, ਬਨਸਪਤੀ ਹੈ, ਜੀਵ ਜੰਤੂ ਨੇ। ਜੀਵਾਂ ਦੇ ਮਿਲਾਪ ਤੋਂ ਅੱਗੋਂ ਬੱਚਾ ਪੈਦਾ ਹੋ ਜਾਂਦਾ ਹੈ, ਉਹ ਬੱਚਾ ਵੱਡਾ ਰੂਪ ਧਾਰਨ ਕਰ ਜਾਂਦਾ ਹੈ, ਵੱਡਾ ਹੋ ਕੇ ਫਿਰ ਨਰ ਮਾਦਾ ਦੇ ਮਿਲਾਪ ਤੋਂ ਹੋਰ ਔਲਾਦ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਰੁੱਖਾਂ ਦੇ ਵਿੱਚੋਂ ਬੀਜ ਪੈਦਾ ਹੁੰਦੇ ਨੇ ਤੇ ਬੀਜ ਦੇ ਵਿੱਚੋਂ ਫਿਰ ਰੁੱਖ ਪੈਦਾ ਹੋ ਜਾਂਦੇ ਨੇ ਤੇ ਮੁੜ ਕੇ ਜੇ ਉਹਨਾਂ ਦਾ ਸਿਸਟਮ ਹੈ ਜਿਹੜਾ ਉਹ ਜਿਉਣ ਦਾ, ਵਧਣ ਫੁੱਲਣ ਦਾ ਖਤਮ ਹੋ ਜਾਵੇ ਤਾਂ ਉਹ ਧਰਤੀ ਦੇ ਵਿੱਚ ਫਿਰ ਮਿਲ ਜਾਂਦੇ ਨੇ। ਧਰਤੀ ਦਾ ਕੁੱਲ ਜਿਹੜਾ ਵਜਨ ਹੈ, ਜੇ ਆਪਾਂ ਨੂੰ ਤੋਲਣ ਦਾ ਕੋਈ ਢੰਗ ਤਰੀਕਾ ਸਾਡੇ ਕੋਲੇ ਹੋਵੇ, ਧਰਤੀ ਦਾ ਵੇਟ ਨਾ ਵੱਧਦਾ ਨਾ ਘਟਦਾ, ਕਿਉਂਕਿ ਸਾਰਾ ਕੁਝ ਇੱਥੇ ਹੀ ਜਨਮਦਾ ਹੈ ਤੇ ਇੱਥੇ ਹੀ ਸਾਰਾ ਕੁਝ ਖਤਮ ਹੋ ਜਾਂਦਾ ਹੈ, ਬਾਹਰੋਂ ਤਾਂ ਕੁਝ ਵੀ ਨਹੀਂ ਆਉਂਦਾ। ਸੋ ਇਹ ਬਹੁਤ ਵੱਡਾ ਜਿਹੜਾ ਸਾਡੇ ਸਾਹਮਣੇ ਸਿਸਟਮ ਹੈ ਇਹ ਸਾਡੀ ਸਮਝ ਤੋਂ ਬਹੁਤ ਅੱਗਾ ਹੈ। ਇਹ ਤਾਂ ਵਿਗਿਆਨੀ ਨੇ ਜਿਹੜੇ ਉਹ ਕੁਝ ਹੱਦ ਤੱਕ ਸਮਝ ਕੇ ਸਾਨੂੰ ਦੱਸ ਦੇਣ, ਪਰ ਪੁਜਾਰੀਆਂ ਦਾ ਤੇ ਬਿਲਕੁਲ ਇਸ ਪਾਸੇ ਕੋਈ ਤਜਰਬਾ ਨਹੀਂ ਹੈ। ਜੋ ਸਟੇਜਾਂ ਤੇ ਬੋਲਦੇ ਨੇ ਉਹ ਅਗਿਆਨਤਾ ਦੇ ਵਿੱਚ ਹੀ ਬੋਲਦੇ ਨੇ ਤੇ ਸਾਨੂੰ ਅਗਿਆਨੀ ਬਣਾਈ ਜਾਂਦੇ ਨੇ। ਹੁਣ ਇੱਥੇ ਇੱਕ ਆਪਾਂ ਰੱਬ ਦੇ ਹੋਰ ਵੱਡੇ ਸਰੂਪ ਦਾ ਜ਼ਿਕਰ ਤੁਹਾਡੇ ਸਾਹਮਣੇ ਕਰਨ ਲੱਗੇ ਹਾਂ। ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਨੇ 964 ਪੰਨੇ ਤੇ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਤੇਰਾ ਦਰਬਾਰ ਬਹੁਤ ਵੱਡਾ ਹੈ, ਤੇਰਾ ਤਖਤ ਸਦਾ ਅਟਲ ਹੈ। ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚੌਰ ਛੱਤ। ਤੂੰ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ, ਤੇਰਾ ਤਖਤ ਤੇਰਾ ਚੌਰ ਸਦਾ ਅਟਲ ਹੈ, ਨਿਚਲ ਹੈ। ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਉ। ਜਿਹੜਾ ਤੈਨੂੰ ਚੰਗਾ ਲੱਗਦਾ ਹੈ ਤੂੰ ਅਟਲ ਕੁਦਰਤੀ ਕਾਨੂੰਨ ਬਣਾ ਦਿੱਤਾ ਹੈ। ਜੇ ਭਾਵੈ ਪਾਰ ਬ੍ਰਹਮ ਨਿਥਾਵੈ ਮਿਲੈ ਥਾਉ। ਕਿਹਨੇ ਜਨਮ ਲੈਣਾ, ਕਿਹਨੇ ਇੱਥੇ ਮਰਨਾ, ਇਹ ਅਟਲ ਨਿਯਮ ਦੇ ਵਿੱਚ ਲਗਾਤਾਰ ਚੱਲਦਾ ਆ ਰਿਹਾ ਹੈ। ਜੋ ਕੀਨੀ ਕਰਤਾਰ ਸਾਈ ਭਲੀ ਗੱਲ। ਜੋ ਇਸ ਸ੍ਰਿਸ਼ਟੀ ਦੇ ਨਿਯਮ ਜਿਹਨੇ ਬਣਾਏ ਨੇ, ਜਿਵੇਂ ਬਣੇ ਨੇ, ਉਹ ਸਾਡੇ ਵਾਸਤੇ ਸਮਝਣ ਵਾਲੀ ਗੱਲ ਸੀ, ਭਲੀ ਗੱਲ ਸੀ, ਪਰ ਅਸੀਂ ਉਹਨੂੰ ਸਮਝਿਆ ਨਹੀਂ। ਅਸੀਂ ਉਹਦੇ ਸਗੋਂ ਉਲਟ ਪੁਲਟ ਪ੍ਰਚਾਰ ਕੀਤਾ ਕਿ ਰੱਬ ਇੱਥੇ ਆਉਂਦਾ ਹੈ, ਰੱਬ ਜਾਂਦਾ ਹੈ ਤੇ ਰੱਬ ਬੰਦਿਆਂ ਦੇ ਵਿੱਚ ਇਉਂ ਬਸ ਕੇ ਗਲਤ ਕੰਮ ਕਰਵਾ ਦਿੰਦਾ ਹੈ, ਕਿਸੇ ਤੋਂ ਚੰਗਾ ਕੰਮ ਕਰਵਾ ਦਿੰਦਾ ਹੈ। ਰੱਬ ਨੂੰ ਸਰੀਰਧਾਰੀ ਬਣਾ ਕੇ ਇੱਥੇ ਧਰਤੀ ਤੇ ਲੈ ਆਂਦਾ। ਜਿਨੀ ਪਛਾਤਾ ਖਸਮ ਸੇ ਦਰਗਾਹ ਮਲ। ਜਿਨ੍ਹਾਂ ਨੇ ਇਹੋ ਜਿਹੇ ਨਿਯਮ ਨੂੰ ਪਛਾਣ ਲਿਆ ਉਹ ਮਾਨੋ ਉਸ ਸੱਚੀ ਤਖਤ ਦੇ, ਸੱਚੀ ਦਰਗਾਹ ਦੇ ਵਿੱਚ ਪਹੁੰਚ ਗਏ। ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ। ਕੁਦਰਤ ਦਾ ਅਟਲ ਨਿਯਮ ਹੈ, ਉਹਨੂੰ ਅਸੀਂ ਬਦਲ ਨਹੀਂ ਸਕਦੇ, ਕੋਈ ਉਹਨੂੰ ਹੋਰ ਢੰਗ ਨਾਲ ਨਹੀਂ ਚਲਾ ਸਕਦਾ। ਇਸ ਨਿਯਮ ਨੂੰ ਸਮਝਣਾ ਪਵੇਗਾ। ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ। ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ। ਉਸ ਅਕਾਲ ਪੁਰਖ ਜਿਹਨੂੰ ਆਪਾਂ ਕੁਦਰਤ ਦਾ ਮਾਲਕ ਕਹਿੰਦੇ ਆ ਤੇ ਇਹ ਸਾਰੀ ਕੁਦਰਤ ਉਹਦੇ ਅਨੁਸਾਰ ਚੱਲ ਰਹੀ ਹੈ। ਇਸ ਤਰ੍ਹਾਂ ਅਸੀਂ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਸਰੂਪ ਹੈ ਉਹ ਕੁਦਰਤ ਦੇ ਵਿੱਚੋਂ ਵੇਖਦੇ ਹਾਂ। ਬਲਿਹਾਰੀ ਕੁਦਰਤ ਵਸਿਆ
ਤੇਰਾ ਅੰਤ ਨਾ ਜਾਈ ਲਖਿਆ। ਅਸੀਂ ਤੇਰਾ ਅੰਤ ਨਹੀਂ ਪਾ ਸਕਦੇ, ਕੇਵਲ ਤੈਤੋਂ ਬਲਿਹਾਰ ਜਾਂਦੇ ਹਾਂ, ਤੇਰਾ ਧੰਨਵਾਦ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਇੱਥੇ ਇਸ ਵੀਰ ਨੂੰ ਬਹੁਤ ਹੱਦ ਤੱਕ ਤਸੱਲੀ ਹੋ ਗਈ ਹੋਵੇਗੀ ਤੇ ਹੋਰ ਵੀ ਜਿਹੜੇ ਸਰੋਤੇ ਨੇ ਉਹਨਾਂ ਨੂੰ ਵੀ ਕੁਝ ਹੱਦ ਤੱਕ ਜਾਣਕਾਰੀ ਮਿਲ ਗਈ ਹੋਵੇਗੀ। ਕਿਉਂਕਿ ਸਵਾਲ ਨੰਬਰ 122 ਭਾਈ ਸੁਖਦੇਵ ਸਿੰਘ USA ਪੁੱਛਦੇ ਨੇ, ਰਾਮ, ਹਰੀ, ਵਾਹਿਗੁਰੂ ਆਦਿਕ ਜੋ ਰੱਬ ਦੇ ਬੇਅੰਤ ਨਾਮ ਨੇ ਉਹਨਾਂ ਬਾਰੇ ਚਾਨਣਾ ਪਾਇਆ ਜਾਵੇ। ਗੁਰੂ ਪਿਆਰ ਵਾਲਿਓ, ਕਦੀ ਇੱਕ ਗੱਲ ਵੱਲ ਵੀ ਜੇ ਇਨਸਾਨ ਧਿਆਨ ਮਾਰ ਲਵੇ ਕਿ ਮਨੁੱਖ ਕਦੋਂ ਪੈਦਾ ਹੋਇਆ, ਇਹ ਵਿਗਿਆਨੀ ਖੋਜਾਂ ਕਰ ਚੁੱਕੇ ਨੇ। ਬਹੁਤ ਸਾਰੇ ਸਬੂਤ ਧਰਤੀ ਦੇ ਉੱਤੋਂ ਮਿਲ ਚੁੱਕੇ ਨੇ ਜੀਵਾਂ ਦੇ ਵਿਕਾਸ ਦੇ ਜਿਹੜੇ ਢੰਗ ਤਰੀਕੇ ਨੇ। ਉਸ ਤੋਂ ਬਾਅਦ ਮਨੁੱਖ ਨੂੰ ਅਕਲ ਆਉਣੀ ਕਦੋਂ ਸ਼ੁਰੂ ਹੋਈ, ਉਹ ਮਕਾਨ ਬਣਾ ਕੇ ਖਾਣ ਪੀਣ ਦੇ ਢੰਗ ਤਰੀਕੇ ਇਜਾਦ ਕਰਨੇ ਜਾਂ ਉਹਦੇ ਕੱਪੜੇ ਲੀੜੇ ਇਜਾਦ ਕਰਨੇ, ਉਹਦੀ ਪੜ੍ਹਾਈ ਲਿਖਾਈ ਕਦੋਂ ਸ਼ੁਰੂ ਹੋਈ, ਇਹ ਵੀ ਵਿਗਿਆਨੀਆਂ ਨੇ ਬਹੁਤ ਹੱਦ ਤੱਕ ਲੱਭ ਲਿਆ ਹੋਇਆ ਹੈ। ਜਦੋਂ ਮਨੁੱਖ ਵਿਕਾਸ ਕਰਕੇ ਕਾਫੀ ਸਾਰੀ ਅਕਲ ਗਿਆਨ ਹਾਸਲ ਕਰ ਗਿਆ, ਕਬੀਲਿਆਂ 'ਚ ਰਹਿਣ ਲੱਗ ਪਿਆ, ਤਾਂ ਉਹਨੇ ਫਿਰ ਕੁਝ ਇੱਕ ਅਜਿਹੀਆਂ ਇਜਾਦਾਂ ਕੀਤੀਆਂ ਕਿ ਆਪਣੇ ਲੋਕਾਂ ਨੂੰ ਕੰਟਰੋਲ ਵਿੱਚ ਕਿਵੇਂ ਰੱਖਣਾ ਹੈ, ਆਪਣੇ ਲੋਕਾਂ ਨੂੰ ਇੱਕ ਸੂਤਰ ਵਿੱਚ ਪਰੋ ਕੇ ਉਹਨਾਂ ਦੇ ਚਿੰਨ੍ਹ ਸਥਾਪਿਤ ਕਰਕੇ ਉਹਨਾਂ ਨੂੰ ਕਿਸੇ ਡਰ ਭੈ ਦੇ ਵਿੱਚ ਲਿਆ ਕੇ ਇੱਕ ਅਗੰਮੀ ਸ਼ਕਤੀ ਦੇ ਪਿੱਛੇ ਲਾ ਕੇ ਉਹਨਾਂ ਤੋਂ ਆਪਣੀ ਮਰਜ਼ੀ ਦੇ ਕੁਝ ਚਤਰ ਲੋਕਾਂ ਨੇ ਕੰਮ ਕਰਵਾਉਣੇ ਸ਼ੁਰੂ ਕੀਤੇ। ਹੋ ਸਕਦਾ ਹੈ ਸ਼ੁਰੂ ਦੇ ਵਿੱਚ ਉਹਨਾਂ ਦੀ ਭਾਵਨਾ ਮਾੜੀ ਨਾ ਹੋਵੇ, ਕਿਉਂਕਿ ਉਦੋਂ ਹੋਰ ਕੋਈ ਸਾਧਨ ਹੈ ਨਹੀਂ ਸੀ, ਉਹਨਾਂ ਦਾ ਮਾਨਸਿਕ ਵਿਕਾਸ ਹਾਲੀ ਇੰਨਾ ਕੀ ਹੋਇਆ ਸੀ। ਪਰ ਸਮੇਂ ਦੇ ਫੇਰ ਦੇ ਮੁਤਾਬਕ ਬਹੁਤ ਕੁਝ ਬਦਲ ਗਿਆ, ਪਰ ਧਰਮ ਦੇ ਨਿਯਮ ਨੇ ਜਿਹੜੇ ਉਹ ਕੋਈ ਬਹੁਤੇ ਜ਼ਿਆਦਾ ਨਹੀਂ ਬਦਲੇ। ਉਹਨਾਂ ਨੂੰ ਇਸ ਤਰ੍ਹਾਂ ਮਨੁੱਖ ਦੇ ਅਚੇਤ ਮਨ 'ਚ ਬਿਠਾ ਦਿੱਤਾ ਗਿਆ ਕਿ ਕੋਈ ਵੀ ਇਨਸਾਨ ਉਹਨਾਂ ਨੂੰ ਛੱਡ ਦੇਣਾ ਵੱਡਾ ਗੁਨਾਹ ਜਾਂ ਪਾਪ ਸਮਝਦਾ ਆ ਰਿਹਾ ਹੈ। ਤੋ ਇਸ ਤਰ੍ਹਾਂ ਜਦੋਂ ਆਪਾਂ ਅੱਗੇ ਹੋਰ ਵਿਕਾਸ ਦੀਆਂ ਗੱਲਾਂ ਸੋਚਦੇ ਹਾਂ, ਮਹਾਤਮਾ ਬੁੱਧ, ਮਹਾਵੀਰ ਜੈਨ, ਯਸੂ ਮਸੀਹ, ਮੁਹੰਮਦ ਸਾਹਿਬ ਅਤੇ ਗੁਰੂ ਸਾਹਿਬਾਨ, ਇਹਨਾਂ ਨੇ ਅੱਗੋਂ ਤੋਂ ਅੱਗੋਂ ਵਿਕਾਸ ਦੀਆਂ ਕੜੀਆਂ ਦੇ ਤਹਿਤ ਉਸ ਅੰਧਕਾਰ ਦੇ ਵਿੱਚੋਂ ਲੋਕਾਂ ਨੂੰ ਕੱਢਣ ਦਾ ਉਪਰਾਲਾ ਕੀਤਾ, ਰੱਬ ਦੇ ਸਰੂਪ ਨੂੰ ਕੁਝ ਹੋਰ ਅੱਛੇ ਢੰਗ ਨਾਲ ਬਿਆਨ ਕੀਤਾ। ਯਸੂ ਮਸੀਹ ਨੇ ਇੱਕ ਗੌਡ ਦੀ ਗੱਲ ਕੀਤੀ, ਮੁਹੰਮਦ ਸਾਹਿਬ ਨੇ ਇੱਕ ਅੱਲਾ ਦੀ ਗੱਲ ਕੀਤੀ, ਗੁਰੂ ਸਾਹਿਬ ਨੇ ਇੱਕ ਪਰਮਾਤਮਾ ਦੀ ਗੱਲ ਕੀਤੀ। ਪਰ ਉਹ ਪਰਮਾਤਮਾ ਕਿਤੇ ਵੱਖਰਾ ਸਰੀਰ ਧਾਰ ਕੇ ਨਹੀਂ ਬੈਠਾ ਹੋਇਆ, ਉਹ ਇੱਥੇ ਸਾਡੇ ਵਿੱਚ ਹੀ ਹੈ। ਅਸੀਂ ਹੀ ਉਹਦੇ ਧੀਆਂ ਪੁੱਤਰਾਂ, ਕੁੱਲ ਕਾਇਨਾਤ ਦੇ ਵਿੱਚ ਉਹ ਸਮਾਇਆ ਹੋਇਆ, ਆਪ ਹੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਹੁਣ ਇੱਥੋਂ ਤੱਕ ਸੰਖੇਪ ਤੌਰ 'ਤੇ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਹੁਣ ਦੇਖਣਾ ਇਹ ਹੈ ਕਿ ਮਨੁੱਖ ਨੇ ਰੱਬ ਨੂੰ ਪੈਦਾ ਕੀਤਾ ਹੈ ਕਿ ਰੱਬ ਨੇ ਮਨੁੱਖ ਨੂੰ ਪੈਦਾ ਕੀਤਾ ਹੈ। ਭਾਵ ਮੇਰਾ ਕਹਿਣ ਤੋਂ ਕਿ ਜਦੋਂ ਮਨੁੱਖ ਨੂੰ ਹੋਸ਼ ਆਈ ਹੈ ਤਾਂ ਰੱਬ ਦਾ ਸਰੂਪ ਬਦਲਦਾ ਗਿਆ। ਜਿਹੜਾ ਵੀ ਮਹਾਂਪੁਰਖ ਧਰਤੀ 'ਤੇ ਪੈਦਾ ਹੋਇਆ, ਆਪਣੇ ਲੋਕਾਂ ਨੂੰ ਉਹਨੇ ਕੁਝ ਨਵੀਂ ਮੱਤ ਦਿੱਤੀ, ਉਹਨੇ ਰੱਬ ਦਾ ਸਰੂਪ ਆਦਿਕ ਉਹਨੇ ਦੱਸਿਆ। ਇਹਦਾ ਮਤਲਬ ਰੱਬ ਤਾਂ ਜੇ ਹੈਗਾ ਤਾਂ ਲੱਖਾਂ ਕਰੋੜਾਂ ਸਾਲ ਦਾ ਮੌਜੂਦ ਸੀ। ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਮੌਜੂਦ ਸੀ, ਪਰ ਉਹਦੇ ਬਾਰੇ ਗਿਆਨ ਦਿੱਤਾ ਆ ਕੇ ਕਿਸੇ ਨੇ, ਥੋੜ੍ਹਾ ਬਹੁਤਾ ਮਹਾਂਪੁਰਖ ਨੇ, ਅਤੇ ਉਹਦਾ ਨਾਮ ਵੀ ਸਮੇਂ ਦੇ ਮਹਾਂਪੁਰਖਾਂ ਨੇ ਧਰਿਆ, ਅਤੇ ਉਹਦਾ ਨਾਮ ਵੀ ਬਹੁਤੀ ਵਾਰੀ ਉਹਦੇ ਕੰਮ ਦੇਖ ਕੇ ਧਰ ਲਿਆ। ਆਪੋ ਆਪਣੇ ਸਮਾਜਿਕ ਬਣਤਰ ਦੇ ਮੁਤਾਬਕ ਉਹਦਾ ਨਾਮ ਧਰ ਲਿਆ। ਅਸੀਂ ਉਹਦਾ ਨਾਮ ਜਿਹੜਾ ਕਿ ਸ੍ਰਿਸ਼ਟੀ ਤੋਂ ਵੀ ਪਹਿਲਾਂ ਦਾ ਪੈਦਾ ਹੋਇਆ, ਅਸੀਂ ਉਹਦਾ ਨਾਮ ਧਰਨ ਵਾਲੇ ਕੌਣ ਹੁੰਦੇ ਆ? ਕਦੀ ਸੋਚੋ ਕਿ ਅਸੀਂ ਕੀ ਉਹਦਾ ਸਹੀ ਨਾਮ ਧਰ ਸਕਾਂਗੇ? ਜਿਵੇਂ ਆਪਾਂ ਗੁਰਬਾਣੀ 'ਚੋਂ ਪੰਕਤੀ ਪੜ੍ਹਦੇ ਹਾਂ, ਪਿਤਾ ਕਾ ਜਨਮ ਕਹਿ ਜਾਣੇ ਪੂਤ, ਸਗਲ ਪਰੋਈ ਆਪਣਾ ਸੂਤ। ਇਹ ਸ੍ਰਿਸ਼ਟੀ ਤਾਂ ਆਪਣੇ ਇੱਕ ਨਿਯਮ ਦੇ ਸੂਤਰ ਵਿੱਚ ਪਰੋਈ ਹੋਈ ਬੜੀ ਦੇਰ ਤੋਂ ਚੱਲਦੀ ਆ ਰਹੀ ਹੈ। ਅਸੀਂ ਉਸ ਪਰਮ ਪਿਤਾ ਰੱਬ ਦਾ ਕਿਵੇਂ ਜਨਮ ਦੱਸ ਸਕਦੇ ਹਾਂ ਕਿ ਉਹ ਕਦੋਂ ਜਨਮਿਆ ਸੀ, ਉਹਨੇ ਸ੍ਰਿਸ਼ਟੀ ਕਿਵੇਂ ਬਣਾਈ? ਇਹ ਸਾਡੀ ਸਮਝ ਤੋਂ ਬਹੁਤ ਦੂਰ ਹੈ, ਬਹੁਤ ਪਰੇ ਹੈ। ਅਤੇ ਫਿਰ ਇਹ ਜਿਹੜੇ ਨਾਮ ਨੇ ਆਪੋ ਆਪਣੀ ਸਭਿਅਤਾ ਦੇ ਵਿੱਚ ਜੋ ਕੁਝ ਕਰ ਸਕੇ ਮਹਾਂਪੁਰਖ, ਉਹਨਾਂ ਨੇ ਨਾਮ ਪ੍ਰਚਲਿਤ ਕਰ ਦਿੱਤੇ। ਸਾਡੇ ਵਿੱਚ ਜੋ ਗੁਰਬਾਣੀ ਨੇ ਨਾਮ ਸਾਡੇ ਸਾਹਮਣੇ ਲਿਆਂਦੇ ਨੇ, ਉਹ ਬਹੁਤ ਸਾਰੇ ਨਾਮ ਉਹ ਨੇ ਜਿਹੜੇ ਹਿੰਦੂ ਧਰਮ ਦੇ ਵਿੱਚ ਬ੍ਰਾਹਮਣੀ ਗ੍ਰੰਥਾਂ ਦੇ ਵਿੱਚ ਮੌਜੂਦ ਸਨ, ਲੋਕਾਂ ਦੇ ਵਿੱਚ ਪ੍ਰਚਲਿਤ ਸਨ। ਉਹਨਾਂ ਨਾਵਾਂ ਨੂੰ ਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਵਰਤਿਆ ਹੋਇਆ ਗੁਰਬਾਣੀ ਰਾਹੀਂ, ਕਿਉਂਕਿ ਹਿੰਦੂ ਸਮਾਜ, ਬ੍ਰਾਹਮਣੀ ਸਮਾਜ,
ਇਹਨਾਂ ਹੀ ਨਾਵਾਂ ਨੂੰ ਸਮਝਦਾ ਸੀ। ਹੋਰ ਨਵੇਂ ਨਾਂ ਜੇ ਇੱਥੇ ਰੱਖੇ ਜਾਂਦੇ ਤਾਂ ਉਹ ਕਿਸੇ ਨੂੰ ਸਮਝ ਨਹੀਂ ਸੀ ਆਉਣੇ। ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਨੇ ਮੁਸਲਮਾਨੀ ਨਾਵਾਂ ਦੀ ਵਰਤੋਂ ਕੀਤੀ ਹੈ, ਕਿਉਂਕਿ ਉਹਨਾਂ ਦਾ ਪਿਛੋਕੜ ਇਸਲਾਮਿਕ ਸੀ। ਇਸ ਕਰਕੇ ਜੋ ਇਸਲਾਮ ਦੇ ਵਿੱਚ ਰੱਬ ਦੇ ਨਾਮ ਪ੍ਰਚਲਿਤ ਸੀ ਉਹਨਾਂ ਨੇ ਉਹ ਵਰਤ ਲਏ। ਬਹੁਤ ਸਾਰੇ ਅਜਿਹੇ ਨਾਮ ਵੀ ਨੇ ਜਿਹੜੇ ਦੋਵੇਂ ਪਾਸੇ ਵੀ ਕੁਝ ਹੱਦ ਤੱਕ ਵਰਤੇ ਜਾਂਦੇ ਨੇ। ਕਬੀਰ ਜੀ ਨੇ ਇਹੋ ਜਿਹੇ ਨਾਵਾਂ ਦੀ ਵੀ ਵਰਤੋਂ ਕੀਤੀ ਹੋਈ ਹੈ। ਹੁਣ ਇੱਕ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ, ਤੁਸੀਂ ਆਪ ਇਸ ਨੂੰ ਪੜ੍ਹ ਲਿਓ। ਇਸ ਸ਼ਬਦ ਨੂੰ ਕਈਆਂ ਥਾਵਾਂ ਤੇ ਪੁਰਾਤਨ ਬੀੜਾਂ ਦੇ ਵਿੱਚ ਸਹਿੰਸਰ ਨਾਵਾਂ ਦੇ ਨਾਮ ਥੱਲੇ ਵੀ ਲਿਖਿਆ ਹੋਇਆ ਮਿਲ ਜਾਂਦਾ ਹੈ। ਭਾਵ ਕਿ ਰੱਬ ਦੇ ਬੇਅੰਤ ਨਾਮ, ਹਜ਼ਾਰ ਨਾਮ, 100 ਨਾਮ, ਅਣਗਿਣਤ ਨਾਮ, ਇਹਦੀ ਭਾਵਨਾ ਇਹ ਲਈ ਗਈ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਸ਼ਬਦਾਰਥ ਪੋਥੀਆਂ ਜਿਹੜੀਆਂ ਲਿਖੀਆਂ ਨੇ ਉਹਦੇ ਵਿੱਚ ਬਕਾਇਦਾ ਇਹ ਹਵਾਲਾ ਦਿੱਤਾ ਹੋਇਆ। ਇਹ ਸ਼ਬਦ 1082 ਪੰਨੇ ਤੋਂ ਸ਼ੁਰੂ ਹੁੰਦਾ ਹੈ ਤੇ 1083 ਪੰਨੇ ਤੇ ਜਾ ਕੇ ਇਹ ਸਮਾਪਤ ਹੁੰਦਾ ਹੈ। ਤੇ ਇਹ ਸਾਰੇ ਹਰੀ, ਕ੍ਰਿਸ਼ਨ, ਗੋਵਰਧਨ, ਰਾਮ, ਬਰਮਾ, ਵਿਸ਼ਨੂੰ, ਮੱਛ, ਕੱਛ, ਜਿੰਨੇ ਵੀ ਹਿੰਦੂ ਸਮਾਜ ਦੇ ਵਿੱਚ ਦੇਵੀ ਦੇਵਤਿਆਂ ਦੇ ਨਾਮ ਪ੍ਰਚਲਿਤ ਸਨ ਉਹਨਾਂ ਦੀ ਵਰਤੋਂ ਕੀਤੀ ਹੈ। ਤੇ ਅੱਗੇ ਜਾ ਕੇ ਇਸਲਾਮਿਕ ਅਗਲੇ ਸ਼ਬਦ ਦੇ ਵਿੱਚ ਇਸਲਾਮਿਕ ਨਾਮਾਂ ਦੀ ਵੀ ਵਰਤੋਂ ਕੀਤੀ ਹੈ। ਉਹਨਾਂ ਦੀਆਂ ਨਮਾਜ਼ਾਂ, ਉਹਨਾਂ ਦੇ ਧਰਮ ਦੇ ਤੌਰ ਤਰੀਕੇ, ਉਹਨਾਂ ਸਾਰਿਆਂ ਰਾਹੀਂ ਵੀ ਸਮਝਾਉਣ ਦਾ ਗੁਰੂ ਅਰਜਨ ਸਾਹਿਬ ਨੇ ਉਪਰਾਲਾ ਕੀਤਾ ਹੈ। ਆਪਾਂ ਬਹੁਤੇ ਵਿਸਥਾਰ ਦੇ ਵਿੱਚ ਨਾ ਜਾਂਦੇ ਹੋਏ ਤੁਹਾਨੂੰ ਮੈਂ ਇਹ ਬੇਨਤੀ ਕਰਾਂਗਾ ਕਿ ਇਹ ਸ਼ਬਦ ਤੁਸੀਂ ਆਪ ਕਦੀ ਵਕਤ ਕੱਢ ਕੇ ਜ਼ਰੂਰ ਪੜ੍ਹਿਓ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1082 ਤੇ ਇੱਥੇ ਮੈਂ ਤੁਹਾਡੇ ਸਾਹਮਣੇ ਜੋ ਹੁਣ ਪੰਕਤੀਆਂ ਰੱਖਣ ਲੱਗਿਆ ਉਹ ਨੇ, ਕਿਰਤਮ ਨਾਮ ਕਥੇ ਤੇਰੇ ਜੀਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਇਹ ਤੇਰੀ ਕਿਰਤ ਨੂੰ ਵੇਖ ਕੇ, ਤੇਰੇ ਕੰਮਾਂ ਨੂੰ ਵੇਖ ਕੇ ਹੇ ਰੱਬ ਜੀ ਲੋਕਾਂ ਨੇ ਤੇਰੇ ਨਾਮ ਰੱਖ ਲਏ। ਕਿਰਤ ਮੈਨੇ ਕੰਮ, ਜਿਵੇਂ ਜਿਵੇਂ ਪ੍ਰਮਾਤਮਾ ਕਿਸੇ ਨੂੰ ਮਹਿਸੂਸ ਹੋਇਆ ਕਿ ਉਹ ਬਹੁਤ ਕਿਰਪਾ ਕਰਦਾ ਤਾਂ ਨਾਮ ਕਿਰਪਾਲੂ ਪੈ ਗਿਆ। ਇਸੇ ਤਰ੍ਹਾਂ ਉਹਨੂੰ ਵਾਹਿਗੁਰੂ ਕਹਿਣ ਦਾ ਵੀ ਇਹੀ ਢੰਗ ਹੈ ਕਿ ਵਾਹ ਵਾਹ ਕਮਾਲ ਹੋ ਗਈ, ਬਹੁਤ ਵਧੀਆ ਰੱਬ ਨੇ ਇਹ ਤਾਂ ਕੰਮ ਕਰ ਦਿੱਤਾ, ਵਾਹ ਮੇਰੇ ਗੁਰੂ ਵਾਹ, ਤੂੰ ਵੱਡਾ ਹੈ, ਸਭ ਮਹਾਨ ਹੈ, ਅਸੀਂ ਤੇਰੇ ਧੰਨਵਾਦੀ ਹਾਂ, ਉੱਥੇ ਵਾਹਿਗੁਰੂ ਬਣ ਗਿਆ। ਇਹ ਸਾਰੇ ਕਿਰਤਮ ਨਾਮ ਕਥੇ ਤੇਰੇ ਜੀਵਾ, ਸਾਡੀ ਜੀਵ ਨੇ, ਮਨੁੱਖ ਦੀ ਜੀਵ ਨੇ ਤੇਰੇ ਬੇਅੰਤ ਬਣਾਵਟੀ ਕਿਰਤ ਨੂੰ ਵੇਖ ਕੇ ਤੇਰੇ ਨਾਮ ਰੱਖ ਲਏ। ਪਰ ਅਸਲੀ ਤੇਰਾ ਨਾਮ ਜਦੋਂ ਹਾਲੇ ਤੂੰ ਕੋਈ ਕਿਰਤ ਕਰਦਾ ਸਾਨੂੰ ਮਹਿਸੂਸ ਨਹੀਂ ਸੀ ਹੋਇਆ, ਸਾਡੀ ਸੋਚ ਸਮਝ ਨਹੀਂ ਸੀ, ਜਿਹੜੀ ਇਹ ਕੁਦਰਤ ਕਾਇਨਾਤ ਹਲੇ ਬਣੀ ਹੀ ਨਹੀਂ ਸੀ, ਉਦੋਂ ਤੇਰਾ ਨਾਮ ਜੇ ਰੱਖੀਏ ਅਸੀਂ ਤੈਨੂੰ ਕਹਿ ਸਕਦੇ ਹਾਂ ਸਤ ਨਾਮ ਤੇਰਾ ਪਰਾ ਪੂਰਬਲਾ। ਭਾਵ ਕਿਰਤ ਤੋਂ ਵੀ ਪਹਿਲਾਂ, ਸ੍ਰਿਸ਼ਟੀ ਦੇ ਬਣਨ ਤੋਂ ਵੀ ਪਹਿਲਾਂ ਤੂੰ ਸਦਾ ਤੋਂ ਸੱਚ ਹੈ, ਤੇਰਾ ਨਿਯਮ ਸਦਾ ਤੋਂ ਅਟਲ ਚੱਲਦਾ ਆ ਰਿਹਾ ਹੈ। ਕਿਰਤਮ ਨਾਮ ਕਥੇ ਤੇਰੇ ਜੀਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਹੋ ਨਾਨਕ ਭਗਤ ਪਏ ਸ਼ਰਨਾਈ, ਦੇ ਦਰਸ ਮਨ ਰੰਗ ਲਗਾ। ਤੇਰੇ ਭਗਤ ਤੇਰੀ ਸ਼ਰਨ 'ਚ ਪਏ ਨੇ, ਤੂੰ ਸਾਡੇ ਤੇ ਮਿਹਰ ਇਸ ਤਰ੍ਹਾਂ ਹੀ ਰੱਖਦਾ ਰਵੀਂ। ਤੇਰੀ ਗਤਮਿਤ ਤੂੰ ਹੈ ਜਾਣੈ, ਅਸੀਂ ਤੇਰੇ ਬਾਰੇ ਨਹੀਂ ਜਾਣਦੇ, ਅਸੀਂ ਤੇਰੇ ਬਾਰੇ ਦੱਸ ਨਹੀਂ ਸਕਦੇ, ਤੂੰ ਆਪ ਹੀ ਜਾਣਦਾ ਹੈ ਤੂੰ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਮਹਾਨ ਹੈ, ਤੇਰਾ ਦਾਇਰਾ, ਤੇਰੀ ਸੋਚ ਸਮਝ ਕਿਹੋ ਜਿਹੀ ਹੈ, ਇਹ ਸਾਡੀ ਅਕਲ ਤੋਂ ਬਹੁਤ ਉੱਪਰ ਦੀਆਂ ਗੱਲਾਂ ਨੇ। ਤੇਰੀ ਗਤਮਿਤ ਤੂੰ ਹੈ ਜਾਣੈ, ਤੂੰ ਆਪੇ ਕਥੈ ਤੈਂ ਆਪ ਵਖਾਣੈ। ਆਪਣੇ ਆਪ ਬਾਰੇ ਤੂੰ ਆਪ ਹੀ ਸਾਨੂੰ ਦੱਸ ਸਕਦਾ ਹੈ, ਸਮਾਜ ਨੂੰ ਦੱਸ ਸਕਦਾ ਹੈ, ਜੇ ਤੂੰ ਸਰੀਰ ਧਾਰ ਕੇ ਆਵੇਂ ਤਾਂ, ਨਹੀਂ ਤਾਂ ਕਿਸੇ ਬੰਦੇ ਦੀ ਕੀ ਤਾਕਤ ਹੈ ਕਿ ਉਹ ਤੇਰੇ ਬਾਰੇ ਕੁਛ ਬਿਆਨ ਕਰ ਸਕੇ। ਤੂੰ ਆਪੇ ਕਥੈ ਤੈਂ ਆਪ ਵਖਾਣੈ, ਨਾਨਕ ਦਾਸ ਦਾਸਨ ਕੋ ਕਰਿਓ, ਹਰ ਭਾਵੈ ਦਾਸਾਂ ਰੰਗ ਲਗਾ। ਮੈਂ ਤਾਂ ਤੇਰਾ ਨਿਮਾਣਾ ਸੇਵਕਾਂ, ਸੇਵਕਾਂ ਦਾ ਵੀ ਸੇਵਕਾਂ, ਬਸ ਮੈਨੂੰ ਤੇਰਾ ਇੱਕ ਸੁੰਦਰ ਰੰਗ ਲੱਗ ਗਿਆ, ਤੇਰੀ ਬੇਅੰਤ ਕਿਰਪਾ ਮੇਰੇ ਤੇ ਹੋ ਗਈ, ਥੋੜ੍ਹੀ ਬਹੁਤ ਸਮਝ ਆ ਗਈ, ਮੈਂ ਤੇਰੇ ਨਾਮ ਦੀਆਂ, ਤੇਰੀ ਕੀਤੇ ਕੰਮਾਂ ਦੀਆਂ ਕੁਝ ਇੱਕ ਵਿਆਖਿਆਵਾਂ ਆਪਣੀ ਜ਼ਬਾਨ ਤੋਂ ਕਰ ਲੈਣਾ। ਇਹ ਤੇਰੀ ਹੀ ਕਿਰਪਾ ਹੈ ਕਿ ਮੈਂ ਜੋ ਕੁਛ ਥੋੜ੍ਹਾ ਬਹੁਤਾ ਗਿਆਨ ਹਾਸਲ ਕੀਤਾ ਹੈ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਿ ਜੋ ਕੁਛ ਹੈ ਤੂੰ ਆਪਣੇ ਆਪ ਤੋਂ ਹੈ, ਤੇਰੇ ਨਾਮ ਅਲੱਗ-ਅਲੱਗ ਨੇ, ਕਿਸੇ ਨੇ ਰਾਮ ਧਰ ਲਿਆ, ਕ੍ਰਿਸ਼ਨ ਧਰ ਲਿਆ, ਬਰਮਾ ਵਿਸ਼ਨੂੰ ਧਰ ਲਿਆ, ਅੱਲਾ ਖੁਦਾ ਧਰ ਲਿਆ, ਗੌਡ ਧਰ ਲਿਆ, ਇਸੇ ਤਰ੍ਹਾਂ ਬਹੁਤ ਸਾਰੇ ਹੋਰ ਦੇਵੀ ਦੇਵਤੇ ਸਮਾਜਾਂ ਦੇ ਵਿੱਚ ਚੱਲਦੇ ਆ ਰਹੇ ਨੇ। ਜਿਹੜੇ ਏਸ਼ੀਅਨ ਤੋਂ ਬਾਹਰ ਦੱਖਣੀ ਅਫਰੀਕਾ ਵਗੈਰਾ ਅਫਰੀਕੀ ਮੁਲਕ ਨੇ, ਉਹਨਾਂ ਦੇ ਵਿੱਚ ਤਾਂ ਅੱਜ ਤੱਕ ਜਾਨਵਰਾਂ ਨੂੰ ਵੀ ਰੱਬ ਵਾਂਗੂ, ਦੇਵਤਿਆਂ ਵਾਂਗੂ ਪੂਜਿਆ ਜਾਂਦਾ ਹੈ।
ਕਿਤੇ ਸ਼ੇਰ ਦੀ ਪੂਜਾ ਕਰਦੇ ਨੇ, ਕਿਤੇ ਮਗਰਮੱਛ ਦੀ ਪੂਜਾ ਕਰਦੇ ਨੇ। ਬਹੁਤ ਕੁਝ ਉਹਨਾਂ ਦੇ ਵਿੱਚ ਉਹੋ ਜਿਹਾ ਪ੍ਰਚਲਿਤ ਹੈ। ਜਿਹੜੀ ਚੀਜ਼ ਇੱਕ ਵਾਰੀ ਪ੍ਰਚਲਿਤ ਹੋ ਜਾਂਦੀ ਹੈ ਉਹਨੂੰ ਬਦਲਣਾ ਕਾਫੀ ਔਖਾ ਹੈ। ਤੋ ਸਾਡੇ ਵਾਸਤੇ ਰੱਬ ਹੈ ਸਤਨਾਮ ਤੇਰਾ ਭਰਾਪੂਰਬਲਾ, ਭਾਵ ਤੇਰਾ ਨਾਮ ਕੀ ਹੈ? ਸਦਾ ਸੱਚ, ਸਦਾ ਸਥਿਰ। ਸਤਨਾਮ ਹੀ ਤੇਰਾ ਅਸਲੀ ਨਾਮ ਹੈ। ਗੁਰੂ ਅਰਜਨ ਸਾਹਿਬ ਨੇ ਸਾਨੂੰ ਇਹ ਸਮਝਾਇਆ। ਬਾਕੀ ਨਾਮ ਤਾਂ ਬਹੁਤ ਪ੍ਰਚਲਿਤ ਨੇ, ਉਹਦੇ ਨਾਮਾਂ ਦੀ ਗਿਣਤੀ ਕੋਈ ਨਹੀਂ, ਪਰ ਅਸੀਂ ਉਹਨਾਂ ਦੇ ਪਿੱਛੇ ਨਹੀਂ ਜਾਣਾ, ਬਲਕਿ ਕਾਦਰ ਦੀ ਕੁਦਰਤ ਨੂੰ ਸਮਝਣਾ ਅਤੇ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਹੈ। ਨਾ ਤਾਂ ਇਹਨਾਂ ਨਾਵਾਂ ਦਾ ਰੱਟਾ ਲਾਉਣ ਦਾ ਫਾਇਦਾ ਹੈ, ਨਾ ਇਹਨਾਂ ਨੂੰ ਬਾਰ-ਬਾਰ ਜਪਣ ਦਾ ਫਾਇਦਾ ਹੈ। ਇਹਨਾਂ ਦੇ ਕਾਦਰ ਦੀ ਕੁਦਰਤ ਨੂੰ ਸਮਝ ਕੇ ਆਪਣੇ ਜੀਵਨ ਨੂੰ ਚੰਗਾ ਬਣਾਉਣ ਦਾ ਫਾਇਦਾ ਹੈ, ਸਮਾਜ ਨੂੰ ਸੋਹਣਾ ਬਣਾਉਣ ਦਾ ਫਾਇਦਾ ਹੈ। ਬਜਾਏ ਇਸ ਦੇ ਕਿ ਰੱਬ ਬਾਰੇ ਸਾਰਾ ਦਿਨ ਗੱਲਾਂ ਕਰਦੇ ਰਹੀਏ, ਉਹ ਕਿੱਥੋਂ ਜੰਮਿਆ ਸੀ, ਉਹਦਾ ਨਾਮ ਕਿਹਨੇ ਧਰਿਆ ਸੀ, ਉਹਦੀ ਉਮਰ ਕਿੰਨੀ ਲੰਮੀ ਹੈ, ਉਹ ਕਦੇ ਮਰਦਾ ਕਿ ਨਹੀਂ ਮਰਦਾ, ਇਹ ਗੱਲਾਂ ਸਾਡੀ ਪਹੁੰਚ ਤੋਂ ਬਹੁਤ ਉੱਪਰ ਨੇ। ਅਸੀਂ ਇਹਨਾਂ ਬਾਰੇ ਪੂਰਾ ਜਵਾਬ ਨਹੀਂ ਦੇ ਸਕਾਂਗੇ, ਨਾ ਕੋਈ ਸਾਨੂੰ ਹੋਰ ਇਹਨਾਂ ਗੱਲਾਂ ਬਾਰੇ ਇੰਨਾ ਜ਼ਿਆਦਾ ਦੱਸ ਸਕਦਾ। ਜਿਹੜਾ ਗੁਰਬਾਣੀ 'ਚ ਦੱਸਿਆ, ਗੁਰੂ ਸਾਹਿਬ ਨੇ ਤਾਂ ਆਪ ਹੀ ਬੇਅੰਤ ਵਾਰੀ ਕਹਿ ਦਿੱਤਾ ਕਿ ਮੈਂ ਤੇਰੇ ਨਾਮ ਬਾਰੇ, ਤੇਰੀ ਹਸਤੀ ਬਾਰੇ, ਹੇ ਰੱਬ ਜੀ, ਮੈਂ ਪੂਰੀ ਤਰ੍ਹਾਂ ਦੱਸ ਨਹੀਂ ਸਕਦਾ। ਆਖਾਂ ਜੀਵਾਂ ਬਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਮੈਂ ਸਮਝ ਲਓ ਤੇਰੇ ਨਾਮ ਨੂੰ, ਤੇਰੀ ਕੁਦਰਤ ਨੂੰ, ਤੇਰੇ ਨਿਯਮਾਂ ਨੂੰ ਯਾਦ ਰੱਖਾਂ, ਉਹਨਾਂ ਨੂੰ ਸਮਝ ਕੇ ਜੀਵਨ ਬਤੀਤ ਕਰਾਂ, ਮੈਂ ਜੀਵਤ ਰਹਿ ਸਕਦਾ। ਨਹੀਂ ਤਾਂ ਜੇ ਤੂੰ ਮੇਰੇ ਤੋਂ ਵਿਸਰ ਜਾਵੇਂ ਤਾਂ ਮੇਰੇ ਤਾਂ ਜਿਉਣਾ ਵੀ ਮੁਹਾਲ ਹੋ ਜਾਵੇ। ਸਵਾਲ ਨੰਬਰ 123, ਭਾਈ ਦਲਜੀਤ ਸਿੰਘ ਇਟਲੀ ਤੋਂ ਸਵਾਲ ਪੁੱਛਦੇ ਨੇ, ਭਗਤਾਂ ਨੇ ਚੌਂਕੜਾ ਲਾ ਕੇ ਭਗਤੀ ਕੀਤੀ ਜਾਂ ਸਾਰੇ ਕੰਮਕਾਰ ਵੀ ਉਹਨਾਂ ਨੇ ਕੀਤੇ? ਗੁਰੂ ਪਿਆਰ ਵਾਲਿਓ, ਸਾਡੇ ਭਾਰਤੀ ਸਮਾਜ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਲਗਭਗ ਸਾਰੇ ਖਿੱਤਿਆਂ ਦੇ ਵਿੱਚ ਪੁਰਾਣੇ ਸਮਿਆਂ 'ਚ ਇਸ ਤਰ੍ਹਾਂ ਚੱਲਦਾ ਆ ਰਿਹਾ ਹੈ ਅਤੇ ਭਾਰਤ ਦੇ ਵਿੱਚ ਤਾਂ ਅੱਜ ਵੀ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ। ਜਿਹੜਾ ਸਾਧ ਟੋਲਾ ਹੈ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਉੱਤਮ ਵੀ ਸਮਝਦਾ ਹੈ ਅਤੇ ਉਹਨੇ ਕੰਮ ਵੀ ਕੋਈ ਨਹੀਂ ਕਰਨਾ। ਦੂਜੇ ਸਾਰੇ ਇਨਸਾਨ ਉਹ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਨੇ, ਕਿਰਤ ਕਰਦੇ ਨੇ ਅਤੇ ਸਾਧਾਂ ਨੂੰ, ਸੰਤਾਂ ਨੂੰ ਅਤੇ ਹੋਰਨਾਂ ਮੁਖਤਖੋਰੇ ਲੋਕਾਂ ਨੂੰ ਅੰਨ ਪਾਣੀ ਵੀ ਛਕਾਉਂਦੇ ਨੇ ਅਤੇ ਫਿਰ ਵੀ ਉਹ ਨੀਵੇਂ ਸਮਝੇ ਜਾਂਦੇ ਨੇ। ਇਹ ਵਿਤਕਰਾ, ਇਹ ਦੁਰਵਿਵਹਾਰ ਸਦੀਆਂ ਤੋਂ ਇਸ ਤਰ੍ਹਾਂ ਹੁੰਦਾ ਆਇਆ ਹੈ। ਇੱਥੇ ਭਾਰਤ ਦੇ ਵਿੱਚ ਭਗਤ ਉਹਨਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਕਿ ਕੇਵਲ ਭਗਤੀ ਕਰਦੇ ਨੇ, ਹੋਰ ਕੋਈ ਕੰਮ ਨਹੀਂ ਕਰਦੇ। ਪਰ ਗੁਰੂ ਅਰਜਨ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ, ਜਿਹੜੇ ਮਹਾਂਪੁਰਖਾਂ ਨੇ ਭਗਤਾਂ ਨੂੰ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਅਤੇ ਜਿਹੜੇ ਹੋਰ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਗਈ ਹੈ, ਉਹਨਾਂ ਨੂੰ ਜਦੋਂ ਵੀ ਬਾਣੀ ਦਾ ਸਿਰਲੇਖ ਆਉਂਦਾ ਉਹਨਾਂ ਨੂੰ ਭਗਤ ਕਰਕੇ ਲਿਖਿਆ ਹੋਇਆ। ਭਗਤ ਕਬੀਰ ਜੀਓ, ਭਗਤ ਨਾਮਦੇਵ ਜੀ ਕੀ ਬਾਣੀ, ਇਸ ਤਰ੍ਹਾਂ ਦੇ ਸੰਬੋਧਨ ਸਾਨੂੰ ਮਿਲਦੇ ਨੇ। ਹੁਣ ਇੱਥੇ ਇਹ ਦੇਖਣਾ ਹੈ ਕਿ ਇਹ ਭਗਤ ਤਪੱਸਿਆ ਕਰਨ ਵਾਲੇ ਸੀ, ਮੁਕਤ ਖਾਣ ਵਾਲੇ ਸੀ, ਲੋਕਾਂ ਨੂੰ ਠੱਗਣ ਵਾਲੇ ਸੀ, ਕਿ ਕੋਈ ਚੜ੍ਹਦੀ ਕਲਾ ਦੇ, ਸਮਾਜ ਸੁਧਾਰ ਦੇ ਕੰਮ ਕਰਨ ਵਾਲੇ ਵੀ ਹੈਗੇ ਸੀ ਕਿ ਨਹੀਂ ਸੀ। ਜਦੋਂ ਇਹਨਾਂ ਦੀ ਬਾਣੀ ਨੂੰ ਪੜ੍ਹੀਏ, ਇਹ ਬ੍ਰਾਹਮਣਵਾਦ ਦੇ, ਮੁਕਤਖੋਰਿਆਂ ਦੇ ਬਖੀਏ ਉਧੇੜ ਕੇ ਰੱਖ ਦਿੰਦੇ ਨੇ। ਸਰਕਾਰਾਂ ਨੂੰ ਇਹਨਾਂ ਨੇ ਦੱਬ ਕੇ ਲਾਹਣਤਾਂ ਪਾਈਆਂ ਨੇ, ਸਮਾਜ ਸੁਧਾਰ ਦੇ ਅਨੰਤ ਕੰਮ ਕੀਤੇ ਨੇ, ਕਈ ਵਾਰੀ ਤਾਂ ਆਪਣੇ ਆਪ ਨੂੰ ਖਤਰਿਆਂ 'ਚ ਪਾਇਆ, ਸਰਕਾਰਾਂ ਨਾਲ ਟੱਕਰਾਂ ਲਈਆਂ ਨੇ। ਅਤੇ ਇਹ ਅਜੇ ਵੀ ਇਹ ਭਗਤ ਸਨ ਤਾਂ ਹੈਰਾਨੀ ਹੁੰਦੀ ਹੈ, ਇਹ ਹੋਰ ਤਰ੍ਹਾਂ ਦੇ ਭਗਤ ਸਨ ਜਿਹੋ ਜਿਹੇ ਭਾਰਤੀ ਕਲਚਰ ਦੇ ਵਿੱਚ ਪਹਿਲਾਂ ਤੋਂ ਭਗਤ ਚਲੇ ਆ ਰਹੇ ਸਨ ਅਤੇ ਅੱਜ ਵੀ ਚਲੇ ਆ ਰਹੇ ਨੇ। ਸ਼ਬਦਾਵਲੀ ਤਾਂ ਉਹੀ ਹੈ, ਪਰ ਕੰਮਕਾਰ ਉਹਨਾਂ ਭਗਤਾਂ ਦੇ ਸਾਰੇ ਗੁਰਬਾਣੀ 'ਚ ਬਦਲ ਕੇ ਰੱਖ ਦਿੱਤੇ। ਉਹਨਾਂ ਨੇ ਪ੍ਰੈਕਟੀਕਲ ਤੌਰ 'ਤੇ ਸਾਰੇ ਕੰਮ ਕੀਤੇ ਸਮੇਤ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ। ਉਹ ਭਗਤ ਤਾਂ ਵਿਆਹ ਵੀ ਨਹੀਂ ਕਰਾਉਂਦੇ ਸੀ, ਪਰਿਵਾਰ ਨੂੰ ਪਾਲਣ ਵਾਸਤੇ ਕੋਈ ਖੇਚਲ ਮਿਹਨਤ ਵੀ ਕਰਨ ਨੂੰ ਤਿਆਰ ਨਹੀਂ ਸੀ। ਅਤੇ ਜਿਹੜੇ ਗੁਰਬਾਣੀ 'ਚ ਆਏ ਭਗਤ ਨੇ ਉਹ ਸਾਰੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਗ੍ਰਸਤੀ ਇਨਸਾਨ ਸੀ, ਸੱਚ 'ਤੇ ਪਹਿਰਾ ਦੇਣ ਵਾਲੇ ਸੀ, ਕਿਰਤ ਕਰਨ ਵਾਲੇ ਸੀ ਅਤੇ ਹਿੱਕ ਤਾਣ ਕੇ ਜ਼ੁਲਮ ਦੇ ਵਿਰੁੱਧ ਅੜ ਖਲੋਣ ਵਾਲੇ ਸੀ ਅਤੇ ਪੁਜਾਰੀਆਂ ਦੇ ਛੱਕੇ ਛੁਡਾ ਦੇਣ ਵਾਲੇ ਸੀ। ਇਹ ਇਹੋ ਜਿਹੇ ਭਗਤ ਸੀ। ਤੁਸੀਂ ਕੁਝ ਪੰਕਤੀਆਂ ਸੁਣੋ ਗੁਰਬਾਣੀ 'ਚ, ਇਹ ਪੰਕਤੀਆਂ ਇਹੋ ਜਿਹੀਆਂ ਬਹੁਤ ਵਾਰੀ ਆਉਂਦੀਆਂ ਨੇ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਭਗਤਾਂ ਦੀ ਤੇ ਆਮ ਸੰਸਾਰੀ ਲੋਕਾਂ ਦਾ ਮੇਲ ਨਹੀਂ ਹੁੰਦਾ। ਇਹਦਾ ਕੀ ਭਾਵ ਹੈ? ਕਿਉਂਕਿ ਸੰਸਾਰੀ ਲੋਕ ਕੇਵਲ ਪਰਿਵਾਰ ਤੱਕ ਸੀਮਿਤ ਹੁੰਦੇ ਨੇ, ਕੁਝ ਸੁੱਖ ਸਹੂਲਤਾਂ ਵਾਸਤੇ ਸੀਮਿਤ ਹੁੰਦੇ ਨੇ।
ਜਿਹੜਾ ਸੱਚਮੁੱਚ ਅਸਲੀ ਭਗਤ ਹੁੰਦਾ ਹੈ ਉਹ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਸਮਾਜ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ, ਲੋਕਾਂ ਨੂੰ ਗਿਆਨ ਵੀ ਵੰਡਦਾ ਹੈ ਤੇ ਹੋਰ ਅਨੇਕ ਉੱਤਮ ਦਰਜੇ ਦੇ ਕਾਰਜ ਕਰਦਾ ਹੈ। ਇਸੇ ਕਰਕੇ ਕਈ ਵਾਰੀ ਸੰਸਾਰੀ ਲੋਕ ਉਹਨਾਂ ਤੋਂ ਨਾਰਾਜ਼ ਵੀ ਹੁੰਦੇ ਨੇ ਤੇ ਗੁਰੂ ਸਾਹਿਬਾਨ ਦੇ ਨਾਲ ਵੀ ਸੰਸਾਰੀ ਲੋਕ ਅਤੇ ਰਾਜਨੀਤਿਕ ਲੋਕ, ਧਾਰਮਿਕ ਲੋਕ ਉਹ ਨਾਰਾਜ਼ ਹੀ ਰਹੇ ਨੇ ਤੇ ਉਹਨਾਂ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਹੈ, ਅਸੀਂ ਇਤਿਹਾਸ ਦੇ ਵਿੱਚੋਂ ਪੜ੍ਹ ਸਕਦੇ ਹਾਂ। ਅੱਗੇ ਗੁਰਬਾਣੀ 'ਚ ਇੱਕ ਹੋਰ ਫਰਮਾਨ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਈ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਜਿਹੜਾ ਖੰਨਿਓ ਤਿੱਖੀ ਵਾਲੋਂ ਨਿੱਕੀ ਬਹੁਤ ਖਤਰਨਾਕ ਰਾਹ ਹੈ ਇਹਨਾਂ ਭਗਤਾਂ ਦਾ। ਗੁਰੂ ਸਾਹਿਬਾਨ ਨੇ ਆਨੰਦ ਬਾਣੀ ਦੇ ਵਿੱਚ ਇਹ ਪੂਰੀ ਪੌੜੀ ਲਿਖੀ ਹੋਈ ਹੈ ਕਿ ਇਹ ਭਗਤ ਹੋਰ ਤਰ੍ਹਾਂ ਦੇ ਨੇ ਜਿਹੜੇ ਕਦੇ ਲੋਭ ਲਾਲਚ ਨਹੀਂ ਆਉਂਦੇ, ਕਦੇ ਝੂਠ ਨਹੀਂ ਬੋਲਦੇ, ਕਦੇ ਡਰਪੋਕ ਨਹੀਂ ਬਣਦੇ, ਹਿੱਕ ਤਣ ਕੇ ਸੱਚ ਤੇ ਆਧਾਰਿਤ ਸਾਰੀ ਜ਼ਿੰਦਗੀ ਜਿਉਂਦੇ ਨੇ ਤੇ ਲੋਕਾਂ ਨੂੰ ਜਿਉਣ ਵਾਸਤੇ ਦਲੇਰੀ ਦਾ ਭਰਿਆ ਉਪਦੇਸ਼ ਦਿੰਦੇ ਨੇ ਤੇ ਉਹਨਾਂ ਨੂੰ ਔਖੇ ਰਾਹਾਂ ਚੋਂ ਨਿਕਲਣ ਵਾਸਤੇ ਤੌਰ ਤਰੀਕੇ ਸਮਝਾਉਂਦੇ ਨੇ। ਇਹ ਜਿਹੜਾ ਸ਼ਬਦ ਤਾਂ ਭਗਤ ਹੈ, ਪਰ ਇਹਦੇ ਅਰਥ ਸਾਨੂੰ ਇੱਕ ਨੇਕ ਇਨਸਾਨ, ਇੱਕ ਸਮਝਦਾਰ ਮਨੁੱਖ, ਇੱਕ ਬਹਾਦਰ ਮਨੁੱਖ, ਇੱਕ ਪਰਉਪਕਾਰੀ ਮਨੁੱਖ, ਉਹਨਾਂ ਦਾ ਜੀਵਨ ਸਾਡੇ ਸਨਮੁਖ ਭਗਤ ਸ਼ਬਦ ਦੇ ਰਾਹੀਂ ਆ ਜਾਣਾ ਚਾਹੀਦਾ ਹੈ। ਬਿਲੜ ਮੁਕਤਖੋਰਾ ਲੋਕਾਂ ਦੇ ਟੁਕੜਿਆਂ ਤੇ ਪਲਣ ਵਾਲਾ, ਜਿਵੇਂ ਸਿੱਖਾਂ ਦੇ ਵਿੱਚ ਅੱਜ ਸਾਧ ਸੰਤ ਬ੍ਰਹਮ ਗਿਆਨੀ ਆਦਿਕ ਪ੍ਰਵੇਸ਼ ਕਰ ਚੁੱਕੇ ਨੇ, ਉਹਨਾਂ ਨੇ ਨਾਮ ਭਾਵੇਂ ਆਪਣਾ ਭਗਤ ਨਹੀਂ ਰੱਖਿਆ, ਪਰ ਉਹ ਕਰਤੂਤਾਂ ਉਹੀਆਂ ਕਰਦੇ ਨੇ ਜਿਵੇਂ ਕਿ ਪੁਰਾਤਨ ਸਮਿਆਂ ਦੇ ਭਗਤ ਜਾਂ ਖੱਡਾਂ 'ਚ ਭੋਰਿਆਂ 'ਚ ਵੜ ਕੇ ਨਾਮ ਜਪਣ ਦਾ, ਸਿਮਰਨ ਕਰਨ ਦਾ ਢੌਂਗ ਕਰਦੇ ਸਨ। ਅੱਜ ਵੀ ਇਹ ਸਾਧ ਸੰਤ ਆਦਿਕ ਸਾਡੇ ਭੋਰਿਆਂ 'ਚ ਵੜ ਕੇ ਨਾਮ ਸਿਮਰਨ ਦਾ ਖੇਖਣ ਕਰਕੇ ਸਿੱਖਾਂ ਨੂੰ ਕੁਰਾਹੇ ਪਾ ਰਹੇ ਨੇ। ਸੋ ਭਗਤ ਸ਼ਬਦ ਗੁਰਬਾਣੀ 'ਚ ਨੇਕ ਇਨਸਾਨ ਵਾਸਤੇ ਆਇਆ ਹੈ, ਗੁਰਮੁਖ ਵੀ ਆਇਆ ਹੈ, ਸਿੱਖ ਵੀ ਆਇਆ ਹੈ, ਗੁਰਸਿੱਖ ਵੀ ਆਇਆ ਹੈ ਤੇ ਕਿਤੇ ਜਨ ਵੀ ਆਇਆ ਹੈ। ਇਹ ਸਾਰੇ ਸ਼ਬਦ ਨੇ ਜਿਹੜੇ ਤਕਰੀਬਨ ਸਮਰਥੀ ਨੇ ਚੰਗੇ ਇਨਸਾਨ ਵਾਸਤੇ, ਜਿਹੜਾ ਕਿ ਗੁਰਬਾਣੀ ਦੇ ਗਿਆਨ ਰੂਪੀ ਚਾਨਣ ਦੇ ਰਾਹੀਂ ਆਪਣੀ ਜ਼ਿੰਦਗੀ ਨੂੰ ਸੁਧਾਰਦਾ ਹੈ, ਆਪਣੇ ਪਰਿਵਾਰ ਦੀ ਸੰਭਾਲ ਕਰਦਾ ਹੈ, ਸਮਾਜ ਵਾਸਤੇ ਕਲਿਆਣਕਾਰੀ ਕਾਰਜ ਕਰਦਾ ਹੈ। ਸਵਾਲ ਨੰਬਰ 124 ਭਾਈ ਦਲਜੀਤ ਸਿੰਘ ਇਟਲੀ ਤੋਂ ਅਗਲਾ ਸਵਾਲ ਹੈ ਇਹਨਾਂ ਦਾ, ਕੇਸ ਰੱਖਣੇ ਤੇ ਪੱਗ ਬੰਨਣੀ, ਇਹਦੇ ਬਾਰੇ ਗੁਰਬਾਣੀ ਦਾ ਕੀ ਹੁਕਮ ਹੈ? ਗੁਰੂ ਪਿਆਰ ਵਾਲਿਓ, ਕੇਸ ਤਾਂ ਕੋਈ ਵੀ ਪਿਛਲੇ ਜ਼ਮਾਨਿਆਂ 'ਚ ਕਟਾਉਂਦਾ ਨਹੀਂ ਸੀ। ਇੱਥੋਂ ਤੱਕ ਯਸੂ ਮਸੀਹ ਦੇ ਵੀ ਦਾੜੀ ਕੇਸ ਸੀ, ਮੁਹੰਮਦ ਸਾਹਿਬ ਦੇ ਵੀ ਦਾੜੀ ਕੇਸ ਸੀ। ਪੁਰਾਤਨ ਸਮਿਆਂ 'ਚ ਸਾਰੇ ਲੋਕ ਹੀ ਦਾੜੀ ਕੇਸ ਰੱਖਦੇ ਸੀ ਤੇ ਜਦੋਂ ਜੈਨ ਧਰਮ ਵਾਲਿਆਂ ਨੇ ਦਾੜੀ ਕੇਸਾਂ ਦਾ ਵਿਰੋਧ ਕੀਤਾ, ਇਹਨਾਂ ਨੂੰ ਚੰਗੇ ਨਾ ਲੱਗੇ, ਉਦੋਂ ਕੱਟਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ, ਸਗੋਂ ਜੈਨੀਆਂ ਨੇ ਜੜ੍ਹਾਂ 'ਚੋਂ ਕੇਸ ਪੁੱਟਣ ਦਾ ਹੁਕਮ ਕਰ ਦਿੱਤਾ ਕਿ ਜਿਹਨੇ ਜੈਨੀ ਬਣਨਾ ਹੈ, ਖਾਸ ਕਰਕੇ ਜੈਨੀ ਪ੍ਰਚਾਰਕ, ਤੇ ਉਹਨਾਂ ਨੂੰ ਜੜ੍ਹਾਂ ਤੋਂ ਆਪਣੇ ਕੇਸ ਪਟਵਾਉਣੇ ਪੈਣਗੇ ਤੇ ਉਹ ਅੱਜ ਤੱਕ ਆਪਣੇ ਕੇਸ ਪੁਟਾਉਂਦੇ ਨੇ, ਕਿਉਂਕਿ ਕੱਟਣ ਦਾ ਉਹਨਾਂ ਜ਼ਮਾਨਿਆਂ 'ਚ ਹਾਲੇ ਕੋਈ ਕਾਢ ਹੀ ਨਹੀਂ ਨਿਕਲੀ ਸੀ। ਅੱਜ ਵਰਗੇ ਜੋ ਸ਼ਸਤਰ ਨੇ, ਕੈਂਚੀਆਂ, ਉਸਤਰੇ ਨੇ ਉਦੋਂ ਬਣੇ ਹੀ ਨਹੀਂ ਸੀ ਤੇ ਉਹਨਾਂ ਨੇ ਜੜ੍ਹਾਂ ਤੋਂ ਪੁੱਟਣ ਦਾ ਹੁਕਮ ਦੇ ਦਿੱਤਾ। ਬਾਕੀ ਬ੍ਰਾਹਮਣ ਵੀ, ਪੁਜਾਰੀ ਵੀ ਅਤੇ ਹੋਰ ਸਾਰੇ ਮਰਦ, ਇਨਸਾਨ, ਔਰਤਾਂ ਸਾਰੇ ਦੇ ਸਾਰੇ ਕੇਸ ਰੱਖਦੇ ਸੀ ਤੇ ਆਦਮੀ ਦੇ ਦਾੜੀ ਵੀ ਆਉਂਦੀ ਹੈ ਤੇ ਉਹ ਦਾੜੀ ਦੀ ਸੰਭਾਲ ਕਰਦੇ ਸੀ। ਤੇ ਕਈ ਲੋਕ ਇਹਦੇ ਵਿੱਚ ਵਿਗਾੜ ਵੀ ਪਾਉਂਦੇ ਸੀ, ਜਿਵੇਂ ਸਿਰ ਦੇ ਵਾਲਾਂ ਵਿੱਚ ਜੋਗੀ ਲੋਕ ਸੁਆਹ, ਮਿੱਟੀ ਘੱਟਾ, ਰੇਤਾ ਪਾਉਂਦੇ ਸੀ, ਆਪਣੀਆਂ ਹੁਲੀਆ ਵਿਗਾੜ ਲੈਂਦੇ ਸੀ। ਇਹ ਬਹੁਤ ਕੁਝ ਕੇਸਾਂ ਨੂੰ ਉਹ ਇਸ ਤਰ੍ਹਾਂ ਵਰਤਦੇ ਸੀ ਜਿਵੇਂ ਕੇਸਾਂ ਦੇ ਰਾਹੀਂ ਸਾਡਾ ਧਰਮ ਪ੍ਰਗਟ ਹੋਵੇਗਾ, ਸਾਡੀ ਪਛਾਣ ਪ੍ਰਗਟ ਹੋਵੇਗੀ, ਅਸੀਂ ਇਹਨੂੰ ਚਿੰਨ੍ਹ ਦੇ ਤੌਰ ਤੇ ਵਰਤਾਂਗੇ। ਆਪੋ ਆਪਣੇ ਕਾਫਲੇ, ਆਪੋ ਆਪਣੇ ਡੇਰੇ, ਉਹਨਾਂ ਨੇ ਉਹ ਨਿਸ਼ਾਨੀਆਂ, ਉਹ ਚਿੰਨ੍ਹ ਕੇਸਾਂ ਦੇ ਰਾਹੀਂ ਪ੍ਰਗਟ ਕਰਨ ਦਾ ਅੱਗੇ ਢੰਗ ਸੀ, ਕਿਉਂਕਿ ਅੱਗੇ ਕੱਪੜੇ ਵਗੈਰਾ ਤਾਂ ਅੱਜ ਵਾਂਗੂ ਹਾਲੇ ਚਾਲੂ ਨਹੀਂ ਹੋਏ ਸੀ। ਸਮਾਜ ਦੇ ਵਿੱਚ ਕੱਪੜੇ ਬਣਾਉਣ ਵਾਸਤੇ ਕੋਈ ਪ੍ਰਬੰਧ ਅਜੇ ਨਹੀਂ ਹੋਇਆ ਸੀ ਤੇ ਉਦੋਂ ਫਿਰ ਇੱਥੇ ਭਾਰਤ ਦੇ ਵਿੱਚ ਮੱਥੇ 'ਚ ਕਈ ਤਰ੍ਹਾਂ ਦੇ ਤਿਲਕ ਲਾਉਣੇ, ਸਰੀਰ ਦੇ ਉੱਤੇ ਤਿਲਕ ਲਾਉਣੇ, ਗਲ ਦੇ ਵਿੱਚ ਕੋਈ ਹੱਡੀਆਂ ਦੀ ਮਾਲਾ ਪਾ ਲੈਣੀ, ਸਿਰ ਦੇ ਉੱਤੇ ਕੋਈ ਖੰਭ ਲਾ ਲੈਣੇ, ਆਪਣੇ ਆਪ ਦੀ ਵੱਖਰੀ ਪਛਾਣ ਬਣਾਉਣ ਦਾ ਇੱਕ ਲੋਕਾਂ ਦਾ ਇਹ ਪ੍ਰਚਲਿਤ ਢੰਗ ਸੀ ਉਹਨਾਂ ਜ਼ਮਾਨਿਆਂ 'ਚ। ਤਾਂ ਹੁਣ ਦੇਖਣਾ ਇਹ ਹੈ ਕਿ ਗੁਰਬਾਣੀ ਇਹਦੇ ਬਾਰੇ ਕੀ ਕਹਿੰਦੀ ਹੈ।
क्योंकि गुरबाणी के जमाने च भी ਜਿਹੜਾ ਬੰਦਾ ਕੇਸ ਰੱਖਦਾ ਹੈ ਉਹਦੇ ਵਾਸਤੇ ਆਮ ਇਹ ਗੱਲ ਸੀ ਕਿ ਕੇਸ ਤਾਂ ਰੱਖਣੇ ਹੀ ਰੱਖਣੇ ਨੇ, ਕੱਟਣ ਦਾ ਤਾਂ ਮਸਲਾ ਹੀ ਕੋਈ ਨਹੀਂ ਸੀ। ਪਰ ਗੁਰਬਾਣੀ 'ਚ ਇਹ ਵੀ ਲਿਖਿਆ ਕਿ ਕਿਸੇ ਧਰਮ ਦੇ ਚਿੰਨ੍ਹ ਨੂੰ, ਕਿਸੇ ਧਰਮ ਦੀ ਪਰੰਪਰਾ ਨੂੰ ਨਿਭਾਉਣ ਵਾਸਤੇ ਕੇਸ ਕਟਾਉਣੇ ਕੋਈ ਜ਼ਰੂਰੀ ਨਹੀਂ। ਕੇਸ ਕਟਾਉਣ ਨਾਲ ਤੁਸੀਂ ਧਰਮੀ ਨਹੀਂ ਬਣਨਾ ਅਤੇ ਕੇਸ ਰੱਖਣ ਦੇ ਨਾਲ ਵੀ ਤੁਸੀਂ ਧਰਮੀ ਨਹੀਂ ਬਣਨਾ। ਗੁਰਬਾਣੀ 'ਚ ਪੰਕਤੀ ਹੈ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹੇ ਭਾਈ, ਆਪਣੇ ਮਨ ਤੋਂ ਤੂੰ ਵਿਕਾਰ ਤਾਂ ਖਤਮ ਨਹੀਂ ਕੀਤੇ ਤੇ ਸਿਰ ਮੁਨਾ ਕੇ ਬਹਿ ਗਿਆ। ਕਿਉਂਕਿ ਜਿਹੜੇ ਲੋਕ ਕੇਸ ਮੁਨਾ ਕੇ ਇਹ ਸਮਝਦੇ ਸੀ ਕਿ ਅਸੀਂ ਹੁਣ ਧਰਮੀ ਬਣ ਗਏ, ਕਬੀਰ ਜੀ ਕਹਿੰਦੇ ਨੇ ਕਿ ਉਹ ਕੇਸ ਮੁਨਾ ਕੇ ਧਰਮੀ ਨਹੀਂ ਬਣੇ, ਬਲਕਿ ਉਹਨਾਂ ਨੂੰ ਆਪਣਾ ਮਨ ਮੁੰਨਣਾ ਚਾਹੀਦਾ ਸੀ। ਦਿਮਾਗ ਦੇ ਉੱਤੋਂ ਜਿਹੜੇ ਵਿਕਾਰ ਨੇ ਉਹ ਖਤਮ ਕਰਨੇ ਚਾਹੀਦੇ ਸੀ। ਇਸੇ ਤਰ੍ਹਾਂ ਕਬੀਰ ਜੀ ਨੇ ਇਹ ਸਾਨੂੰ ਜਿਹੜਾ ਉਦਾਹਰਣ ਦੇ ਕੇ ਸਮਝਾਇਆ ਹੈ। ਕਬੀਰ ਪ੍ਰੀਤ ਇੱਕ ਸਿਉ ਕੀਏ, ਹੇ ਕਬੀਰ, ਇੱਕ ਪ੍ਰਭੂ ਪਰਮਾਤਮਾ ਨਾਲ, ਸਾਰੀ ਖਲਕਤ ਨਾਲ ਤੂੰ ਪਿਆਰ ਕਰ, ਚੰਗਾ ਇਨਸਾਨ ਬਣ। ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਦਾ ਜਾਏ, ਤੇਰੇ ਅੰਦਰੋਂ ਦੋ ਚਿੱਤਾਪਣ ਸਾਰਾ ਖਤਮ ਹੋ ਜਾਵੇ। ਜਦੋਂ ਤੇਰੇ ਅੰਦਰੋਂ ਦੁਚਿੱਤਾਪਣ, ਵਿਕਾਰ, ਬੁਰਾਈਆਂ ਖਤਮ ਹੋ ਗਈਆਂ, ਤੂੰ ਚੰਗਾ ਇਨਸਾਨ ਗੁਨਾਹ ਕਰਕੇ ਬਣ ਗਿਆ, ਫਿਰ ਕੀ ਹੋਵੇਗਾ? ਤੂੰ ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੰਡਾਏ, ਤੂੰ ਜਿਵੇਂ ਵੀ ਮਰਜ਼ੀ ਕਰ, ਕੇਸ ਰੱਖ ਚਾਹੇ ਨਾ ਰੱਖ, ਪਰ ਤੂੰ ਚੰਗਾ ਇਨਸਾਨ ਜ਼ਰੂਰ ਬਣ। ਇਹ ਉਪਦੇਸ਼ ਹੈ ਗੁਰਬਾਣੀ ਦਾ। ਹੁਣ ਇੱਥੇ ਅਸੀਂ ਅੱਜ ਕੇਸਾਂ 'ਤੇ ਤਾਂ ਸਿੱਖ ਸਮਾਜ ਨੇ ਬਹੁਤ ਜ਼ੋਰ ਦਿੱਤਾ, ਹਾਲਾਂਕਿ ਇੰਨਾ ਜ਼ੋਰ ਦੇਣ ਦੇ ਬਾਵਜੂਦ ਵੀ ਬਹੁਤੇ ਨੌਜਵਾਨ ਕੇਸ ਨਹੀਂ ਰੱਖ ਰਹੇ, ਕਿਉਂਕਿ ਠੀਕ ਵਿਆਖਿਆ ਹੋ ਹੀ ਨਹੀਂ ਸਕੀ। ਕੇਸਾਂ ਦੇ ਤਾਂ ਭਾਸ਼ਣ ਬਹੁਤ ਸਟੇਜਾਂ 'ਤੇ ਆਉਂਦੇ ਨੇ, ਪਰ ਚੰਗੇ ਇਨਸਾਨ ਬਣਾਉਣ ਵਾਸਤੇ ਨੌਜਵਾਨਾਂ ਨੂੰ ਕੋਈ ਸੇਧ ਨਹੀਂ ਦਿੱਤੀ ਜਾ ਰਹੀ। ਇਸੇ ਤਰ੍ਹਾਂ ਦਸਤਾਰ ਬਾਰੇ ਮੈਂ ਇੱਕ ਪੂਰਾ ਅੱਧੇ ਘੰਟੇ ਦਾ ਐਪੀਸੋਡ ਤਿਆਰ ਕਰਕੇ ਕਲਿੱਪ ਮੈਂ ਇੱਥੇ ਪਾ ਚੁੱਕਿਆ ਹਾਂ ਅਤੇ ਤੁਹਾਡੇ ਸਾਹਮਣੇ ਛੇਤੀ ਆ ਜਾਵੇਗਾ। ਹੁਣ ਇੱਥੇ ਦਸਤਾਰ ਵੀ ਸਾਰੇ ਲੋਕ ਸਿਰ ਢੱਕਣ ਵਾਸਤੇ ਕੋਈ ਨਾ ਕੋਈ ਤਰੀਕਾ ਪ੍ਰਚਲਿਤ ਸੀ। ਦਸਤਾਰ ਸਾਰੇ ਸਜਾਉਂਦੇ ਸੀ, ਉਹਦਾ ਢੰਗ ਤਰੀਕਾ ਬੰਨ੍ਹਣ ਦਾ ਅਲੱਗ-ਅਲੱਗ ਹੋ ਸਕਦਾ। ਕੋਈ ਟੋਪੀ ਲੈਣ ਲੱਗ ਪਿਆ, ਕੋਈ ਮੜਾਸਾ ਜਿਹਾ ਮਾਰਨ ਲੱਗ ਪਿਆ। ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ, ਚਾਹੇ ਰਾਜਸਥਾਨ ਹੈ, ਮੱਧ ਪ੍ਰਦੇਸ਼ ਹੈ, ਖਾਸ ਕਰਕੇ ਵਿਆਹ ਸ਼ਾਦੀ ਦੇ ਟਾਈਮ 'ਤੇ ਤਾਂ ਆਮ ਤੌਰ 'ਤੇ ਨੌਜਵਾਨ ਦਸਤਾਰਾਂ ਬੰਨ੍ਹਦੇ ਨੇ। ਇਹ ਇੱਜ਼ਤ ਦਾ ਪ੍ਰਤੀਕ ਵੀ ਦਸਤਾਰ ਬਣ ਗਈ ਹੈ। ਗੁਰਬਾਣੀ 'ਚ ਇਹੋ ਜਿਹੀਆਂ ਪੰਕਤੀਆਂ ਵੀ ਮਿਲਦੀਆਂ ਨੇ ਕਿ ਜੇ ਤੁਸੀਂ ਦਸਤਾਰ ਤਾਂ ਸਜਾ ਲਈ, ਪਰ ਤੁਸੀਂ ਚੰਗੇ ਇਨਸਾਨ ਨਹੀਂ ਬਣੇ, ਬੁਰੇ ਕੰਮ ਉਸੇ ਤਰ੍ਹਾਂ ਹੀ ਕਰ ਰਹੇ ਹੋ, ਫਿਰ ਤੁਹਾਡੀ ਦਸਤਾਰ ਸਜਾਉਣ ਦਾ ਕੋਈ ਫਾਇਦਾ ਨਹੀਂ ਹੈ। ਟੇਢੀ ਪਾਗ ਟੇਢੇ ਚਲੇ, ਲਾਗੇ ਬੀਰੇ ਖਾਨ, ਭਾਉ ਭਗਤ ਸਿਉ ਕਾਜ ਨ ਕਛੂਐ, ਮੇਰੋ ਕਾਮ ਦੀਵਾਨ। ਕਬੀਰ ਜੀ ਕਹਿੰਦੇ ਨੇ ਤੁਸੀਂ ਪੱਗ ਤੇ ਬੰਨ੍ਹ ਲਈ, ਪਰ ਤੁਹਾਡਾ ਟੇਢਾਪਣ ਖਤਮ ਨਹੀਂ ਹੋਇਆ। ਤੁਸੀਂ ਪੱਗ ਵੀ ਇਸ ਢੰਗ ਦੀ ਬੰਨ੍ਹਦੇ ਹੋ ਕਿ ਲੋਕਾਂ 'ਤੇ ਰੋਹ ਪਾ ਸਕੀਏ ਕਿ ਮੈਂ ਕੋਈ ਵੱਡਾ ਸਰਦਾਰ ਹਾਂ, ਮੈਂ ਕੋਈ ਅਮੀਰ ਇਨਸਾਨ ਹਾਂ, ਮੈਂ ਕਿਸੇ ਵੱਡੇ ਅਹੁਦੇ 'ਤੇ ਲੱਗਿਆ ਹੋਇਆ, ਤਾਂ ਕਿ ਦੇਖ ਕੇ ਮੈਨੂੰ ਲੋਕੀ ਦਬਾਅ ਮੰਨਣ ਮੇਰਾ। ਕਬੀਰ ਜੀ ਕਹਿੰਦੇ ਨੇ ਉਹ ਭਲਿਆ ਮਾਨਸਾ, ਇੱਦਾਂ ਨਹੀਂ ਕਰੀਦਾ ਹੁੰਦਾ, ਤੂੰ ਨਿਮਰਤਾ ਦੇ ਵਿੱਚ ਰਹਿ, ਤੂੰ ਗੁਣਵਾਨ ਬਣ, ਤੂੰ ਦਸਤਾਰ ਸਜਾ ਲਈ ਬੇਸ਼ੱਕ, ਪਰ ਨਿਮਰਤਾ ਦੇ ਵਿੱਚ ਵੀ ਰਿਹਾ ਕਰ, ਪਰਉਪਕਾਰੀ ਇਨਸਾਨ ਬਣ। ਤਾਂ ਇਸੇ ਤਰ੍ਹਾਂ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਦੇ ਵਿੱਚ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਵਾਸਤੇ ਨੇ। ਤੁਸੀਂ ਦਸਤਾਰ ਸਜਾਓ, ਬਹੁਤ ਖੁਸ਼ੀ ਦੀ ਗੱਲ ਹੈ, ਪਰ ਦਸਤਾਰ ਦੀ ਜੋ ਮਹੱਤਤਾ ਗੱਲੀਂ ਬਾਤੀਂ ਦਰਸਾਈ ਜਾਂਦੀ ਹੈ, ਉਹਨੂੰ ਕਾਇਮ ਰੱਖਣ ਵਾਸਤੇ ਤੁਹਾਨੂੰ ਚੰਗੇ ਇਨਸਾਨ ਬਣਨਾ ਪਵੇਗਾ, ਅੰਦਰ ਗੁਣ ਧਾਰਨ ਕਰਨੇ ਪੈਣਗੇ, ਨਹੀਂ ਤਾਂ ਇਹੋ ਹੀ ਦਸਤਾਰ ਦੂਜਿਆਂ ਦੇ ਪੈਰਾਂ 'ਚ ਰੁਲਦੀ ਹੈ। ਫਿਰ ਲੋਕੀ ਇਹੀ ਕਹਿੰਦੇ ਨੇ ਕਿ ਤੈਨੂੰ ਇੰਨੀ ਕੀ ਅਕਲ ਹੈ, ਤੂੰ ਆ ਪੱਗੜ ਕਾਹਦੇ ਵਾਸਤੇ ਬੰਨ੍ਹਿਆ, ਸ਼ਰਮ ਨਹੀਂ ਤੈਨੂੰ ਆਉਂਦੀ, ਤੂੰ ਦਸਤਾਰ ਦੀ ਲਾਜ ਰੱਖ ਲੈਂਦਾ। ਇਹ ਸਾਡੇ ਦਸਤਾਰਾਂ ਸਜਾਉਣ ਵਾਲੇ, ਸਿੱਖ ਅਖਵਾਉਣ ਵਾਲੇ ਕਿੰਨੇ ਦੁਸ਼ਟ ਕਰਮ ਕਰ ਰਹੇ ਨੇ, ਪੰਜਾਬ ਦੇ ਵਿੱਚ ਵੀ, ਪੰਜਾਬ ਤੋਂ ਬਾਹਰ ਵੀ, ਉਹ ਅਣਗਿਣਤ ਨੇ। ਮੈਂ ਆਪਣੇ ਇਹਨਾਂ ਕਲਿੱਪਾਂ ਦੇ ਵਿੱਚ ਬਹੁਤ ਵਾਰੀ ਇਹਦਾ ਵਿਸਤਾਰ ਕਰ ਚੁੱਕਿਆ। ਗੁਰਬਾਣੀ ਨੇ ਇਕੱਲੀ ਦਸਤਾਰ ਨੂੰ ਜਾਂ ਇਕੱਲੇ ਕੇਸਾਂ ਨੂੰ ਧਰਮ ਦਾ ਅੰਗ ਨਹੀਂ ਮੰਨਿਆ, ਬਲਕਿ ਉਹਨਾਂ ਨੇ ਗੁਣਵਾਨ ਇਨਸਾਨ ਨੂੰ ਧਰਮੀ ਮੰਨਿਆ। ਇਹ ਤਾਂ ਬਾਹਰੀ ਚਿੰਨ੍ਹ ਨੇ। ਦਸਤਾਰ ਤੋਂ ਬੰਦੇ ਦੀ ਇਹ ਪਛਾਣ ਆ ਸਕਦੀ ਹੈ ਕਿ ਇਹ ਸਿੱਖ ਹੈ, ਇਹ ਪੰਜਾਬ ਤੋਂ ਰਹਿਣ ਵਾਲਾ ਹੈ, ਇਹ ਫਲਾਣੇ ਕਲਚਰ ਦਾ ਹੈ। ਮੁਸਲਮਾਨੀ ਢੰਗ ਦੀ ਬੰਨੀ ਦਸਤਾਰ ਉਹਨੂੰ ਮੁਸਲਮਾਨ ਹੋਣ ਦੀ ਪਛਾਣ ਕਰਵਾ ਦਿੰਦੀ ਹੈ। ਮੁਸਲਮਾਨਾਂ ਦੀ ਦਾੜੀ ਆਦਿਕ ਮੁੱਛਾਂ ਦਾ ਕੱਟ ਉਹਨਾਂ ਨੂੰ ਮੁਸਲਮਾਨੀ
ਜਿਹੜਾ ਧਰਮ ਦਾ ਇੱਕ ਹਿੱਸਾ ਉਹ ਪ੍ਰਗਟ ਕਰਨ ਦਾ ਚਿੰਨ੍ਹ ਬਣ ਕੇ ਪ੍ਰਗਟ ਹੋ ਗਿਆ। ਇਸੇ ਤਰ੍ਹਾਂ ਬਾਕੀ ਧਰਮਾਂ ਦੇ ਆਪੋ ਆਪਣੇ ਚਿੰਨ੍ਹ ਨੇ, ਪਛਾਣ ਹੈ। ਪਰ ਅੱਜ ਅਸੀਂ ਚੰਗੇ ਗੁਣਵਾਨ ਇਨਸਾਨ ਬਣਨ ਵਾਸਤੇ ਯਤਨ ਕਰਨਾ ਹੈ। ਉਹ ਚਿੰਨ੍ਹਾਂ ਦਾ ਜ਼ਮਾਨਾ ਅੱਜ ਨਹੀਂ ਰਿਹਾ। ਅੱਜ ਚੰਗੇ ਗੁਣਵਾਨ ਇਨਸਾਨ ਬਣਨ ਦਾ ਜ਼ਮਾਨਾ ਹੈ। ਦੁਨੀਆ ਅੱਗੇ ਤੋਂ ਅੱਗੇ ਵਿਕਾਸ ਕਰ ਰਹੀ ਹੈ। ਸਿੱਖ ਭੈਣ ਭਾਈਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਇਹੋ ਜਿਹਾ ਵਧੀਆ ਉੱਤਮ ਦਰਜੇ ਦਾ ਪ੍ਰਚਾਰ ਸਾਡੇ ਨੌਜਵਾਨਾਂ ਤੱਕ, ਬੱਚੇ ਬੱਚੀਆਂ ਤੱਕ ਪਹੁੰਚਾਉਣ, ਤਾਂ ਕਿ ਉਹ ਗੁਣਵਾਨ ਇਨਸਾਨ ਬਣ ਕੇ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਉਣ ਅਤੇ ਆਪਣਾ ਜਿਹੜਾ ਉਹ ਪੱਖ ਹੈ ਉਹ ਸਾਹਮਣੇ ਰੱਖਣ। ਸਵਾਲ ਨੰਬਰ 125 ਭਾਈ ਦਲਜੀਤ ਸਿੰਘ ਇਟਲੀ, ਇਹਨਾਂ ਨੇ ਗੋਲਕ ਬਾਰੇ ਪੁੱਛਿਆ ਕਿ ਗੋਲਕ ਦੀ ਕੀ ਮਹੱਤਤਾ ਹੈ। ਗੁਰੂ ਪਿਆਰ ਵਾਲਿਓ, ਜਰਾ ਕੁ ਧਿਆਨ ਦਿਓ। ਉਹ ਜ਼ਮਾਨਾ ਸੀ ਜਦੋਂ ਗੁਰੂ ਸਾਹਿਬ ਕੋਲੇ ਲੋਕੀ ਆਪਣੀ ਕਿਰਤ ਕਮਾਈ, ਜੇ ਕੋਈ ਦਸਵੰਧ ਜਾਂ ਵੱਧ ਘੱਟ ਹਿੱਸਾ ਆਪਣੀ ਕਮਾਈ ਦਾ ਲੈ ਕੇ ਆਉਂਦੇ ਸੀ, ਤਾਂ ਉਹ ਅੱਜ ਵਾਂਗੂ ਰੁਪਏ, ਪੈਸੇ, ਚੈੱਕ ਵਗੈਰਾ ਨਹੀਂ ਹੁੰਦੇ ਸੀ, ਨਾ ਹੀ ਕੋਈ ਗੋਲਕਾਂ ਹੁੰਦੀਆਂ ਸੀ। ਜਿਹੜੇ ਸਾਡੇ ਪੁਰਾਤਨ ਦਾਦਾ ਢੰਡੋਰਾ ਪਿੱਟਦੇ ਨੇ, ਉਹ ਇੱਕ ਗੱਲ ਵੀ ਜੇ ਸਾਹਮਣੇ ਦੇਖ ਲੈਣ ਤਾਂ ਅੱਜ ਤੱਕ ਸ਼ੁਕਰ ਹੈ ਕਿ ਉਹਨਾਂ ਨੇ ਇਉਂ ਕੀਤਾ ਹੋਇਆ। ਵੈਸੇ ਦਰਬਾਰ ਸਾਹਿਬ ਦੇ ਵਿੱਚ ਹੋਰ ਬੇਅੰਤ ਗਲਤੀਆਂ ਵੀ ਹੁੰਦੀਆਂ ਨੇ ਅੰਮ੍ਰਿਤਸਰ ਵਿਖੇ, ਪਰ ਉਹਨਾਂ ਨੇ ਉੱਥੇ ਜਿੱਥੇ ਮੁੱਖ ਧਰਮ ਸਥਾਨ ਬਣਿਆ ਹੋਇਆ ਹੈ, ਜਿਹਨੂੰ ਕਿ ਕਹਿੰਦੇ ਨੇ ਉਹ ਗੁਰੂ ਅਰਜਨ ਸਾਹਿਬ ਨੇ ਜਾਂ ਗੁਰੂ ਰਾਮਦਾਸ ਸਾਹਿਬ ਨੇ ਬਣਾਇਆ ਸੀ, ਜਿੱਥੇ ਰੋਜ਼ਾਨਾ ਲਗਾਤਾਰ ਲੰਮੇ ਸਮੇਂ ਤੱਕ ਕੀਰਤਨ ਹੁੰਦਾ ਹੈ, ਉੱਥੇ ਗੋਲਕ ਨਹੀਂ ਰੱਖੀ ਹੋਈ। ਲੋਕਾਂ ਨੇ ਜਿਹੜੇ ਆਪਣੇ ਮਨ ਦੇ ਵਿੱਚ ਧਾਰਨਾਵਾਂ ਬਣੀਆਂ ਹੁੰਦੀਆਂ ਨੇ, ਉਹ ਇਸੇ ਤਰ੍ਹਾਂ ਪੈਸੇ ਉੱਥੇ ਰੱਖ ਕੇ ਚਲੇ ਜਾਂਦੇ ਨੇ। ਅਤੇ ਪੁਜਾਰੀ ਭਾਵੇਂ ਬਾਅਦ ਦੇ ਵਿੱਚ ਚੁੱਕ ਕੇ ਕਿਸੇ ਟਰੰਕ 'ਚ, ਗੋਲਕ 'ਚ, ਕਿਸੇ ਵੱਡੇ ਸੰਦੂਕ 'ਚ ਉਹ ਪੈਸੇ ਬੇਸ਼ੱਕ ਪਾ ਦੇਣ, ਪਰ ਉੱਥੇ ਗੋਲਕ ਨਹੀਂ ਹੈ, ਨੰਬਰ 1। ਦੂਜਾ, ਉੱਥੇ ਜਿਹੜੇ ਕੀਰਤਨੀ ਜਥਾ ਹੈ ਉਹ ਉੱਚੇ ਥਾਂ 'ਤੇ ਨਹੀਂ ਬੈਠਦਾ, ਅਤੇ ਗ੍ਰੰਥੀ ਸਿੰਘ ਵੀ ਉੱਚੇ ਥਾਂ 'ਤੇ ਨਹੀਂ ਬੈਠਦਾ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਉੱਚੇ ਥਾਂ 'ਤੇ ਨਹੀਂ ਹੈ। ਪੰਜਵੇਂ ਪਾਤਸ਼ਾਹ ਦੇ ਟਾਈਮ 'ਤੇ ਜਿਵੇਂ ਪਰੰਪਰਾ ਸੀ ਕਿ ਸਾਰਿਆਂ ਨੇ ਬਰਾਬਰ ਇਕਸਾਰਤਾ ਨਾਲ ਬੈਠਣਾ, ਉਹ ਇੱਕ ਗੱਲ ਇਹਨਾਂ ਨੇ ਅੱਜ ਤੱਕ ਉੱਥੇ ਸਾਂਭ ਕੇ ਰੱਖੀ ਹੋਈ ਹੈ। ਇਹ ਹੈ ਬਹੁਤ ਚੰਗੀ ਗੱਲ ਕਿ ਬਰਾਬਰਤਾ ਦੀ ਭਾਵਨਾ ਉੱਥੇ ਸੀ, ਪਰ ਉਹ ਕੇਵਲ ਇੱਕ ਪਰੰਪਰਾ ਦੇ ਤੌਰ 'ਤੇ ਮਨਾ ਰਹੇ ਨੇ। ਉਸ ਗੱਲ ਨੂੰ ਸਾਰੇ ਸਿੱਖ ਸਮਾਜ ਦੇ ਵਿੱਚ ਲਾਗੂ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉੱਥੇ ਦਰਬਾਰ ਸਾਹਿਬ ਵਿੱਚ ਗੋਲਕ ਨਹੀਂ ਹੈ ਤਾਂ ਬਾਕੀ ਗੁਰਦੁਆਰਿਆਂ 'ਚ ਗੋਲਕਾਂ ਕਿਉਂ ਆ ਗਈਆਂ? ਉੱਥੇ ਜੇ ਗੁਰੂ ਗ੍ਰੰਥ ਸਾਹਿਬ ਉੱਚੇ ਥਾਂ 'ਤੇ ਨਹੀਂ ਹੈ ਤਾਂ ਬਾਕੀ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਉੱਚੇ ਥਾਂ 'ਤੇ ਕਿਉਂ ਆ ਗਿਆ? ਬਲਕਿ ਬਹੁਤ ਥਾਵਾਂ 'ਤੇ ਤਾਂ ਸ਼ੀਸ਼ੇ ਦਾ ਕਮਰਾ ਜਿਹਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕੈਦਖਾਨੇ ਜਿਹੇ ਵਿੱਚ ਬੰਦ ਕਰਕੇ ਬਿਠਾ ਦਿੱਤਾ ਹੈ। ਇਹੋ ਜਿਹੇ ਗੁਰਦੁਆਰੇ ਵੀ ਬਣੇ ਹੋਏ ਨੇ। ਇੱਕ ਛੋਟਾ ਜਿਹਾ ਵੱਖਰਾ ਜਿਹਾ ਕਮਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਹਦੇ ਵਿੱਚ ਬੰਦ ਕਰ ਦਿੱਤਾ ਹੈ। ਲੋਕੀ ਸ਼ੀਸ਼ੇ ਦੇ ਰਾਹੀਂ ਮੱਥਾ ਟੇਕਣ, ਪੈਸੇ ਗੋਲਕ 'ਚ ਪਾ ਦੇਣ, ਪਰ ਗੁਰੂ ਗ੍ਰੰਥ ਸਾਹਿਬ ਬਾਹਰ ਸਾਹਮਣੇ ਨਹੀਂ ਹੈ। ਇਸੇ ਤਰ੍ਹਾਂ ਕੀਰਤਨੀ ਸਿੰਘਾਂ ਵਾਸਤੇ, ਕਥਾਵਾਚਕਾਂ ਵਾਸਤੇ ਉੱਚੀਆਂ ਸਟੇਜਾਂ ਬਣਾਈਆਂ ਹੁੰਦੀਆਂ ਨੇ, ਉਹ ਵੀ ਪਰੰਪਰਾ ਆਪਾਂ ਦੇਖ ਰਹੇ ਹਾਂ ਹੋ ਰਹੀ ਹੈ। ਖੈਰ, ਇਹ ਗੱਲਾਂ ਵੀ ਜਿੱਥੇ ਹੈਗੀਆਂ, ਪਰ ਗੋਲਕ ਨਾਲ ਸੰਬੰਧਿਤ ਜਿਹੜੀ ਗੱਲ ਹੈ, ਪੁਰਾਣੇ ਸਮਿਆਂ 'ਚ ਸੰਗਤਾਂ ਅੰਨ ਦਾਣਾ ਲੈ ਕੇ ਆਉਂਦੀਆਂ ਸੀ, ਅਤੇ ਕਈ ਤਾਂ ਖਾਣਾ ਪਕਾ ਕੇ ਵੀ ਲੈ ਆਉਂਦੇ ਸੀ, ਅਤੇ ਉੱਥੋਂ ਦੇ ਕੰਮ ਕਰਨ ਵਾਲੇ ਲੋੜਵੰਦ ਭੈਣਾਂ ਭਾਈਆਂ ਦੇ ਵਿੱਚ ਵਰਤਾ ਦਿੰਦੇ ਸੀ। ਜਿਵੇਂ ਹੁਣ ਦਰਬਾਰ ਸਾਹਿਬ ਦੇ ਜਾਂ ਪਹਿਲਾਂ ਸਰੋਵਰ ਦੀ ਸੇਵਾ ਹੋਈ ਹੈ, ਪੁੱਟਿਆ, ਅਤੇ ਜਾਂ ਬਿਲਡਿੰਗਾਂ ਦੀ ਇਮਾਰਤਾਂ ਦੀ ਸੇਵਾ ਹੋਈ ਹੈ, ਜਾਂ ਹੋਰ ਅਨੇਕ ਪ੍ਰਕਾਰ ਦੇ ਕੰਮ ਉੱਥੇ ਸਿੱਖ ਕਰਦੇ ਸਨ, ਅਤੇ ਬਾਹਰੋਂ ਸਿੱਖ ਬਹੁਤ ਸਾਰੇ ਉਹਨਾਂ ਦੇ ਵਾਸਤੇ ਖਾਣੇ ਦਾਣੇ ਦਾ ਪ੍ਰਬੰਧ ਕਰਦੇ ਸਨ, ਅਤੇ ਇਸ ਤਰ੍ਹਾਂ ਉਹ ਦਸਵੰਧ ਦੇ ਰੂਪ 'ਚ ਆਪਣੇ ਧਨ ਦੌਲਤ ਜਿੰਨੀ ਕੁ ਉਹਨਾਂ ਕੋਲੇ ਹੁੰਦੀ ਸੀ ਉਹ ਲਿਆਉਂਦੇ ਸਨ, ਅਤੇ ਇਹ ਲੋੜ ਸੀ। ਪਰ ਛੇਵੇਂ ਪਾਤਸ਼ਾਹ ਨੇ ਫਿਰ ਕਹਿ ਦਿੱਤਾ, ਮੈਨੂੰ ਤੁਸੀਂ ਆਪਣੀਆਂ ਜਵਾਨੀਆਂ ਭੇਟ ਕਰੋ, ਭਾਵ ਕਿ ਮੈਨੂੰ ਅੱਜ ਜੰਗ ਲੜਨਾ ਪੈਣਾ, ਤੁਸੀਂ ਨੌਜਵਾਨ ਮੇਰੇ ਕੋਲੇ ਭਰਤੀ ਹੋਣ ਵਾਸਤੇ ਆਵੋ, ਤਾਂ ਕਿ ਆਪਾਂ ਫੌਜ ਤਿਆਰ ਕਰੀਏ, ਘੋੜੇ ਵੀ ਲਿਆਓ ਅਤੇ ਹੋਰ ਹਥਿਆਰ ਵੀ ਨਾਲ ਲਿਆਓ, ਤਾਂ ਕਿ ਆਪਾਂ ਹਕੂਮਤ ਦੇ ਨਾਲ ਜ਼ੁਲਮ ਦੇ ਵਿਰੁੱਧ ਜੰਗ ਲੜ ਸਕੀਏ। ਇਹ 10ਵੇਂ ਪਾਤਸ਼ਾਹ ਦੇ ਸਮੇਂ 'ਤੇ ਹੋਰ ਵੀ ਵੱਧ ਲੋੜ ਪਏਗੀ ਨੌਜਵਾਨਾਂ ਦੀ, ਘੋੜਿਆਂ ਦੀ, ਅਤੇ ਹੋਰ ਬਹੁਤ ਸਾਰੇ ਜਿਹੜੇ ਹਥਿਆਰ ਨੇ ਗੁਰੂ ਸਾਹਿਬ ਨੇ ਇਕੱਠੇ ਕੀਤੇ। ਲੋਕੀ ਘੋੜੇ, ਮੱਝਾਂ, ਗਾਵਾਂ, ਅੰਨ ਦਾਣਾ, ਪੰਡਾ ਬੰਨ੍ਹ ਕੇ, ਬੋਰੀਆਂ ਭਰ ਕੇ ਜੇ ਲੈ ਕੇ ਆਉਂਦੇ ਸੀ, ਤਾਂ ਉਹ ਗੁਰੂ ਸਾਹਿਬ ਦੇ ਅੱਗੇ ਨਹੀਂ ਸੀ ਰੱਖਦੇ ਲਿਆ ਕੇ, ਉਹ ਜਿੱਥੇ ਕਿਤੇ ਕੋਈ ਉਹਨਾਂ ਦਾ ਸਟੋਰ ਆਦਿਕ ਸਾਂਭਣ ਵਾਸਤੇ ਜਗ੍ਹਾ ਬਣੀ ਹੋਈ ਹੈ, ਉੱਥੇ ਜਾ ਕੇ ਰੱਖ ਦਿੰਦੇ ਸੀ। ਸੰਬੰਧਿਤ ਵਿਅਕਤੀ ਨੂੰ ਆਪਣਾ ਇਲਾਕਾ, ਆਪਣਾ ਨਾਮ ਜੇ ਲੋੜ ਪਈ ਤਾਂ ਉਹ ਲਿਖਵਾ ਦਿੰਦੇ ਸੀ।
ਤਾਂ ਇਸ ਤਰ੍ਹਾਂ ਦੀਆਂ ਗੋਲਕਾਂ ਗੁਰੂ ਸਾਹਿਬ ਦੇ ਜ਼ਮਾਨੇ 'ਚ ਕਿਤੇ ਵੀ ਨਹੀਂ ਸੀ। ਤੇ ਇਹ ਸਾਰਾ ਕੁਝ ਜਿਹੜਾ ਜਿਵੇਂ ਜਿਵੇਂ ਸਾਡੇ ਵਿੱਚ ਕਮਜ਼ੋਰੀਆਂ ਆਉਂਦੀਆਂ ਗਈਆਂ, ਪ੍ਰਬੰਧ ਦੇ ਵਿੱਚ ਵਿਗਾੜ ਆਉਂਦਾ ਗਿਆ, ਇਹ ਗੋਲਕਾਂ ਵਗੈਰਾ ਵੀ ਰੱਖੀਆਂ ਗਈਆਂ। ਇਹਨਾਂ ਦੇ ਅੱਗੇ ਗੋਲਕਾਂ ਦੇ ਤਾਲੇ ਵੀ ਲਾਏ ਗਏ, ਤਾਲਿਆਂ ਦੇ ਉੱਤੇ ਸੀਲਾਂ ਵੀ, ਮੋਹਰਾਂ ਵੀ ਲਾਈਆਂ ਗਈਆਂ, ਤਾਂ ਕਿ ਕੋਈ ਡੁਪਲੀਕੇਟ ਚਾਬੀ ਲਾ ਕੇ ਤਾਲਾ ਖੋਲ੍ਹ ਕੇ ਪੈਸੇ ਕੱਢ ਕੇ ਨਾ ਲੈ ਜਾਵੇ। ਤੇ ਫਿਰ ਇਹਨਾਂ ਗੋਲਕਾਂ ਪਿੱਛੇ ਝਗੜੇ ਵੀ ਹੋਣ ਲੱਗ ਪਏ, ਪੱਗਾਂ ਵੀ ਉਤਰਦੀਆਂ ਨੇ, ਗੋਲੀਆਂ ਵੀ ਚੱਲਦੀਆਂ ਨੇ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਹੋਰ ਲੋਕਲ ਗੁਰਦੁਆਰੇ, ਉਹਨਾਂ ਦੇ ਵਿੱਚ ਹੇਰਾ ਫੇਰੀਆਂ ਬੇਅੰਤ ਹੁੰਦੀਆਂ ਨੇ। ਤੇ ਉਹ ਗੁਰਦੁਆਰੇ ਬਹੁਤ ਸਾਰੇ ਆਪੋ ਆਪਣੇ ਪਰਸਨਲ ਵੀ ਲੋਕਾਂ ਨੇ ਬਣਾਏ ਹੋਏ ਨੇ, ਸਾਧਾਂ ਸੰਤਾਂ ਦੇ ਵੀ ਆਪਣੇ ਪਰਸਨਲ ਗੁਰਦੁਆਰੇ ਨੇ। ਗੁਰਦੁਆਰਾ ਅੱਜ ਇਨਕਮ ਦਾ ਸਾਧਨ ਬਣਿਆ ਹੋਇਆ ਹੈ। ਗੁਰੂ ਕੀ ਗੋਲਕ ਤਾਂ ਕੇਵਲ ਨਾਮ ਹੈ। ਇਹ ਗੋਲਕ ਪ੍ਰਧਾਨ ਦੀ ਹੈ, ਇਹ ਗੋਲਕ ਸਕੱਤਰ ਦੀ ਹੈ, ਇਹ ਗੋਲਕ ਸਾਧ ਬਾਬੇ ਦੀ ਹੈ, ਇਹ ਗੋਲਕ ਜਿਹੜਾ ਉਤੇ ਕਬਜ਼ਾ ਕਰੀ ਬੈਠਾ ਹੈ ਇਹ ਉਸੇ ਦੀ ਹੈ। ਹੁਣ ਗੋਲਕ ਦੇ ਅੱਖਰੀ ਅਰਥ ਵੀ ਜਰਾ ਸਮਝ ਲਓ। ਮੈਂ ਇੱਕ ਹਿੰਦੀ ਦਾ ਕੋਸ਼ ਪੜ੍ਹ ਰਿਹਾ ਸੀ, ਉਹਦੇ ਵਿੱਚ ਗੋਲਕ ਦੀ ਥਾਂ ਤੇ ਸ਼ਬਦ ਗੱਗੇ ਨੂੰ ਔਂਕੜ, ਲੱਲਾ ਕੱਕਾ, ਉੱਥੇ ਗੁੱਲਕ ਲਿਖਿਆ ਹੋਇਆ ਹੈ। ਤੇ ਆਪਾਂ ਤਾਂ ਗੋਲਕ ਕਹਿੰਦੇ ਆ, ਪਰ ਆਪਾਂ ਨੂੰ ਅਰਥਾਂ ਦਾ ਨਾ ਪਤਾ ਹੋਣ ਕਰਕੇ ਇਹ ਪ੍ਰਚਲਿਤ ਹੋ ਗਿਆ। ਅਸਲ 'ਚ ਇਹ ਸ਼ਬਦ ਹੈ ਗੁੱਲਕ। ਤੇ ਉੱਥੇ ਉਹਨਾਂ ਨੇ ਹਿੰਦੀ ਕੋਸ਼ ਦੇ ਵਿੱਚ ਲਿਖਿਆ ਹੋਇਆ ਹੈ ਗੁੱਲ ਹੋ ਜਾਣਾ, ਖਤਮ ਹੋ ਜਾਣਾ, ਬਰਬਾਦ ਹੋ ਜਾਣਾ, ਲੁੱਟੇ ਜਾਣਾ, ਤਬਾਹ ਹੋ ਜਾਣਾ, ਪੈਸਾ ਨਜਾਇਜ਼ ਵਰਤੋਂ ਹੋ ਜਾਣਾ। ਭਾਵ ਕਿ ਆਪਾਂ ਆਮ ਕਹਿ ਦਿੰਦੇ ਹਾਂ ਕਿ ਮੇਰੀ ਤਾਂ ਕੀਤੀ ਕਰਾਈ ਸਾਰੀ ਗੁੱਲ ਹੋ ਗਈ, ਮੇਰੀ ਤਾਂ ਮਿਹਨਤ ਖੂਹ 'ਚ ਪੈ ਗਈ, ਗੁੱਲ ਹੋ ਗਈ। ਭਾਵ ਕਿ ਨਾ ਉਹ ਵਰਤੋਂ ਜੋਗੀ ਰਹੀ, ਨਾ ਕਿਸੇ ਹੋਰ ਕੰਮ ਆਇਆ, ਉਹ ਪੈਸਾ ਮੇਰਾ, ਉਹ ਮਿਹਨਤ ਮੇਰੀ ਬਰਬਾਦ ਹੋ ਗਈ। ਇਸ ਤਰ੍ਹਾਂ ਇਹ ਜਿਹੜਾ ਗੁੱਲਕ ਸ਼ਬਦ ਹੈ ਇਹ ਬਰਬਾਦੀ ਦਾ ਇੱਕ ਪ੍ਰਤੀਕ ਹੈ, ਨਾਮ ਹੈ। ਤੇ ਅਸੀਂ ਇਸ ਬਰਬਾਦੀ ਵਾਲੇ ਗੁੱਲਕ ਸ਼ਬਦ ਨੂੰ, ਇਹਦਾ ਨਾਮ ਥੋੜ੍ਹਾ ਜਿਹਾ ਬਦਲ ਕੇ ਗੋਲਕ ਧਰ ਲਿਆ। ਤੇ ਐਡੀ ਵੱਡੀ ਗੋਲਕ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਰੱਖ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਦੇ ਤੱਕ ਤਾਂ ਸਾਨੂੰ ਪਹੁੰਚਣਾ ਵੀ ਔਖਾ ਹੈ, ਪਾਠ ਵੀ ਕਰਨਾ ਔਖਾ ਹੈ, ਉਹਨੂੰ ਮੱਥਾ ਟੇਕਣਾ ਵੀ ਔਖਾ ਹੈ। ਉੱਥੇ ਜਾਣ ਵਾਸਤੇ ਹਜ਼ਾਰ ਰੋਕਾਂ ਨੇ ਕਿ ਤੂੰ ਇਸ਼ਨਾਨ ਕੀਤਾ ਕਿ ਨਹੀਂ ਕੀਤਾ, ਤੂੰ ਕੇਸੀ ਇਸ਼ਨਾਨ ਕੀਤਾ ਕਿ ਨਹੀਂ ਕੀਤਾ, ਬਸਤਰ ਨਵੇਂ ਪਹਿਨੇ ਨੇ ਕਿ ਨਹੀਂ ਪਹਿਨੇ ਨੇ, ਤੂੰ ਕੁੜਤਾ ਪਜਾਮਾ ਪਹਿਨਿਆ ਕਿ ਨਹੀਂ ਪਹਿਨਿਆ, ਤੂੰ ਲੱਤਾਂ ਨੰਗੀਆਂ ਰੱਖੀਆਂ ਨੇ ਕਿ ਨਹੀਂ ਰੱਖੀਆਂ, ਤੂੰ ਸੰਥਾ ਲਈ ਹੈ ਕਿ ਨਹੀਂ ਲਈ ਹੈ, ਤੂੰ ਕਿਹੜੀ ਜਥੇਬੰਦੀ ਕੋਲੋਂ ਸੰਥਾ ਲਈ ਹੈ। ਤੇ ਹਜ਼ਾਰ ਗੱਲਾਂ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਕੋਲੋਂ ਤਾਂ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ। ਪਰ ਗੋਲਕ ਦੇ ਵਿੱਚ ਪੈਸੇ ਜਿਹੜਾ ਵੀ ਕੋਈ ਮਰਜ਼ੀ ਪਾਈ ਜਾਵੇ, ਕਦੇ ਨਹੀਂ ਪੁੱਛਿਆ ਜਾਂਦਾ ਤੂੰ ਕਿਹੜੀ ਜਾਤ ਦਾ ਹੈ, ਕਿਹੜੇ ਧਰਮ ਦਾ ਹੈ, ਤੂੰ ਮੋਨਾ ਹੈ ਕਿ ਤੂੰ ਦਾੜੀ ਕੇਸਾਂ ਵਾਲਾ ਹੈ, ਤੂੰ ਸ਼ਰਾਬ ਪੀਣਾ ਹੈ ਕਿ ਤੂੰ ਭੰਗ ਪੀਣਾ ਹੈ, ਕਿ ਤੂੰ ਤੰਬਾਕੂ ਖਾਨਾ ਪੀਣਾ ਹੈ, ਜਾਂ ਤੂੰ ਪੈਸਾ ਹੇਰਾ ਫੇਰੀ ਨਾਲ ਕਮਾਇਆ ਹੈ, 2 ਨੰਬਰ ਦਾ ਕਮਾਇਆ ਹੈ, ਪੰਥ ਦੀਆਂ ਜੜ੍ਹਾਂ 'ਚ ਤੇਲ ਦੇ ਕੇ ਪੈਸਾ ਕਮਾਇਆ ਹੈ। ਤੇ ਬਲਕਿ ਬਹੁਤੀ ਰਕਮ ਦੇਣ ਵਾਲਿਆਂ ਨੂੰ, ਬਹੁਤੇ ਪੈਸੇ ਦੇਣ ਵਾਲਿਆਂ ਨੂੰ ਤਾਂ ਉੱਥੇ ਸਰੋਪੇ ਵੀ ਦਿੱਤੇ ਜਾਂਦੇ ਨੇ ਗੁਰਦੁਆਰਿਆਂ 'ਚ ਸਮੇਤ ਦਰਬਾਰ ਸਾਹਿਬ ਦੇ। ਜਿਹੜਾ ਵੱਡੀ ਰਕਮ ਮੱਥਾ ਟੇਕ ਦੇਵੇ, ਵੱਡੀ ਰਕਮ ਦੇ ਦੇਵੇ, ਰਮਾਲਾ ਚੜਾ ਦੇਵੇ, ਚਾਂਦਨੀ ਚੜਾ ਦੇਵੇ, ਉਹ ਭਾਵੇਂ ਪੈਸਾ ਉਹਨੇ 2 ਨੰਬਰ ਦਾ ਕਿਵੇਂ ਵੀ ਕਮਾਇਆ ਹੋਵੇ, ਪਰ ਉਹਨੂੰ ਉੱਥੇ ਸਨਮਾਨਿਤ ਕਰਕੇ ਤੋਰਿਆ ਜਾਂਦਾ ਹੈ। ਉਹਨੇ ਪੈਸਾ ਲੋਕਾਂ ਨੂੰ ਅਪਮਾਨ ਕਰਕੇ, ਲੋਕਾਂ ਦਾ ਖੂਨ ਪੀ ਕੇ ਇਕੱਠਾ ਕੀਤਾ, ਪਰ ਉਹਨੂੰ ਦਰਬਾਰ ਸਾਹਿਬ 'ਚ ਅਤੇ ਹੋਰਨਾਂ ਥਾਵਾਂ 'ਤੇ ਸਨਮਾਨਿਤ ਕੀਤਾ ਜਾਂਦਾ। ਕੋਈ ਨਹੀਂ ਪੁੱਛਦਾ ਕਿ ਭਾਈ ਇਹ ਪੈਸਾ ਕਿੱਥੋਂ ਆਇਆ, ਕਿਵੇਂ ਆਇਆ, ਕੋਈ ਮਤਲਬ ਨਹੀਂ। ਸੋ ਗੋਲਕ ਦੀ ਆਪਣੀ ਕੋਈ ਕੀਮਤ ਨਹੀਂ ਹੈ। ਅਸੀਂ ਅੱਜ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਵਾਲੀ ਭਾਵਨਾ ਤੇ ਮੁੜ ਕੇ ਆਈਏ, ਆਪ ਖੁਦ ਦੇਖੀਏ, ਪ੍ਰਬੰਧਕਾਂ ਤੇ ਗੁਰਦੁਆਰਿਆਂ ਦੇ ਰਾਹੀਂ ਜੋ ਹੋ ਰਿਹਾ ਉਧਰਲੇ ਪਾਸੇ ਨਾ ਵੇਖੀਏ, ਆਪਣੇ ਆਪ ਖੁਦ ਪਰਖ ਕਰੀਏ। ਜਿਹੜਾ ਲੋੜਵੰਦ ਹੈ, ਸਾਡਾ ਘਰ ਦਾ ਮੈਂਬਰ, ਸਾਡੇ ਮਾਤਾ ਪਿਤਾ, ਸਾਡੇ ਬਾਲ ਬੱਚੇ, ਸਾਡੇ ਭੈਣ ਭਾਈ, ਪਤਨੀ ਆਦਿਕ, ਇਹਨਾਂ ਦੀਆਂ ਕੀ ਲੋੜਾਂ ਨੇ ਉਹ ਆਪ ਵੇਖਣੀਆਂ ਨੇ ਤੇ ਲੋੜਾਂ ਪੂਰੀਆਂ ਕਰਨੀਆਂ ਨੇ। ਸਾਡੇ ਰਿਸ਼ਤੇਦਾਰ, ਦੋਸਤ ਮਿੱਤਰ, ਉਹਨਾਂ ਦੇ ਵਿੱਚੋਂ ਜੇ ਕੋਈ ਲੋੜਵੰਦ ਹੈ, ਕਮਜ਼ੋਰ ਹੈ, ਜਿੰਨੀ ਕਰ ਸਕੀਏ ਉਹਦੀ ਸਿੱਧੀ ਆਪ ਸਹਾਇਤਾ ਕਰੀਏ। ਕਿਸੇ ਦੇ ਬੱਚਿਆਂ ਦੀ ਫੀਸ ਭਰਨ ਵਾਲੀ ਹੈ, ਕੱਪੜੇ ਸਵਾਉਣੇ ਨੇ, ਵਰਦੀਆਂ ਵਗੈਰਾ, ਕਿਤਾਬਾਂ ਲੈ ਕੇ ਦੇਣੀਆਂ ਨੇ, ਕਿਸੇ ਦਾ ਇਲਾਜ ਕਰਾਉਣਾ ਹੈ, ਇਹ ਆਪ ਖੁਦ ਕਰੀਏ, ਕਰਾਈਏ। ਵਿਚਕਾਰ ਕਿਸੇ ਨੂੰ ਵਿਚੋਲਾ ਨਾ ਬਣਾਈਏ। ਵਿਚੋਲੇ ਬਹੁਤ ਸਾਰਾ ਕਮਿਸ਼ਨ ਆਪ ਹੀ ਹੜੱਪ ਕਰ ਜਾਂਦੇ ਨੇ। ਉਹ ਨਵੀਂ ਕਿਸਮ ਦੀਆਂ ਗੋਲਕਾਂ ਥਾਂ ਥਾਂ ਤੇ ਆਈਆਂ ਪਈਆਂ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਬਚਣਾ ਹੈ, ਬਹੁਤ ਸਾਵਧਾਨ ਹੋਣ ਦੀ ਲੋੜ ਹੈ। ਇਹ ਗੋਲਕ ਨਾਮ ਦੀ ਚੀਜ਼ ਹੈ ਜਿਹੜੀ, ਇਹਦਾ ਨਾਮ ਹੈ, ਇਹਦਾ ਮਤਲਬ ਹੈ ਗੁੱਲ ਕਰ ਜਾਣਾ, ਬਰਬਾਦ ਕਰ ਦੇਣਾ। ਗੋਲਕ ਨਹੀਂ, ਇਹ ਹੈ ਗੁੱਲਕ। ਸਵਾਲ ਨੰਬਰ 126, ਇਹ ਵੀ ਭਾਈ ਦਲਜੀਤ ਸਿੰਘ ਇਟਲੀ ਵਾਲਿਆਂ ਵੱਲੋਂ ਪੁੱਛਿਆ ਗਿਆ। ਇਹਨਾਂ ਨੇ ਪੁੱਛਿਆ ਕਿ ਬਾਬਾ ਦੀਪ ਸਿੰਘ ਦੇ ਜੀਵਨ ਬਾਰੇ ਕੋਈ ਚਾਨਣਾ ਪਾਓ।
ਵੈਸੇ ਤਾਂ ਇਹ ਇਤਿਹਾਸ ਦਾ ਵਿਸ਼ਾ ਇਹਨਾਂ ਸਵਾਲਾਂ ਜਵਾਬਾਂ 'ਚ ਬਹੁਤ ਲੰਬਾ ਹੋ ਜਾਂਦਾ ਹੈ। ਮੈਂ ਲੰਮਾ ਤਾਂ ਇਹਦਾ ਵਿਸਥਾਰ ਨਹੀਂ ਕਰ ਸਕਾਂਗਾ, ਪਰ ਇੰਨਾ ਕੁ ਮੈਂ ਜ਼ਰੂਰ ਬੇਨਤੀ ਕਰ ਲਵਾਂ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਬਾਬਾ ਦੀਪ ਸਿੰਘ ਬਾਰੇ ਸਿਰਫ 2 ਲਾਈਨਾਂ ਲਿਖੀਆਂ ਹੋਈਆਂ ਨੇ ਕਿ ਇਹ ਬਹਾਦਰ ਯੋਧਾ ਆਪਣੀ ਜਾਨ ਤਲੀ ਤੇ ਰੱਖ ਕੇ ਜੰਗ ਵਿੱਚ ਲੜਿਆ ਸੀ। ਇੱਥੇ ਸ਼ਬਦ ਜਾਨ ਤਲੀ ਤੇ ਰੱਖ ਕੇ ਲੜਿਆ ਸੀ ਭਾਈ ਕਾਨ੍ਹ ਸਿੰਘ ਨਾਭਾ ਨੇ ਲਿਖਿਆ, ਤੇ ਉਹਨਾਂ ਨੇ ਸੀਸ ਤਲੀ ਤੇ ਰੱਖ ਕੇ ਲੜਿਆ ਸੀ, ਕਿਤੇ ਵੀ ਨਹੀਂ ਲਿਖਿਆ। ਤਾਂ ਇਹ ਜਿਹੜੀਆਂ ਕਹਾਣੀਆਂ ਨੇ ਬਾਅਦ ਦੇ ਵਿੱਚ ਪ੍ਰਚਲਿਤ ਕੀਤੀਆਂ ਗਈਆਂ ਨੇ। ਇਹ ਤਾਂ ਹੁਣ ਸਾਡੇ ਗੁਰਬਾਣੀ 'ਚ ਵੀ ਇਹੋ ਜਿਹੀਆਂ ਬੇਅੰਤ ਪੰਕਤੀਆਂ ਆਉਂਦੀਆਂ ਨੇ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਹੁਣ ਜਿਹੜੇ ਆਪਾਂ ਸਾਰੇ ਗੁਰੂ ਨਾਲ ਪਿਆਰ ਕਰਨ ਵਾਲੇ ਆ, ਅੱਜ ਗੁਰੂ ਸਾਡਾ ਬੈਠਾ ਹੈ ਗੁਰਬਾਣੀ ਰੂਪ ਗੁਰਦੁਆਰੇ 'ਚ। ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ, ਇਹਦਾ ਮਤਲਬ ਆਪਣਾ ਸੀਸ ਕੱਟ ਕੇ ਤਲੀ ਤੇ ਰੱਖ ਕੇ ਫਿਰ ਉੱਧਰ ਜਾਇਆ ਕਰੀਏ? ਕੀ ਇਹ ਸੰਭਵ ਹੈ? ਕੀ ਸਿੱਖ ਫਿਰ ਜਿਉਂਦੇ ਰਹਿ ਜਾਣਗੇ? ਫਿਰ ਦੁਸ਼ਮਣਾਂ ਨੂੰ ਤਾਂ ਸਾਨੂੰ ਮਾਰਨ ਦੀ ਲੋੜ ਹੀ ਨਹੀਂ, ਅਸੀਂ ਤਾਂ ਆਪ ਹੀ ਆਤਮ ਹੱਤਿਆਵਾਂ ਕਰਾਂਗੇ ਕਿ ਆਪੋ ਆਪਣੇ ਸਿਰ ਵੱਢ ਕੇ ਆਪ ਹੀ ਆਪਣੇ ਹੱਥਾਂ 'ਤੇ ਧਰ ਲਵਾਂਗੇ ਤੇ ਮੌਤ ਹੋਣੀ ਹੈ। ਇਹ ਕਹਾਣੀਆਂ ਬਾਅਦ ਦੇ ਵਿੱਚ ਘੜੀਆਂ ਜਾਂਦੀਆਂ ਨੇ, ਪ੍ਰਚਲਿਤ ਕੀਤੀਆਂ ਜਾਂਦੀਆਂ ਨੇ। ਇੱਥੋਂ ਤੱਕ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕੱਟੇ ਗਏ। ਕਹਾਣੀ ਦੇ ਮੁਤਾਬਕ ਉਹਨਾਂ ਨੇ ਫਿਰ ਭਾਈ ਤਾਰੂ ਸਿੰਘ ਨੇ ਕਹਿ ਦਿੱਤਾ ਕਿ ਬੇਸ਼ੱਕ ਖੋਪਰੀ ਉਤਰ ਜਾਵੇ ਪਰ ਮੈਂ ਕੇਸ ਨਹੀਂ ਕਟਾਉਣੇ। ਉਹਨਾਂ ਦੇ ਕੇਸ ਇੰਨੇ ਮਜ਼ਬੂਤ ਹੋ ਗਏ, ਉਹਨਾਂ ਦੀ ਕੈਂਚੀ ਵਗੈਰਾ ਕੱਟ ਹੀ ਨਹੀਂ ਸਕੀ। ਹੱਦ ਹੋ ਗਈ ਹੈ। ਤੇ ਉਹਨਾਂ ਦੀ ਕੈਂਚੀ ਕੇਸ ਤਾਂ ਕੱਟ ਨਹੀਂ ਸਕੀ, ਪਰ ਖੋਪਰੀ ਕੱਟੀ ਗਈ। ਕਿਉਂ? ਜੇ ਉਹਨਾਂ ਨੇ ਕਿਸੇ ਕਰਾਮਾਤ ਦੀ ਵਰਤੋਂ ਕਰਨੀ ਹੀ ਕਰਨੀ ਸੀ ਭਾਈ ਤਾਰੂ ਸਿੰਘ ਨੇ, ਤਾਂ ਫਿਰ ਉਹਨਾਂ ਨੂੰ ਤਾਂ ਉਹ ਦੁਸ਼ਮਣਾਂ ਨੂੰ ਖਤਮ ਹੀ ਕਰ ਦੇਣਾ ਸੀ ਆਪਣੀ ਕਰਾਮਾਤ ਵਰਤ ਕੇ। ਇਸੇ ਤਰ੍ਹਾਂ ਹੋਰ ਬਹੁਤ ਸਾਰਾ ਕੁਝ ਕੂੜ ਕਵਾੜ ਝੂਠ ਆਦਿਕ ਸਾਡੇ ਅਖੌਤੀ ਇਤਿਹਾਸ ਦੇ ਵਿੱਚ ਭਰਿਆ ਪਿਆ। ਸਾਵਧਾਨ ਹੋਣ ਦੀ ਲੋੜ ਹੈ। ਜੋ ਵਿਗਿਆਨਕ ਢੰਗ ਨਾਲ ਤਰਕ ਦੇ ਉੱਤੇ ਰਾਸ ਆਉਂਦਾ ਹੈ, ਫਿੱਟ ਆਉਂਦਾ ਹੈ, ਵਿਚਾਰਿਆ ਜਾ ਸਕਦਾ ਹੈ, ਸਵਾਲ ਜਵਾਬ ਕੀਤੇ ਜਾ ਸਕਦੇ ਨੇ, ਉਹ ਇਤਿਹਾਸ ਸਾਹਿਤ ਗੁਰਬਾਣੀ ਦੇ ਅਰਥ ਹੁੰਦੇ ਨੇ, ਨਾ ਕਿ ਕਿਸੇ ਆਪਣੇ ਢੰਗ ਨਾਲ ਮਨ ਆਈਆਂ ਕਰਕੇ ਕਰਾਮਾਤੀ ਕਹਾਣੀਆਂ ਨਾਲ ਸਾਡੇ ਸਾਹਮਣੇ ਕੋਈ ਚੀਜ਼ ਪੇਸ਼ ਕਰਨੀ ਅੱਜ ਉਹਦੀ ਕੋਈ ਕੀਮਤ ਨਹੀਂ ਹੈ। ਤੇ ਮੈਂ ਤਾਂ ਇਹ ਵੀ ਸਵਾਲ ਕਰਿਆ ਕਰਦਾ, ਜੇ ਇੱਕ ਬਾਬਾ ਦੀਪ ਸਿੰਘ ਸਿਰ ਤਲੀ ਤੇ ਰੱਖ ਕੇ ਇਸ ਤਰ੍ਹਾਂ ਕੁਝ ਮੀਲ ਚਲਿਆ ਗਿਆ ਸੀ, ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਦੇ ਵਿੱਚ ਸ਼ਹੀਦ ਹੋ ਗਏ। ਉਹ ਤਾਂ ਆਪਣਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਵੱਲ ਜਾਂ ਅੰਮ੍ਰਿਤਸਰ ਵੱਲ ਨਹੀਂ ਆਏ। ਉਹਨਾਂ ਦਾ ਕੱਟਿਆ ਹੋਇਆ ਸੀਸ ਤਾਂ ਭਾਈ ਜੈਤਾ ਜੀ ਚੁੱਕ ਕੇ ਲਿਆਇਆ ਸੀ, ਤੇ ਉਹਨਾਂ ਦੀ ਧੜ ਉੱਥੇ ਹੀ ਰਹਿ ਗਈ। ਇਸੇ ਤਰ੍ਹਾਂ ਥਾਂ ਥਾਈਂ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ ਤੇ ਹੋਰ ਅਨੇਕ ਸਿੱਖ ਉਹ ਲੇਖੇ ਲੱਗ ਗਏ, ਤੇ ਉਹ ਤਾਂ ਆਪਣਾ ਸੀਸ ਚੁੱਕ ਕੇ ਕੋਈ ਵੀ ਨਹੀਂ ਤੁਰ ਸਕਿਆ ਹੈ, ਜਿਵੇਂ ਕਿ ਬਾਬਾ ਦੀਪ ਸਿੰਘ ਤੁਰਿਆ। ਇਹ ਕਹਾਣੀ ਕੇਵਲ ਕਰਾਮਾਤੀ ਢੰਗ ਨਾਲ ਪੇਸ਼ ਕੀਤੀ ਗਈ ਹੈ। ਇਹੋ ਜਿਹੀਆਂ ਕਹਾਣੀਆਂ ਈਸਾਈਆਂ ਦੇ ਵਿੱਚ ਵੀ ਮੌਜੂਦ ਨੇ। YouTube ਤੋਂ ਤੁਸੀਂ ਲੱਭ ਸਕਦੇ ਹੋ। ਮੈਂ ਉਹ ਫੋਟੋ ਜਿਹੜੀ ਈਸਾਈਆਂ ਨਾਲ ਸੰਬੰਧਿਤ ਹੈ, ਉਹਨਾਂ ਦਾ ਪੁਰਾਣਾ ਇੱਕ ਪੌਪ ਆਪਣਾ ਕੱਟਿਆ ਸੀਸ ਹੱਥ ਤੇ ਲੈ ਕੇ ਜਾ ਰਿਹਾ ਸੀ, ਉਹਦੀ ਫੋਟੋ ਆਪਣੀ ਫੇਸਬੁੱਕ ਤੇ ਮੈਂ ਪਾਈ ਹੋਈ ਹੈ। ਇਹੋ ਜਿਹਾ ਬਹੁਤ ਕੁਝ ਪਹਿਲਾਂ ਵੀ ਕਰਾਮਾਤੀ ਕਹਾਣੀਆਂ ਵਾਲਾ ਲੋਕਾਂ ਦੇ ਵਿੱਚ ਪ੍ਰਚਲਿਤ ਸੀ, ਤੇ ਸਿੱਖਾਂ ਦੇ ਵਿੱਚ ਵੀ ਉਹੀ ਪ੍ਰਚਲਿਤ ਕਰ ਦਿੱਤਾ ਗਿਆ। ਤੇ ਇਹਨਾਂ ਨੇ ਜੋ ਡੇਰੇਦਾਰ ਟਕਸਾਲ ਵਾਲੇ ਨੇ, ਮਹਿਤੇ ਚੌਂਕ ਵਾਲੇ, ਇਹਨਾਂ ਨੇ ਬਾਬਾ ਦੀਪ ਸਿੰਘ ਨੂੰ ਆਪਣੀ ਟਕਸਾਲ ਦਾ ਹੈੱਡ ਮੰਨ ਲਿਆ, ਜਦੋਂ ਕਿ ਇਹ ਸੱਚ ਨਹੀਂ ਹੈ। ਗੁਰੂ ਸਾਹਿਬ ਜਾਂ ਬਾਬਾ ਦੀਪ ਸਿੰਘ ਨਾ ਕੋਈ ਡੇਰਾ ਚਲਾਉਣ ਆਏ ਸੀ ਤੇ ਨਾ ਕੋਈ ਟਕਸਾਲ ਚਲਾਉਣ ਆਏ ਸੀ। ਇਹ ਲੋਕ ਆਪ ਤਾਂ ਇਹਨਾਂ ਨੇ ਕਰਨਾ ਕੁਝ ਨਹੀਂ, ਮਨਮਾਨੀਆਂ ਕਰਨੀਆਂ ਨੇ, ਪਰ ਨਾਮ ਇਹਨਾਂ ਨੇ ਕਿਸੇ ਪ੍ਰਸਿੱਧ ਸਿੱਖ ਦਾ ਜਾਂ ਗੁਰੂ ਦਾ ਵਰਤ ਲੈਣਾ। ਤੁਸੀਂ ਆਪ ਹੀ ਸਿੱਖਾਂ ਦੇ ਵਿੱਚ ਧਿਆਨ ਮਾਰ ਕੇ ਵੇਖੋ, ਕਿੰਨੇ ਕਿਸਮ ਦੀਆਂ ਪੁਰਾਤਨ ਸਿੱਖਾਂ ਦੇ ਨਾਮ ਤੇ, ਗੁਰੂਆਂ ਦੇ ਨਾਮ ਤੇ ਜਥੇਬੰਦੀਆਂ ਕਿੰਨੀਆਂ ਬਣੀਆਂ ਨੇ। ਆਪਸ ਦੇ ਵਿੱਚ ਉਹਨਾਂ ਦਾ ਕੋਈ ਤਾਲਮੇਲ ਨਹੀਂ ਹੈ, ਇੱਕ ਦੂਜੇ ਦੀਆਂ ਦੁਸ਼ਮਣ ਬਣੀਆਂ ਹੋਈਆਂ ਨੇ, ਪਰ ਭੋਲੀ ਭਾਲੀ ਜਨਤਾ ਨੂੰ ਲੁੱਟ ਕੇ ਖਾ ਰਹੀਆਂ ਨੇ। ਕਿਤੇ ਭਾਈ ਬਿਧੀ ਚੰਦ ਦੇ ਨਾਮ ਤੇ ਡੇਰਾ, ਤੇ ਕਿਤੇ ਨਾਮਧਾਰੀ ਡੇਰਾ ਕੂਕਿਆਂ ਦਾ, ਤੇ ਕਿਤੇ ਨਾਨਕਸਰੀਆਂ ਦਾ ਡੇਰਾ, ਕਿਤੇ ਨਿਹੰਗਾਂ ਦੇ ਛਾਉਣੇ, ਤੇ ਕਿਤੇ ਕਿਸੇ ਦੇ ਨਾਮ ਤੇ, ਕਦੇ ਕਿਸੇ ਦੇ ਨਾਮ ਤੇ। ਇਸ ਤਰ੍ਹਾਂ ਬੇਅੰਤ ਕਿਸਮ ਦੇ ਡੇਰੇ ਟਕਸਾਲਾਂ ਆਦਿਕ ਬਣ ਚੁੱਕੇ ਨੇ। ਪੁੱਛਣਾ ਇਹ ਬਣਦਾ ਕਿ ਉਹ ਗੁਰਸਿੱਖ, ਉਹ ਗੁਰੂ ਸਾਹਿਬਾਨ ਤਾਂ ਭਾਈ ਬਹੁਤ ਮਹਾਨ ਹੋ ਗਏ ਆਪਣੇ ਜ਼ਮਾਨੇ ਦੇ, ਉਹਨਾਂ ਨੇ ਬੇਅੰਤ ਉੱਚੇ ਦਰਜੇ ਦੇ ਕੰਮ ਕਰ ਦਿੱਤੇ, ਪਰ ਤੁਸੀਂ ਦੱਸੋ ਅੱਜ ਤੁਸੀਂ ਕੀ ਕੀਤਾ ਸਮਾਜ ਦੇ ਭਲੇ ਵਾਸਤੇ? ਬਾਬਾ ਦੀਪ ਸਿੰਘ 1757 ਦੇ ਵਿੱਚ ਆਪਣਾ ਆਪਾ ਲੇਖੇ ਲਾ ਗਏ। ਉਦੋਂ ਪਹਿਲਾਂ ਦਾ ਉਹਨਾਂ ਦੇ ਜੀਵਨ ਬਾਰੇ ਕੋਈ ਬਹੁਤ ਮਹੱਤਵਪੂਰਨ ਕੀਤਾ ਕਾਰਜ ਉਹਦੀ ਜਾਣਕਾਰੀ ਸਾਨੂੰ ਨਹੀਂ ਮਿਲਦੀ। ਉਹ ਕਿੱਥੇ ਰਹੇ, ਕਿਵੇਂ ਰਹੇ, ਉਹਨਾਂ ਨੇ ਕੀ ਕੰਮ ਕੀਤਾ, ਟਕਸਾਲ ਦੀਆਂ ਕਿਤਾਬਾਂ ਤੋਂ ਸਿਵਾਏ ਹੋਰ ਕਿਤੇ ਉਹਨਾਂ ਦਾ ਕੋਈ ਬਹੁਤਾ ਜ਼ਿਕਰ ਨਹੀਂ ਮਿਲਦਾ। ਹਾਲਾਂਕਿ ਸੂਰਜ ਪ੍ਰਕਾਸ਼ ਸੰਤੋਖ ਸਿੰਘ ਨੇ ਜਦੋਂ ਲਿਖਿਆ,
ਉਹ ਬਹੁਤ ਵਿਸਥਾਰ ਉਹਨੇ ਕੀਤਾ ਹੈ। ਹਜ਼ਾਰਾਂ ਪੰਨੇ ਭਰੇ ਪਏ ਨੇ, 14 ਪੋਥੀਆਂ ਨੇ ਸੂਰਜ ਪ੍ਰਕਾਸ਼ ਦੀਆਂ। ਉਹਦੇ ਵਿੱਚ ਬਾਬਾ ਦੀਪ ਸਿੰਘ ਦਾ ਕਿਤੇ ਨਾਮ ਹੀ ਨਹੀਂ ਲੱਭਦਾ। ਜੇ ਕੋਈ ਬਹੁਤ ਮਹਾਨ ਹਸਤੀ ਹੁੰਦਾ ਬਾਬਾ ਦੀਪ ਸਿੰਘ, ਤਾਂ ਸੂਰਜ ਪ੍ਰਕਾਸ਼ ਵਾਲੇ ਨੇ ਤਾਂ ਬਹੁਤ ਵਧਾ ਚੜਾ ਕੇ ਪੇਸ਼ ਕਰਨਾ ਸੀ, ਪਰ ਉਹ ਤਾਂ ਸੂਰਜ ਪ੍ਰਕਾਸ਼ ਦੇ ਵਿੱਚ ਤਾਂ ਉਹਦਾ ਨਾਮ ਵੀ ਨਹੀਂ ਲੱਭਦਾ। ਖੈਰ, ਜਿੰਨੇ ਗੁਰਸਿੱਖ ਹੋਏ ਨੇ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੈ ਉਹਨਾਂ ਦੇ ਅੱਗੇ ਸਾਡਾ ਸੀਸ ਝੁਕਦਾ ਹੈ, ਪਰ ਉਹਨਾਂ ਦਾ ਨਾਮ ਵਰਤ ਕੇ ਅੱਜ ਕੋਈ ਸਾਡੇ ਤੇ ਰੋਹਬ ਜਮਾਵੇ ਕਿ ਅਸੀਂ ਉਹਦੇ ਤੋਂ ਚੱਲੇ ਹਾਂ, ਅਸੀਂ ਉਹਦੀ ਪਰਵਾਹ ਨਹੀਂ ਕਰਾਂਗੇ। ਅਸੀਂ ਤਾਂ ਗੁਰੂ ਨਾਨਕ ਸਾਹਿਬ ਤੋਂ ਚੱਲੇ ਹਾਂ ਵੀ ਕਹਿੰਦੇ ਹਾਂ, ਪਰ ਚੱਲੇ ਉਹ ਨੇ ਗੁਰੂ ਨਾਨਕ ਸਾਹਿਬ ਤੋਂ ਜਿਹੜੇ ਉਹਨਾਂ ਦੇ ਅਨੁਯਾਈ ਬਣੇ ਨੇ, ਜਿਹੜੇ ਉਹਨਾਂ ਦਾ ਹੁਕਮ ਮੰਨਦੇ ਨੇ। ਗੁਰੂ ਨਾਨਕ ਸਾਹਿਬ ਤੋਂ ਤਾਂ ਸ਼੍ਰੀ ਚੰਦ ਵੀ ਚੱਲਿਆ ਸੀ, ਗੁਰੂ ਰਾਮਦਾਸ ਤੋਂ ਪ੍ਰਿਥੀ ਚੰਦ ਵੀ ਚੱਲਿਆ ਸੀ। ਉਹਨਾਂ ਨੂੰ ਕੀ ਕਰੀਏ? ਅਸੀਂ ਸਤਿਕਾਰ ਕਰਾਂਗੇ ਗੁਰੂ ਅਰਜਨ ਸਾਹਿਬ ਦਾ, ਅਸੀਂ ਸਤਿਕਾਰ ਕਰਾਂਗੇ ਗੁਰੂ ਅੰਗਦ ਸਾਹਿਬ ਦਾ, ਜਿਹੜੇ ਉਹਨਾਂ ਦੇ ਪੈਰੋਕਾਰ ਬਣ ਕੇ ਚੱਲੇ ਨੇ। ਉਂਝ ਦੁਨੀਆ ਪੈਦਾ ਹੁੰਦੀ ਹੈ, ਦੁਨੀਆ ਮਰ ਜਾਂਦੀ ਹੈ, ਸਾਨੂੰ ਇਹਦੀ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ। ਇਹ ਡੇਰੇਦਾਰ ਬਹੁਤ ਕੁਝ ਵਧਾ ਚੜਾ ਕੇ ਝੂਠ ਫਰੇਬ ਸਾਨੂੰ ਕਹਾਣੀਆਂ ਸੁਣਾਉਂਦੇ ਨੇ, ਤੇ ਬਹੁਤੀਆਂ ਕਹਾਣੀਆਂ ਇਹਨਾਂ 'ਚ ਕਰਾਮਾਤੀ ਕਿਸਮ ਦੀਆਂ ਹੁੰਦੀਆਂ ਨੇ, ਜਿਹੜੀਆਂ ਸੱਚਾਈ ਤੋਂ ਕੋਹਾਂ ਦੂਰ ਹੁੰਦੀਆਂ ਨੇ। ਬਾਬਾ ਦੀਪ ਸਿੰਘ ਦਾ ਅਸੀਂ ਸਤਿਕਾਰ ਕਰਦੇ ਹਾਂ, ਜਿੰਨੇ ਉਹਨਾਂ ਨੇ ਕੰਮ ਕੀਤੇ ਆਪਣੀ ਜ਼ਿੰਦਗੀ 'ਚ, ਪਰ ਇੰਨਾ ਕੀ ਵੱਡਾ ਕੰਮ ਉਹਨਾਂ ਨੇ ਜਿਹੜਾ ਕਿ ਲਿਖਤ ਰੂਪ ਵਿੱਚ ਸਾਨੂੰ ਮਿਲਦਾ ਹੈ ਕਿ ਉਹ ਆਖਰੀ ਸਮੇਂ ਤੇ ਉਹਨਾਂ ਨੇ ਆਪਣੀ ਜਾਨ ਲੇਖੇ ਲਾ ਦਿੱਤੀ, ਬਹਾਦਰੀ ਨਾਲ ਉਹ ਲੜੇ। ਇਹਨਾਂ ਦਾ ਟਕਸਾਲਾਂ ਟਸੂਲਾਂ ਨਾਲ ਬਾਬਾ ਦੀਪ ਸਿੰਘ ਦਾ ਕੋਈ ਵੀ ਸਬੰਧ ਨਹੀਂ ਹੈ। ਸਵਾਲ ਨੰਬਰ 127 ਭਾਈ ਗੁਰਵਿੰਦਰ ਸਿੰਘ ਫਰੀਦਕੋਟ ਤੋਂ ਸਵਾਲ ਕਰਦੇ ਨੇ ਕਿ ਅਰਦਾਸ ਕਰਨ ਦਾ ਕੋਈ ਲਾਭ ਹੈ, ਇਹਦੇ ਬਾਰੇ ਦੱਸਿਆ ਜਾਵੇ। ਗੁਰੂ ਪਿਆਰ ਵਾਲਿਓ, ਆਪਾਂ ਕਦੀ ਗਹਿਰਾਈ ਦੇ ਨਾਲ ਆਪਣੇ ਮਨ ਨਾਲ ਆਪ ਬੈਠ ਕੇ ਗੱਲਬਾਤ ਕਰੀਏ ਕਿ ਕੀ ਕਿਸੇ ਕੰਮ ਦੀ ਕੇਵਲ ਕਲਪਨਾ ਕਰਨ ਦੇ ਨਾਲ, ਜ਼ਬਾਨੀ ਤੌਰ 'ਤੇ ਕੁਝ ਕਹਿ ਦੇਣ ਦੇ ਨਾਲ, ਕੁਝ ਸੁਣ ਲੈਣ ਦੇ ਨਾਲ ਜੇ ਕੁਝ ਪ੍ਰਾਪਤ ਹੁੰਦਾ ਹੋਵੇ ਤਾਂ ਫਿਰ ਤਾਂ ਦੁਨੀਆ ਦੇ ਵਿੱਚ ਕਿਸੇ ਨੂੰ ਕੰਮ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਸੀ। ਅਰਦਾਸ ਦੇ ਰਾਹੀਂ ਕੇਵਲ ਅਸੀਂ ਕੁਝ ਮੰਗਾਂ ਗੁਰੂ ਅੱਗੇ ਜਾਂ ਰੱਬ ਅੱਗੇ ਰੱਖਣ ਦਾ ਇੱਕ ਰਸਮ ਦੀ ਪੂਰਤੀ ਕਰਦੇ ਹਾਂ। ਕਿ ਕੇਵਲ ਇਹ ਮੰਗਾਂ ਜੋ ਅਸੀਂ ਮੰਗ ਰਹੇ ਹਾਂ, ਕੁਝ ਮੂੰਹ ਜ਼ਬਾਨੀ ਤੌਰ 'ਤੇ ਲਿਖਤੀ ਚਿੱਠੀ ਰੱਖ ਦੇਣ ਦੇ ਨਾਲ ਜਾਂ ਜ਼ਬਾਨੀ ਬੋਲਣ ਦੇਣ ਦੇ ਨਾਲ ਕੀ ਇਹ ਮੰਗਾਂ ਸਾਡੀਆਂ ਪੂਰੀਆਂ ਹੋ ਜਾਣਗੀਆਂ? ਕਦੀ ਧਿਆਨ ਮਾਰ ਕੇ ਦੇਖੋ, ਅਸੀਂ ਇਹ ਕਹਿ ਰਹੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਕੀ ਸਾਡੇ ਜਦੋਂ ਬੱਚਾ ਜਨਮ ਲੈਂਦਾ ਹੈ ਸਿਰ ਦੇ ਉੱਤੇ ਕੇਸ ਨਹੀਂ ਹੁੰਦੇ? ਉਹ ਕੇਸ ਦਾਨ ਹੋ ਕੇ ਕਿੱਥੋਂ ਆਉਣੇ ਨੇ? ਉਹ ਤਾਂ ਕੁਦਰਤ ਦੇ ਨਿਯਮ ਦੇ ਮੁਤਾਬਕ ਰੱਬ ਵੱਲੋਂ, ਪਰਮਾਤਮਾ ਵੱਲੋਂ, ਕੁਦਰਤ ਵੱਲੋਂ ਕੇਸ ਤਾਂ ਬੱਚੇ ਦੇ ਜਨਮ ਲੈਂਦਿਆਂ ਹੀ ਸਿਰ ਦੇ ਵਿੱਚ ਥੋੜ੍ਹੇ ਥੋੜ੍ਹੇ ਹੁੰਦੇ ਨੇ ਤੇ ਬਾਅਦ ਦੇ ਵਿੱਚ ਉਹ ਵਧਣੇ ਸ਼ੁਰੂ ਹੋ ਜਾਂਦੇ ਨੇ। ਉਹ ਦਾਨ ਹੋ ਕੇ ਕੇਸ ਕਿੱਥੋਂ ਆਉਣਗੇ? ਅਸੀਂ ਅਰਦਾਸ ਦੇ ਰਾਹੀਂ ਕੇਸ ਮੰਗ ਰਹੇ ਹਾਂ। ਫਿਰ ਸਿੱਖਾਂ ਨੂੰ ਸਿੱਖੀ ਦਾਨ, ਸਿੱਖੀ ਦਾਨ ਹੋ ਕੇ ਨਹੀਂ ਕਿਤੋਂ ਵੀ ਆਉਣੀ। ਸਿੱਖੀ ਤਾਂ 500 550 ਸਾਲ ਪਹਿਲਾਂ ਜਦੋਂ ਗੁਰਬਾਣੀ ਦੀ ਰਚਨਾ ਕੀਤੀ ਗਈ ਹੈ ਅਤੇ ਨਾਲ ਨਾਲ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਦੇ ਨਿਯਮ ਸਥਾਪਿਤ ਕੀਤੇ ਨੇ, ਸਿੱਖੀ ਤਾਂ ਉਹਨਾਂ ਨੇ ਉਦੋਂ ਸਾਡੇ ਸਾਹਮਣੇ ਰੱਖ ਦਿੱਤੀ ਕਿ ਆਹ ਗੁਰਮਤ ਦੇ ਸਿੱਖੀ ਦੇ ਅਸੂਲ ਨੇ ਭਾਈ, ਇਹਨਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰੋ। ਹੋਰ ਸਿੱਖੀ ਦਾਨ ਹੋ ਕੇ ਅੱਜ ਕਿੱਥੋਂ ਆਵੇਗੀ? ਇਹ ਤਾਂ 500 550 ਸਾਲ ਪਹਿਲਾਂ ਦਾਨ ਦੇ ਰੂਪ ਵਿੱਚ ਸਾਨੂੰ ਮਿਲ ਚੁੱਕੀ ਹੋਈ ਹੈ। ਇਸੇ ਤਰ੍ਹਾਂ ਹੋਰ ਬਹੁਤ ਕੁਝ ਹੈ ਜਿਹੜਾ ਅਰਦਾਸ ਦੇ ਵਿੱਚ ਬੋਲਿਆ ਜਾਂਦਾ ਹੈ। ਗੁਰੂ ਪਿਆਰ ਵਾਲਿਓ, ਜੇ ਕਿਤੇ ਅਰਦਾਸਾਂ ਦੇ ਨਾਲ ਸਾਰਾ ਕੁਝ ਪੂਰਾ ਹੁੰਦਾ ਤੇ ਅਸੀਂ 70 72 ਸਾਲਾਂ ਤੋਂ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਹੈ ਤਿਨਾਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਇਹ ਕਹਿ ਰਹੇ ਹਾਂ ਜਦੋਂ ਨਨਕਾਣਾ ਸਾਹਿਬ 47 ਦੇ ਵਿੱਚ ਸਾਤੋਂ ਵਿਛੜ ਗਿਆ। ਪਰ ਕੀ 70 ਸਾਲਾਂ ਦੀਆਂ ਅਰਦਾਸਾਂ ਦੇ ਨਾਲ ਉਹ ਵਾਪਸ ਆ ਗਿਆ? ਨਹੀਂ ਮਿਲੇਗਾ। ਇੱਕ ਵਾਰੀ ਗੁਰਚਰਨ ਸਿੰਘ ਟੌਹੜਾ ਉੱਥੋਂ ਦੇ ਜਿਹੜਾ ਸੀ ਰਾਸ਼ਟਰਪਤੀ ਪਾਕਿਸਤਾਨ ਦਾ, ਉਹਨੂੰ ਵੀ ਮਿਲਿਆ ਕਿ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਜਾਵੇ। ਉਹ ਕਹਿਣ ਲੱਗੇ, ਉੱਥੋਂ ਦੇ ਰਾਸ਼ਟਰਪਤੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੂੰ ਕਹਿਣ ਲੱਗੇ, ਟੌਹੜਾ ਸਾਹਿਬ ਤੁਹਾਡਾ ਮੈਂ ਸਤਿਕਾਰ ਕਰਦਾ, ਸਿੱਖ ਹੋਣ ਦੇ ਨਾਤੇ ਤੁਸੀਂ ਮੇਰੇ ਕੋਲੇ ਆਏ ਹੋ, ਧੰਨਵਾਦ ਹੈ ਤੁਹਾਡਾ, ਪਰ ਜਿਹੜੇ ਇਹ ਵੱਡੇ ਮਸਲੇ ਨੇ ਇਹ ਤੁਹਾਡਾ ਕੋਈ ਆਪਣਾ ਦੇਸ਼ ਨਹੀਂ, ਤੁਸੀਂ ਮੇਰੇ ਨਾਲ ਦੇਸ਼ ਵਿਦੇਸ਼ ਦੀ ਡਾਇਰੈਕਟ ਕੋਈ ਗੱਲ ਨਹੀਂ ਕਰ ਸਕਦੇ, ਇਹ ਤੁਹਾਡੇ ਭਾਰਤ ਸਰਕਾਰ ਮੇਰੇ ਨਾਲ ਗੱਲ ਕਰ ਸਕਦੀ ਹੈ। ਤੇ ਭਾਰਤ ਸਰਕਾਰ ਨੂੰ ਤੁਸੀਂ ਕਹੋ ਉਹ ਸਾਨੂੰ ਇਹ ਚਿੱਠੀ ਲਿਖੇ, ਆਪਣੇ ਬੰਦੇ ਭੇਜੇ, ਅਸੀਂ ਗੱਲ ਅੱਗੇ ਤੋਰਾਂਗੇ, ਕਿਉਂਕਿ ਅਸੀਂ ਤੁਹਾਨੂੰ ਜੇ ਗੁਰਦੁਆਰਾ ਦੇਵਾਂਗੇ ਅਸੀਂ ਕਈ ਸਾਰੀਆਂ ਆਪਣੀਆਂ ਮਸਜਿਦਾਂ ਜਾਂ ਹੋਰ ਚੀਜ਼ਾਂ ਇਹਦੇ ਵੱਟੇ ਲਵਾਂਗੇ।
ਇਹ ਸਾਰਾ ਕੁਝ ਸਾਡਾ ਆਪਸ 'ਚ ਲੇਵਾ ਦੇਵੀ ਸੌਦੇਬਾਜ਼ੀ ਹੁੰਦੀ ਹੈ ਸਰਕਾਰਾਂ ਦੀ। ਐਵੇਂ ਮੁਫਤ ਦੇ ਵਿੱਚ ਕਿਸੇ ਨੂੰ ਕੋਈ ਚੀਜ਼ ਨਹੀਂ ਦਿੰਦਾ। ਤੁਸੀਂ ਆਪਣੀ ਸਰਕਾਰ ਨਾਲ ਗੱਲ ਕਰੋ, ਇੱਧਰੋਂ ਮੈਂ ਆਪਣੇ ਨੁਮਾਇੰਦੇ ਨਿਯੁਕਤ ਕਰਾਂਗਾ, ਫਿਰ ਕੋਈ ਮਸਲਾ ਹੱਲ ਹੋ ਸਕਦਾ। ਤੇ ਗੱਲ ਉੱਥੇ ਦੀ ਉੱਥੇ ਰਹਿ ਗਈ। ਟੌੜਾ ਸਾਹਿਬ ਤਾਂ ਨੀਵੀਂ ਜੀ ਪਾ ਕੇ ਆ ਗਏ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਗੱਲ ਇੱਦਾਂ ਨਹੀਂ ਹੋਇਆ ਕਰਦੀ, ਉਹਦਾ ਤਰੀਕਾ ਕੋਈ ਹੋਰ ਹੈ। ਤੇ ਹੁਣ ਜਦੋਂ ਕਰਤਾਰਪੁਰ ਦਾ ਲਾਂਘਾ ਇੱਥੇ ਮਿਲਿਆ ਤੇ ਗੁਰਦੁਆਰਾ ਬਣ ਗਿਆ, ਤੇ ਗੁਰੂ ਪਿਆਰ ਵਾਲਿਓ ਕਦੀ ਸੋਚ ਕੇ ਵੇਖੋ, ਉਸ ਲਾਂਘਾ ਮਿਲਣ ਦੇ ਨਾਲ ਸਾਨੂੰ ਪ੍ਰਾਪਤ ਕੀ ਹੋਇਆ। ਅਰਬਾਂ ਰੁਪਈਆ ਸਿੱਖਾਂ ਦਾ ਉਜੜ ਗਿਆ। ਭਾਈ ਰਵਿੰਦਰ ਸਿੰਘ ਨਾਮ ਦਾ ਬਰਮਿੰਘਮ ਇੰਗਲੈਂਡ ਦੇ ਰਹਿਣ ਵਾਲਾ ਇੱਕ ਬਹੁਤ ਅਮੀਰ ਵਪਾਰੀ ਇੰਡਸਟਰੀਲਿਸਟ, ਉਹਨੇ ਇਹ ਸਾਰਾ ਪੈਸਾ ਖਰਚਿਆ ਤੇ ਉਹਦੇ ਚੋਂ ਅੱਧਾ ਵੀ ਪੈਸਾ ਉੱਥੇ ਗੁਰਦੁਆਰੇ ਤੇ ਅਤੇ ਹੋਰਨਾਂ ਥਾਵਾਂ ਤੇ ਖਰਚ ਨਹੀਂ ਆਇਆ, ਤੇ ਅੱਧੇ ਤੋਂ ਵੱਧ ਪੈਸਾ ਤੇ ਉੱਥੋਂ ਦੀ ਪਾਕਿਸਤਾਨ ਸਰਕਾਰ ਨੇ ਆਪਣੇ ਖਜ਼ਾਨੇ 'ਚ ਜਮ੍ਹਾਂ ਕਰ ਲਿਆ, ਤੇ ਕੁਝ ਪੈਸਾ ਗੁਰਦੁਆਰੇ ਦੀ ਬਿਲਡਿੰਗ ਤੇ ਅਤੇ ਰਹਿਸ਼ੀ ਕਮਰਿਆਂ ਤੇ ਹੋਰਨਾਂ ਕੰਮਾਂ ਤੇ ਉਹ ਖਰਚ ਦਿੱਤਾ ਹੈ। ਇਹ ਪੈਸਾ ਕਿਤੋਂ ਹੋਰ ਨਹੀਂ ਆਇਆ, ਸਿੱਖਾਂ ਦੀਆਂ ਜੇਬਾਂ ਚੋਂ ਨਿਕਲਿਆ। ਸਰਦਾਰ ਰਵਿੰਦਰ ਸਿੰਘ ਬਰਮਿੰਘਮ ਇੰਗਲੈਂਡ ਦਾ ਰਹਿਣ ਵਾਲਾ, ਉਹਨੇ ਇਹ ਪਾਕਿਸਤਾਨ ਸਰਕਾਰ ਨੂੰ ਪੈਸਾ ਦਿੱਤਾ ਹੈ। ਤੇ ਬਹੁਤ ਸਾਰੇ ਸਾਡੇ ਭਰਾ ਬੜੀਆਂ ਬੜੀਆਂ ਟਪੂਸੀਆਂ ਮਾਰਦੇ ਸੀ, ਬਿਆਨਬਾਜ਼ੀਆਂ ਕਰਦੇ ਸੀ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੀਤੀਆਂ ਗਈਆਂ ਅਰਦਾਸਾਂ, ਸਾਡੀਆਂ ਇੰਨੇ ਹਜ਼ਾਰ ਵਾਰੀ ਅਰਦਾਸਾਂ ਹੋਈਆਂ ਸੀ, ਤਾਂ ਸਾਡੀ ਸੱਚੇ ਪਾਤਸ਼ਾਹ ਨੇ ਬੇਨਤੀ ਸੁਣ ਲਈ ਤੇ ਸਾਨੂੰ ਕਰਤਾਰਪੁਰ ਦਾ ਲਾਂਘਾ ਮਿਲ ਗਿਆ। ਤੇ ਫਿਰ ਕਰਤਾਰਪੁਰ ਦਾ ਇਕੱਲਾ ਕਿਉਂ ਮਿਲਿਆ ਤੇ ਸਾਰੇ ਗੁਰਦੁਆਰਿਆਂ ਦਾ ਕਿਉਂ ਨਹੀਂ ਮਿਲਿਆ? ਕਿਉਂਕਿ ਅਰਦਾਸ ਤਾਂ ਸਾਰਿਆਂ ਦੀ ਕਰਦੇ ਆ। ਹਰੇਕ ਗੱਲ ਨੂੰ ਆਪਣੇ ਅਨੁਸਾਰ ਢਾਲ ਲੈਣਾ ਤੇ ਸ਼ੋਰ ਮਚਾ ਦੇਣਾ ਤੇ ਲੋਕਾਂ ਨੂੰ ਕਮਲੀ ਬਣਾ ਦੇਣਾ, ਇਹੋ ਹੀ ਸਾਡੇ ਮੁਖੀਆਂ ਨੇ ਰਾਹ ਅਪਣਾਇਆ ਹੋਇਆ ਹੈ, ਜਦੋਂ ਕਿ ਇਸ ਤਰ੍ਹਾਂ ਨਹੀਂ ਹੋਇਆ ਹੁੰਦਾ। ਗੁਰਬਾਣੀ ਤਾਂ ਸਾਨੂੰ ਇੱਥੋਂ ਤੱਕ ਕਹਿ ਰਹੀ ਹੈ, ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਇ ਸਾਖੀ ਪਾਸ। ਹੇ ਇਨਸਾਨ, ਤੂੰ ਕਿਹੜੇ ਮੂੰਹ ਨਾਲ ਅਰਦਾਸ ਕਰਦਾ ਹੈ? ਤੂੰ ਆਪਣੀ ਜ਼ਿੰਦਗੀ ਦੇ ਤੌਰ ਤਰੀਕੇ ਪਰਖ। ਤੂੰ ਕਿੰਨੇ ਪਾਪ ਕੀਤੇ, ਕਿੰਨੇ ਪੁੰਨ ਕੀਤੇ, ਕਿੰਨਾ ਚੰਗੇ ਕੰਮ ਕੀਤੇ, ਕਿੰਨੇ ਬੁਰੇ ਕੰਮ ਕੀਤੇ, ਕਿੰਨੀ ਮਿਹਨਤ ਕੀਤੀ, ਕਿੰਨਾ ਵਿਹਲੜ ਰਿਹਾ। ਤੂੰ ਅਕਲਮੰਦ ਬਣਿਆ ਕਿ ਬੇਅਕਲ ਬਣਿਆ ਰਿਹਾ? ਤੂੰ ਅੱਜ ਤੱਕ ਕੀਤਾ ਕੀ ਹੈ, ਇਹਦੀ ਪਰਖ ਕਰ, ਤਾਂ ਤੇਰੀ ਅਰਦਾਸ ਕਾਮਯਾਬ ਹੋਵੇਗੀ। ਨਹੀਂ ਤਾਂ ਤੂੰ ਕਿਹੜੇ ਮੂੰਹ ਨਾਲ ਅਰਦਾਸਾਂ ਕਰੀ ਜਾਂਦਾ ਹੈ? ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਇ ਸਾਖੀ ਪਾਸ। ਅਸੀਂ ਇਹ ਵੀ ਗੁਰਬਾਣੀ ਚੋਂ ਪੜ੍ਹਦੇ ਹਾਂ, ਬਿਨ ਬੋਲਿਆਂ ਸਭ ਕੁਝ ਜਾਣਦਾ, ਕਿਸ ਆਗੈ ਕੀਚੈ ਅਰਦਾਸ ਜੀਓ। ਰੱਬ ਬਾਰੇ ਤਾਂ ਇਹ ਵੀ ਪ੍ਰਚਾਰਿਆ ਜਾਂਦਾ ਕਿ ਉਹ ਤਾਂ ਬਿਨਾਂ ਬੋਲੇ ਸਾਰਾ ਕੁਝ ਜਾਣਦਾ ਹੈ। ਕੀ ਸੂਰਜ ਸਾਨੂੰ ਅਰਦਾਸ ਕਰਨ ਤੋਂ ਬਾਅਦ ਮੰਗਵਾ ਮਿਲਿਆ? ਕੀ ਧਰਤੀ ਸਾਨੂੰ ਅਰਦਾਸ ਕਰਕੇ ਮੰਗੇ ਤੋਂ ਮਿਲੀ ਹੈ? ਕੀ ਜਿਹੜਾ ਧਰਤੀ 'ਚ ਪਦਾਰਥ ਨੇ ਉਹ ਮੰਗ ਕੇ ਮਿਲਦੇ ਨੇ? ਕੀ ਰਾਜ ਸਾਨੂੰ ਮੰਗੇ ਤੋਂ ਮਿਲਦਾ ਹੈ? ਕੀ ਦੁਨੀਆ ਤੇ ਜਿਹੜੇ ਲੋਕ ਇੰਨੇ ਵਧੇ ਨੇ ਉਹ ਅਰਦਾਸਾਂ ਕਰਕੇ ਕੁਝ ਮੰਗਾ ਮੰਗ ਕੇ ਅੱਗੇ ਵਧੇ ਨੇ? ਨਹੀਂ ਪਿਆਰਿਓ, ਅਕਲ ਅਤੇ ਹਿੰਮਤ, ਹੌਸਲਾ, ਤਾਕਤ, ਇਹਨੂੰ ਸਮੇਲ ਬਣਾ ਕੇ ਦੁਨੀਆ ਦੇ ਉੱਤੇ ਜਿਹੜੇ ਲੋਕ ਕਾਮਯਾਬ ਹੋਏ ਨੇ ਉਹ ਅਰਦਾਸ ਨਾਲ ਨਹੀਂ, ਹਿੰਮਤ ਹੌਸਲੇ ਨਾਲ ਅਤੇ ਅਕਲ ਦੀ ਵਰਤੋਂ ਕਰਕੇ ਉਹ ਕਾਮਯਾਬ ਹੋਏ ਨੇ। ਸਾਨੂੰ ਬਿਲਕੁਲ ਕਮਜ਼ੋਰ ਅਤੇ ਹੌਸਲਾਹੀਣ ਬਣਾ ਦਿੱਤਾ ਹੈ, ਜਦੋਂ ਕਿ ਸਾਧ ਬਾਬੇ, ਪੁਜਾਰੀ ਆਦਿਕ ਗੁਰਦੁਆਰਿਆਂ 'ਚ ਕਹਿੰਦੇ ਨੇ, ਮਹਾਰਾਜ ਅੱਗੇ ਅਰਦਾਸ ਕਰੋ ਤੇ ਤੁਹਾਨੂੰ ਸਭ ਕੁਝ ਮਿਲ ਜਾਵੇਗਾ। ਤੇ ਪੁੱਤਰਾਂ ਦੀ ਅਰਦਾਸ, ਨੌਕਰੀਆਂ ਦੀ ਅਰਦਾਸ, ਬਾਹਰ ਜਾਣ ਦੀ ਅਰਦਾਸ ਤੇ ਬਿਮਾਰੀਆਂ ਤੋਂ ਬਚਾਉਣ ਦੀ ਅਰਦਾਸ, ਪਤਾ ਨਹੀਂ ਕਿੰਨੀਆਂ ਕਿਸਮਾਂ ਦੀਆਂ ਅਰਦਾਸਾਂ ਹਰ ਵਕਤ ਚੱਲ ਰਹੀਆਂ ਨੇ, ਤੇ ਪੰਥ ਫਿਰ ਵੀ ਨਿੱਘਰਦਾ ਜਾ ਰਿਹਾ ਹੈ, ਨਿੱਘਰਦਾ ਜਾ ਰਿਹਾ ਹੈ। ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਇਕੱਲੀ ਅਰਦਾਸ ਨਾਲ ਕੰਮ ਚੱਲਦਾ ਹੁੰਦਾ ਤਾਂ ਅੱਜ ਤੱਕ ਸਾਰੀ ਦੁਨੀਆ ਵਿਹਲੀ ਬੈਠੀ ਹੁੰਦੀ ਤੇ ਅਰਦਾਸ ਨਾਲ ਹੀ ਸਾਰੇ ਆਪਣੀ ਮਨਮਰਜ਼ੀ ਦੀਆਂ ਚੀਜ਼ਾਂ ਪ੍ਰਾਪਤ ਕਰ ਲੈਂਦੇ। ਸਿੱਖਾਂ ਨੂੰ ਵੀ ਫਿਰ ਕੰਮ ਕਰਨ ਦੀ ਲੋੜ ਨਹੀਂ ਸੀ, ਅਰਦਾਸ ਨਾਲ ਸਾਰਾ ਕੁਝ ਪ੍ਰਾਪਤ ਕਰ ਲੈਂਦੇ। ਤੇ ਫਿਰ ਗੁਰੂ ਸਾਹਿਬ ਨੂੰ ਗੁਰਬਾਣੀ ਵੀ ਲਿਖਣ ਦੀ ਲੋੜ ਨਹੀਂ ਸੀ, ਕੱਲੀ ਅਰਦਾਸ ਹੀ ਲਿਖ ਕੇ ਧਰ ਜਾਂਦੇ, ਭਾਈ ਅਰਦਾਸ ਕਰ ਲਿਆ ਕਰੋ ਤੇ ਤੁਹਾਡੇ ਸਾਰੇ ਕੰਮ ਰਾਸ ਆ ਜਾਣਗੇ। ਗੁਰੂ ਪਿਆਰ ਵਾਲਿਓ, ਹੋਸ਼ ਦੇ ਵਿੱਚ ਆਓ, ਸਿਆਣੇ ਬਣੋ, ਹਿੰਮਤੀ ਬਣੋ, ਚੰਗੇ ਅਹੁਦਿਆਂ ਤੇ ਲੱਗੋ, ਚੰਗੀ ਵਿੱਦਿਆ ਹਾਸਲ ਕਰੋ, ਵਿਗਿਆਨੀ, ਡਾਕਟਰ, ਇੰਜੀਨੀਅਰ, ਜੱਜ, ਚੰਗੇ ਰਾਜਨੇਤਾ, ਇਹ ਵੱਡੇ ਅਹੁਦਿਆਂ ਤੇ ਤੁਸੀਂ ਆਓਗੇ ਤਾਂ ਆਪਣੇ ਲੋਕਾਂ ਦਾ ਕੋਈ ਸੁਧਾਰ ਕਰ ਸਕੋਗੇ। ਅਰਦਾਸਾਂ ਨਾਲ ਨਾ ਪਹਿਲਾਂ ਕੁਝ ਹੋਇਆ ਨਾ ਅੱਗੋਂ ਨੂੰ ਕੋਈ ਸਮਰਨਾ ਹੈ। ਇਹ ਤੇ ਸਾਨੂੰ ਕੇਵਲ ਮੂਰਖ ਬਣਾਉਣ ਵਾਸਤੇ, ਆਲਸੀ ਬਣਾਉਣ ਵਾਸਤੇ, ਜਾਦੂਗਰੀਆਂ 'ਚ ਪਾਉਣ ਵਾਸਤੇ, ਪੁਜਾਰੀਆਂ ਨੇ ਲੁੱਟ ਕੇ ਖਾਣ ਵਾਸਤੇ ਸਾਨੂੰ ਇਸ ਰਾਹ ਤੇ ਤੋਰ ਦਿੱਤਾ ਹੈ। ਇਸ ਤਰ੍ਹਾਂ ਦੀ ਅਰਦਾਸ ਨਾਲ ਕੁਝ ਵੀ ਸਾਡਾ ਪਹਿਲਾਂ ਨਾ ਸਮਰਿਆ ਤੇ ਨਾ ਅੱਜ ਤੱਕ ਸਮਰਨਾ ਹੈ। ਸਵਾਲ ਨੰਬਰ 128 ਬੀਬੀ ਜਸਬੀਰ ਕੌਰ ਮੋਹਾਲੀ ਤੋਂ ਸਵਾਲ ਕਰਦੇ ਨੇ, ਰਾਮਦਾਸ ਸਰੋਵਰ ਨਹਾਤੇ
ਸਭ ਉਤਰੇ ਪਾਪ ਕਮਾਤੇ, ਇਹਦੇ ਕੀ ਭਾਵ ਅਰਥ ਨੇ? ਇਹ ਸ਼ਬਦ ਰਾਮਦਾਸ ਸਰੋਵਰ ਨਹਾਤੇ ਵਾਲੇ ਦੋ ਸ਼ਬਦ ਨੇ, ਇੱਕ 624 ਪੰਨੇ ਤੇ ਇੱਕ 625 ਪੰਨੇ ਤੇ। ਗੱਲ ਦੋਵਾਂ 'ਚ ਲਗਭਗ ਮਿਲਦੀ ਜੁਲਦੀ ਹੈ। ਗੱਲ ਹੋ ਰਹੀ ਹੈ ਗੁਰੂ ਦਾ ਹੁਕਮ ਮੰਨਣਾ, ਆਪਣੇ ਮਨ ਨੂੰ, ਆਪਣੇ ਦਿਮਾਗ ਨੂੰ ਸਾਫ਼ ਕਰਨਾ, ਵਿਕਾਰਾਂ ਤੋਂ ਬਚਾਉਣਾ ਤੇ ਬੁਰਾਈਆਂ ਤੋਂ ਰੋਕ ਕੇ ਚੰਗੇ ਇਨਸਾਨ ਬਣਨਾ। ਇਸ ਗੱਲ ਨੂੰ ਭੁਲਾ ਕੇ ਸਾਡੇ ਪੁਜਾਰੀ ਲਾਣੇ ਨੇ ਸਰੋਵਰ ਦੇ ਨਾਲ ਸਾਰੇ ਸਿੱਖ ਸਮਾਜ ਨੂੰ ਜੋੜ ਦਿੱਤਾ ਹੈ। ਸਰੋਵਰ ਤਾਂ ਪਹਿਲਾਂ ਹੀ ਭਾਰਤ ਦੇ ਵਿੱਚ 68 ਤੀਰਥ ਵੀ ਕੋਈ ਕਹਿੰਦਾ ਹੈ, ਕੋਈ 368 ਵੀ ਕਹਿੰਦਾ ਹੈ, ਭਾਵ ਕਿ ਇੱਥੇ ਹਰ ਦਰਿਆ ਨੂੰ, ਹਰ ਟੋਭੇ ਨੂੰ, ਹਰ ਨਦੀ ਨੂੰ, ਨਾਲੇ ਨੂੰ ਪਵਿੱਤਰ ਕਰਾਰ ਦਿੱਤਾ ਗਿਆ ਸੀ। ਬਲਕਿ ਹਰੇਕ ਸਾਧ ਸੰਤ ਦੇ ਪੈਰਾਂ ਦੇ ਪਾਣੀ ਨੂੰ ਵੀ ਅੰਮ੍ਰਿਤ ਬਣਾ ਕੇ ਪੇਸ਼ ਕੀਤਾ ਗਿਆ। ਇੱਥੇ ਤਾਂ ਹਾਲਤ ਇੰਨੀ ਪੁਜਾਰੀ ਨੇ ਨਿਘਾਰ ਦਿੱਤੀ ਸੀ, ਪੁਜਾਰੀਆਂ ਦਾ ਪਿਸ਼ਾਬ ਤੇ ਮਲ ਮੂਤਰ ਵੀ ਲੋਕ ਪੀਂਦੇ ਰਹੇ ਨੇ। ਗਊਆਂ ਦਾ ਪਿਸ਼ਾਬ ਨਾ ਸਮਝ ਸ਼ਰਧਾਲੂਆਂ ਨੂੰ ਅੱਜ ਤੱਕ ਪੀਣ ਤੇ ਪ੍ਰੇਰਨਾ ਕੀਤੀ ਜਾ ਰਹੀ ਹੈ ਕਿ ਗਊ ਦਾ ਪਵਿੱਤਰ ਪਿਸ਼ਾਬ ਪੀਓ ਤੇ ਤੁਹਾਡੇ ਸਾਰੇ ਰੋਗ ਕੱਟੇ ਜਾਣਗੇ, ਤੁਸੀਂ ਅਗਲੇ ਜਨਮ ਦੇ ਵਿੱਚ ਸੁਰਗਾਂ 'ਚ ਜਾਓਗੇ। ਇਹ ਸਾਰਾ ਕੁਝ ਪੁਜਾਰੀ ਨੇ ਸਦੀਆਂ ਤੋਂ ਇਸ ਤਰ੍ਹਾਂ ਕੀਤਾ ਹੈ। ਤੁਹਾਨੂੰ ਇਹ ਵੀ ਪਤਾ ਹੈ ਕਿ ਸਾਰੇ ਟੋਭਿਆਂ 'ਚ, ਸਾਰੇ ਸਰੋਵਰਾਂ 'ਚ ਪਿਛਲੇ ਸਮੇਂ 'ਚ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ ਸੀ। ਅੱਜ ਵਾਂਗੂ ਟਿਊਬਵੈੱਲ ਵਗੈਰਾ ਨਹੀਂ ਹੁੰਦੇ ਸੀ। ਖੂਹਾਂ ਦੇ ਵਿੱਚੋਂ ਵੀ ਪਾਣੀ ਬਹੁਤ ਘੱਟ ਕੱਢਿਆ ਜਾ ਸਕਦਾ ਸੀ। ਟੋਭੇ ਵਗੈਰਾ ਜਾਂ ਸਰੋਵਰ ਵਗੈਰਾ ਖੂਹਾਂ ਦੇ ਨਾਲ ਭਰਨੇ ਬਹੁਤ ਔਖੇ ਸੀ। ਅੰਮ੍ਰਿਤਸਰ ਦੇ ਵਿੱਚ ਵੀ ਇੱਕ ਅੱਜ ਤੱਕ ਗੁਰਦੁਆਰਾ ਬਣਿਆ ਹੋਇਆ ਛਿਆਟਾ ਸਾਹਿਬ, ਭਾਵ ਕਿ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਗੁਰੂ ਅਰਜਨ ਸਾਹਿਬ ਨੇ 6 ਖੂਹ ਲਗਵਾਏ, 6 ਬਿੱਡ ਲਗਵਾਏ। ਇੱਕ ਵੱਡਾ ਖੂਹ ਇੰਨਾ ਚੌੜਾ ਕਰਵਾਇਆ ਤਾਂ ਕਿ 6 ਬਿੱਡ, 6 ਜੋੜੀਆਂ ਬਲਦਾਂ ਦੀਆਂ ਉੱਥੇ ਇਕੱਠੀਆਂ ਪਾਣੀ ਕੱਢਣ ਲੱਗਣ। 6 ਥਾਵਾਂ ਤੋਂ ਟਿੰਡਾਂ ਲਗਾਤਾਰ ਪਾਣੀ ਬਾਹਰ ਕੱਢਣ, ਫਿਰ ਉਹਨਾਂ ਲੋਕਾਂ ਦੀ ਪਾਣੀ ਦੀ ਲੋੜ ਪੂਰੀ ਹੋਵੇਗੀ। ਇੰਨਾ ਮੁਸ਼ਕਲ ਸੀ ਉਹਨਾਂ ਜ਼ਮਾਨਿਆਂ 'ਚ ਕੰਮ। ਤੇ ਉਦੋਂ ਤਾਂ ਟਿੰਡਾਂ ਵੀ ਅੱਜ ਵਰਗੀਆਂ ਲੋਹੇ ਦੀਆਂ ਨਹੀਂ ਹੁੰਦੀਆਂ ਸੀ। ਬਾਕੀ ਪਾਈਪਾਂ ਵਗੈਰਾ ਦਾ ਤਾਂ ਹਾਲੇ ਕਾਢ ਨਿਕਲੀ ਹੀ ਕੋਈ ਨਹੀਂ ਸੀ। ਖੈਰ, ਇਹ ਜਿਹੜਾ ਸਰੋਵਰ ਨੇ ਲੋਕਾਂ ਦੇ ਪੀਣ ਨੂੰ, ਪਸ਼ੂਆਂ ਦੇ ਪੀਣ ਨੂੰ, ਕੱਪੜੇ ਧੋਣ ਨੂੰ, ਸਾਰੀਆਂ ਲੋੜਾਂ ਪੂਰੀਆਂ ਕਰਨ ਨੂੰ ਇਹ ਟੋਭੇ, ਇਹ ਸਰੋਵਰ, ਇਹ ਨਦੀਆਂ, ਇਹ ਨਾਲੇ ਪੁਰਾਤਨ ਸਮਿਆਂ 'ਚ ਬਹੁਤੇ ਪਿੰਡ, ਸ਼ਹਿਰ ਆਦਿਕ ਨਦੀਆਂ ਦੇ ਕਿਨਾਰਿਆਂ 'ਤੇ ਤਾਂ ਹੀ ਵਸਦੇ ਸੀ ਕਿਉਂਕਿ ਨਦੀ 'ਚੋਂ, ਦਰਿਆ 'ਚੋਂ ਪਾਣੀ ਪੀਣ ਦੀ ਆਰਾਮ ਨਾਲ ਸਹੂਲਤ ਮਿਲ ਜਾਂਦੀ ਸੀ। ਹੌਲੀ ਹੌਲੀ ਲੋਕਾਂ ਨੇ ਦੂਰ ਜਾ ਕੇ ਸ਼ਹਿਰਾਂ ਤੋਂ, ਕਿਉਂਕਿ ਆਬਾਦੀ ਵੱਧਦੀ ਗਈ, ਡੂੰਘੇ ਟੋਏ ਪੁੱਟਣੇ, ਉਹਨਾਂ ਨੂੰ ਟੋਭੇ ਜਾਂ ਸਰੋਵਰ ਕਹਿਣਾ ਸ਼ੁਰੂ ਕਰਨਾ। ਉਹਦੇ ਵਿੱਚੋਂ ਮਿੱਟੀ ਵੀ ਪਿੰਡ ਦੀਆਂ ਲੋੜਾਂ ਵਾਸਤੇ ਵਰਤ ਲੈਣੀ ਤੇ ਮੀਂਹ ਦਾ ਪਾਣੀ ਵੀ ਉਹਦੇ 'ਚ ਰੋਕ ਲੈਣਾ, ਤਾਂ ਉਸ ਪਾਣੀ 'ਚੋਂ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ। ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਵੀ ਮੀਂਹ ਦਾ ਪਾਣੀ ਹੀ ਆਉਂਦਾ ਸੀ ਤੇ ਉਹਨੂੰ ਸੰਭਾਲ ਕੇ, ਸਾਫ਼ ਕਰਕੇ ਪੀਣ ਨੂੰ ਅਤੇ ਹੋਰਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਇਹਦੇ ਵਿੱਚੋਂ ਵਰਤੋਂ ਕੀਤੀ ਜਾਂਦੀ ਸੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਸਿੱਖਾਂ ਨੇ ਫਿਰ ਇਹ ਬੇਨਤੀ ਕੀਤੀ ਕਿ ਆਬਾਦੀ ਵੱਧ ਗਈ, ਆਲੇ ਦੁਆਲੇ ਮੀਂਹ ਦਾ ਪਾਣੀ ਆਉਣਾ ਔਖਾ ਹੈ ਤੇ ਮੀਂਹ ਦਾ ਪਾਣੀ ਹੁੰਦਾ ਵੀ ਗੰਦਾ ਹੈ ਤੇ ਇਹਦਾ ਕੋਈ ਹੋਰ ਪ੍ਰਬੰਧ ਕਰੀਏ। ਮਹਾਰਾਜਾ ਰਣਜੀਤ ਸਿੰਘ ਦੇ ਇੰਜੀਨੀਅਰਾਂ ਨੇ ਉਹ ਰਾਵੀ ਦਰਿਆ ਦੇ ਵਿੱਚੋਂ ਇੱਕ ਖਾਲਾ ਬਣਾਇਆ। ਉਸ ਖਾਲੇ ਦੇ ਰਾਹੀਂ ਦਰਿਆ ਦਾ ਪਾਣੀ ਸਰੋਵਰ ਦੇ ਵਿੱਚ ਪਾਇਆ ਗਿਆ। ਮੈਂ ਖੁਦ ਜਦੋਂ ਫੌਜ ਦੇ ਵਿੱਚ ਸੀ ਤਾਂ ਉਦੋਂ ਅੰਬਾਲੇ ਦੇ ਵਿੱਚ ਮੈਂ ਇਹ ਵੇਖਿਆ ਕਿ ਅੰਬਾਲੇ ਦੀ ਛਾਉਣੀ ਦੇ ਵਿੱਚ ਨਹਿਰ ਦਾ ਪਾਣੀ ਦੂਰੋਂ ਦੂਰੋਂ ਆਉਂਦਾ ਸੀ। ਸਾਰੀ ਛਾਉਣੀ 'ਚ ਖਾਲੇ ਬਣਾਏ ਹੋਏ ਘੁੰਮਦੇ ਸੀ। ਉਹਨਾਂ ਖਾਲਿਆਂ 'ਚ ਬਹੁਤੀਆਂ ਥਾਵਾਂ 'ਤੇ ਛੱਤ ਪਾਈ ਹੁੰਦੀ ਸੀ, ਪਰ ਜਿੱਥੋਂ ਜਿੱਥੋਂ ਪਾਣੀ ਲੋਕਾਂ ਨੇ ਲੈਣਾ ਉੱਥੋਂ ਛੱਤ ਤੋਂ ਖਾਲੇ ਨੂੰ ਨੰਗਾ ਕੀਤਾ ਹੁੰਦਾ ਸੀ ਤੇ ਲੋਕੀ ਉਹਦੇ ਵਿੱਚੋਂ ਪਾਣੀ ਲੋੜ ਵਾਸਤੇ ਭਰ ਲੈਂਦੇ ਸੀ, ਪਰ ਉਹਦੇ ਵਿੱਚ ਗੰਦਮੰਦ ਕੋਈ ਨਹੀਂ ਸੀ ਪਾਉਂਦਾ ਕਿਉਂਕਿ ਸਭ ਨੂੰ ਪਤਾ ਸੀ ਇਹ ਪਾਣੀ ਪੀਣ ਵਾਸਤੇ ਵਰਤਿਆ ਜਾਂਦਾ ਹੈ। ਇਹ 1970 ਤੱਕ ਦੀ ਗੱਲ ਹੈ ਜਿਹੜੀ ਕਿ ਮੈਂ ਵੇਖ ਚੁੱਕਿਆ ਅੰਬਾਲੇ ਦੇ ਵਿੱਚ। ਉਦੋਂ ਬਾਅਦ ਦੇ ਵਿੱਚ ਹੋਰ ਸੁਧਾਰ ਹੋ ਗਏ ਹੋਣਗੇ। ਖੈਰ, ਇੱਥੇ ਜਿਹੜੀ ਮੈਂ ਬੇਨਤੀ ਕਰ ਰਿਹਾ, ਭਾਰਤ ਦੇ ਵਿੱਚ ਤਾਂ ਗੰਗਾ ਜੋ ਗੋਦਾਵਰੀ ਜਾਈ ਹੈ, ਕੁੰਭ ਜੋ ਕੇਦਾਰ ਨਹਾਈ ਹੈ, ਗਊ ਗੋਮਤੀ ਸਹਿਸ ਗਊ ਦਾਨ ਕੀਜੈ, ਬੜਾ ਕੁਝ ਲਿਖਿਆ ਹੋਇਆ ਹੈ ਕਿ ਇਹਨਾਂ ਸਾਰੇ ਦਰਿਆਵਾਂ 'ਤੇ ਵੀ ਜੇ ਨਹਾ ਲਈਏ ਤਾਂ ਵੀ ਕੋਈ ਫਰਕ ਨਹੀਂ ਪੈਣ ਲੱਗਿਆ ਤੇ ਜਿੰਨੇ ਮਰਜ਼ੀ ਸਰੋਵਰਾਂ 'ਚ ਨਹਾ ਲਈਏ ਕੋਈ ਫਰਕ ਨਹੀਂ ਪੈਣ ਲੱਗਿਆ। ਗੁਰਬਾਣੀ ਇੱਥੇ ਸਾਨੂੰ ਸਮਝਾ ਰਹੀ ਹੈ, ਸਭ ਕੁਸਲ ਖੇਮ ਪ੍ਰਭ ਧਾਰੇ। ਪ੍ਰਭੂ ਪਰਮਾਤਮਾ ਸਾਰਾ ਕੁਛ ਸੁਖ ਸ਼ਾਂਤੀ ਦੇਣ ਵਾਲਾ ਹੈ। ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ। ਇਹ ਰਹੋ ਵਾਲਾ ਬੰਦਾ ਹੈ। ਸਹੀ ਸਲਾਮਤ ਸਭ ਥੋਕ ਉਬਾਰੇ,
ਪ੍ਰਭੂ ਪਰਮਾਤਮਾ ਦੇ ਨਿਯਮ ਨੂੰ ਮੰਨਣ ਵਾਲੇ ਸਿਆਣੇ ਇਨਸਾਨਾਂ ਨੂੰ ਕੁਦਰਤ ਨੇ, ਰੱਬ ਨੇ ਉਭਾਰ ਦਿੱਤਾ ਹੈ, ਸਫਲ ਕਰ ਦਿੱਤਾ ਹੈ। ਉਹ ਗਿਆਨਵਾਨ ਕਿਵੇਂ ਬਣੇ? ਗੁਰ ਕਾ ਸ਼ਬਦ ਵਿਚਾਰੇ, ਗੁਰੂ ਦੇ ਸ਼ਬਦ ਨੂੰ ਪੜ੍ਹ ਲਿਆ, ਅਕਲਮੰਦ ਬਣ ਗਏ, ਗਿਆਨਵਾਨ ਬਣ ਗਏ। ਗਿਆਨਵਾਨ ਬਣ ਕੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ, ਕਿਵੇਂ ਬਚ ਸਕਦੇ ਹਾਂ, ਕਿਵੇਂ ਮਰ ਸਕਦੇ ਹਾਂ, ਤੇ ਕਿਵੇਂ ਅਸੀਂ ਵਿਕਾਸ ਕਰ ਸਕਦੇ ਹਾਂ, ਕਿਵੇਂ ਢਹਿੰਦੀ ਕਲਾ ਜਾ ਸਕਦੇ ਹਾਂ। ਪਹਿਲੀਆਂ ਪੰਕਤੀਆਂ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਰਾਮ ਦੇ ਦਾਸ ਦੇ ਸਰੋਵਰ ਵਿੱਚ, ਭਾਵ ਕਿ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਅਸੀਂ ਇਸ਼ਨਾਨ ਕੀਤਾ। ਇਸ਼ਨਾਨ ਕਾਹਦਾ? ਮਨ ਦਾ ਇਸ਼ਨਾਨ ਕੀਤਾ। ਅਸੀਂ ਉੱਥੇ ਗਿਆਨ ਲਿਆ, ਚੰਗੀ ਮੱਤ ਲਈ। ਸਭ ਉਤਰੇ ਪਾਪ ਕਮਾਤੇ, ਅਸੀਂ ਬੁਰਾਈਆਂ ਤੋਂ ਬਚ ਗਏ, ਸਾਨੂੰ ਉੱਥੇ ਜਾ ਕੇ ਚੰਗੀ ਮੱਤ ਮਿਲ ਗਈ। ਨਿਰਮਲ ਹੋਏ ਕਰ ਇਸ਼ਨਾਨਾ, ਅਸੀਂ ਆਤਮਿਕ ਤੌਰ ਤੇ ਮੈਲ ਰਹਿਤ ਹੋ ਗਏ, ਕਿਉਂਕਿ ਗਿਆਨ ਦਾ ਇਸ਼ਨਾਨ ਕਰ ਲਿਆ। ਗੁਰਪੂਰੈ ਕੀਨੇ ਦਾਨਾ, ਸਾਨੂੰ ਪੂਰੇ ਗੁਰੂ ਨੇ ਗਿਆਨ ਦਾ ਦਾਨ ਕਰਕੇ ਸਾਡੇ ਹਿਰਦੇ 'ਚ ਵਸਾ ਦਿੱਤਾ। ਸਾਧ ਸੰਗ ਮਲ ਲਾਥੀ, ਇੱਥੇ ਆ ਗਈ ਗੱਲ ਕਲੀਅਰ। ਸਾਧ ਸੰਗਤ ਦੇ ਵਿੱਚ ਜਾ ਕੇ ਵਿਕਾਰਾਂ ਰੂਪੀ ਮੈਲ ਸਾਡੇ ਦਿਮਾਗ ਤੋਂ ਲਹਿ ਗਈ। ਪਾਰ ਬ੍ਰਹਮ ਭਇਓ ਸਾਥੀ, ਉਹ ਪਾਰ ਬ੍ਰਹਮ ਅਕਾਲ ਪੁਰਖ, ਉਹਦੇ ਕੁਦਰਤ ਦੇ ਨਿਯਮ, ਉਹਨੇ ਸਾਡਾ ਸਾਥ ਦਿੱਤਾ। ਭਾਵ ਕਿ ਅਸੀਂ ਉਹਨਾਂ ਨਿਯਮਾਂ ਨੂੰ ਅਪਣਾ ਲਿਆ ਕਿ ਅਸੀਂ ਸੁਖੀ ਕਿਵੇਂ ਰਹਿ ਸਕਦੇ ਹਾਂ। ਅਸੀਂ ਉਹਨੂੰ ਆਪਣੇ ਸਾਥੀ ਬਣਾ ਲਿਆ। ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ। ਅਸੀਂ ਉਸ ਨਿਯਮ ਨੂੰ, ਉਸ ਨਾਮ ਨੂੰ ਸਦਾ ਹਿਰਦੇ 'ਚ ਵਸਾ ਲਿਆ। ਤੇ ਇਸ ਤਰ੍ਹਾਂ ਅਸੀਂ ਆਦਿ ਪੁਰਖ, ਜਿਹੜਾ ਆਦਿ ਸੱਚ, ਜੁਗਾਦ ਸੱਚ ਤੋਂ ਸੱਚ ਦਾ ਨਿਯਮ ਚੱਲਦਾ ਆ ਰਿਹਾ ਹੈ, ਕੁਦਰਤ ਦੇ ਅਟਲ ਨਿਯਮ ਜਿਹੜੇ ਵਰਤ ਰਹੇ ਨੇ, ਜਿਹੜੇ ਇਸ ਕੁਦਰਤ ਨੂੰ ਚਲਾ ਰਹੇ ਨੇ, ਅਸੀਂ ਉਹਨਾਂ ਨੂੰ ਪਾ ਲਿਆ ਤੇ ਉਹਨਾਂ ਨੂੰ ਸਮਝ ਲਿਆ, ਤੇ ਫਿਰ ਅਸੀਂ ਸੁਖੀ ਜੀਵਨ ਵਾਲੇ ਬਣ ਗਏ। ਇਹ ਸਰੋਵਰ ਪਾਣੀ ਵਾਲਾ, ਉਹਦੇ ਨਹਾਉਣ ਦੀ ਕੋਈ ਇੱਥੇ ਗੱਲ ਨਹੀਂ ਹੋ ਰਹੀ। ਇਹ ਤਾਂ ਪੁਜਾਰੀ ਤਬਕੇ ਨੇ ਸਾਨੂੰ ਮੂਰਖ ਬਣਾ ਕੇ ਇਹਨਾਂ ਚੀਜ਼ਾਂ ਦਾ ਪ੍ਰਚਾਰ ਕਰਕੇ ਲੁੱਟਣ ਦਾ ਢੰਗ ਅਪਣਾਇਆ, ਤਾਂ ਕਿ ਲੋਕਾਂ ਨੂੰ ਅਕਲ ਕਦੀ ਨਾ ਦਿਓ। ਸਰੋਵਰਾਂ ਆਦਿਕ ਦੇ ਵਿੱਚ ਚੁੱਭੀਆਂ ਲਗਵਾਉਂਦੇ ਰਹੋ, ਉਹਨਾਂ ਦੇ ਬੋਝੇ 'ਚੋਂ ਮਾਇਆ ਕਢਵਾਉਂਦੇ ਰਹੋ, ਤੇ ਆਪ ਵਿਹਲੇ ਬੈਠ ਕੇ ਢਿੱਡ ਵਧਾਉਂਦੇ ਰਹੋ, ਐਸ਼ ਕਰਦੇ ਰਹੋ। ਇਹ ਸਾਰਾ ਕੁਝ ਸਾਡੇ ਆਪਣੇ ਹੀ ਪੁਜਾਰੀ ਤਬਕੇ ਸਾਰੇ ਪਾਸੇ ਕਰ ਰਹੇ ਨੇ। ਜਿਵੇਂ ਜਿਵੇਂ ਸਾਡੇ ਦਿਮਾਗ ਦਾ ਵਿਕਾਸ ਹੋਵੇਗਾ, ਤਿਵੇਂ ਤਿਵੇਂ ਅਸੀਂ ਤਰੱਕੀ ਕਰਾਂਗੇ। ਪੁਜਾਰੀ ਦੇ ਮੱਕੜ ਜਾਲ 'ਚੋਂ ਅਸੀਂ ਨਿਕਲਦੇ ਚਲੇ ਜਾਵਾਂਗੇ। ਸਵਾਲ ਨੰਬਰ 129, ਭਾਈ ਮੋਹਿਤ ਸਿੰਘ ਇਹ ਪੁੱਛਦੇ ਨੇ ਕਿ ਖੁਸ਼ੀ ਦੇ ਸਮੇਂ 'ਤੇ ਕੀ ਸਿੱਖ ਭੰਗੜਾ ਪਾ ਸਕਦੇ ਨੇ, ਬੀਬੀਆਂ ਗਿੱਧਾ ਪਾ ਸਕਦੀਆਂ ਨੇ? ਇਹਨਾਂ ਦਾ ਇਹ ਸਵਾਲ ਹੈ। ਬੜੀ ਦੇਰ ਤੋਂ ਮੈਂ ਵੀ ਇਹਨਾਂ ਪ੍ਰਭਾਵਾਂ ਦੇ ਥੱਲੇ ਸੀ, ਕਿਉਂਕਿ ਸਾਨੂੰ ਮਿਸ਼ਨਰੀਆਂ ਨੂੰ ਵੀ ਸ਼ੁਰੂ ਦੇ ਵਿੱਚ ਇਹੀ ਸਿਖਾਇਆ ਗਿਆ ਸੀ ਕਿ ਆਪਾਂ ਕੋਈ ਵੀ ਖੁਸ਼ੀ ਨਹੀਂ ਮਨਾਉਣੀ, ਗਿੱਧੇ ਨਹੀਂ ਪਾਉਣੇ, ਭੰਗੜੇ ਨਹੀਂ ਪਾਉਣੇ, ਤੇ ਹੋਰ ਬਹੁਤ ਕੁਝ ਸਾਨੂੰ ਰੋਕਿਆ ਸੀ। ਚੰਗੇ ਕੱਪੜਿਆਂ ਤੋਂ ਵੀ ਰੋਕਿਆ ਗਿਆ ਸੀ, ਤੇ ਬੀਬੀਆਂ ਵਾਸਤੇ ਹਾਰ ਸ਼ਿੰਗਾਰ ਤੋਂ ਰੋਕਿਆ ਗਿਆ ਸੀ। ਮੈਂ ਆਪ ਇਹਦੇ ਵਿਰੁੱਧ ਪ੍ਰਚਾਰ ਕਰਦਾ ਰਿਹਾ। ਤੇ ਇੱਥੇ ਇਹ ਵੀ ਯਾਦ ਰਵੇ, ਸਾਨੂੰ ਸਾਰੇ ਮਿਸ਼ਨਰੀਆਂ ਨੂੰ ਕਾਲੀ ਪੱਗ ਬੰਨ੍ਹਣ ਦਾ ਹੁਕਮ ਸੀ, ਤੇ ਮੈਂ ਹੁਣ ਤੱਕ ਉਹ ਕਾਲੀ ਪੱਗ ਵਾਲਾ ਨਿਯਮ ਨਿਭਾਇਆ। ਤੇ ਹੁਣ ਕੁਝ ਸਮਾਂ ਹੋਇਆ ਬਦਲਵੇਂ ਰੰਗਾਂ ਦੀਆਂ ਪੱਗਾਂ ਬੰਨ੍ਹਣ ਲੱਗਿਆ, ਨਹੀਂ ਤਾਂ ਸਾਰੀ ਉਮਰ ਵੀ ਮੇਰੀ ਇਹਨਾਂ ਕਠੋਰ ਨਿਯਮਾਂ ਦੇ ਵਿੱਚ ਬੀਤੀ ਹੈ। ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਜਿਵੇਂ ਜਿਵੇਂ ਸਮਝ ਆਉਂਦੀ ਹੈ, ਇੰਨੀ ਕਠੋਰਤਾ ਧਰਮ ਦੇ ਵਿੱਚ ਸਾਡੇ ਨਹੀਂ ਹੈ। ਇਹ ਕਿਸੇ ਹੋਰ ਧਰਮ ਦੇ ਵਿੱਚ ਇਹ ਕਠੋਰਤਾ ਹੋਵੇ ਤਾਂ ਹੋਵੇ, ਪਰ ਸਿੱਖਾਂ ਦੇ ਵਿੱਚ ਤਾਂ ਗੁਰੂ ਸਾਹਿਬ ਨੇ ਸਾਨੂੰ ਬਹੁਤ ਆਜ਼ਾਦੀ ਦਿੱਤੀ ਹੈ, ਬਲਕਿ ਕਠੋਰਤਾ ਦੇ ਨਿਯਮਾਂ ਦੇ ਵਿੱਚੋਂ ਸਾਨੂੰ ਆਜ਼ਾਦ ਕੀਤਾ ਹੈ। ਧਰਮ ਦੇ ਨਾਂ 'ਤੇ ਬਹੁਤ ਕੁਝ ਸਾਡੇ ਮੱਥੇ 'ਤੇ ਮੜ੍ਹਿਆ ਗਿਆ। ਆਲੇ ਦੁਆਲੇ ਧਿਆਨ ਮਾਰੋ, ਅੱਜ ਤੱਕ ਇਸਲਾਮ ਦੇ ਵਿੱਚ ਕਠੋਰਤਾ ਦੀ ਪਾਲਣਾ ਕਰਦਿਆਂ ਉਹਨਾਂ ਦੇ ਦਾੜੀ ਕੇਸਾਂ ਦਾ ਸਪੈਸ਼ਲ ਸਟਾਈਲ ਨਿਸ਼ਚਿਤ ਹੋ ਚੁੱਕਿਆ ਹੋਇਆ ਹੈ। ਉਹਨਾਂ ਦੇ ਗੁਪਤ ਅੰਗ ਤੋਂ ਅੱਗੋਂ ਮਾਸ ਕੱਟਿਆ ਜਾਂਦਾ, ਉਹਨੂੰ ਸੁੰਨਤ ਕਰਨਾ ਕਹਿੰਦੇ ਨੇ। ਉਹ ਅੱਜ ਤੱਕ ਛੋਟੇ ਬੱਚੇ ਨੂੰ, 9-10 ਸਾਲ ਦੇ ਬੱਚੇ ਨੂੰ ਪਕੜ ਕੇ ਉਹਦੀ ਇੱਛਾ ਤੋਂ ਵਿਰੁੱਧ, ਉਹਨੂੰ ਪਤਾ ਵੀ ਨਹੀਂ ਹੁੰਦਾ ਇਹ ਕੀ ਹੋਇਆ, ਤੇ ਸਬਜ਼ ਬਾਗ ਵਿਖਾ ਕੇ ਕਿ ਇਹਦੇ ਨਾਲ ਆਹ ਖੁਸ਼ੀਆਂ, ਇਹ ਆਨੰਦ, ਇਹ ਸਵਰਗ, ਇਹ ਹੂਰਾਂ, ਬਹੁਤ ਕੁਝ ਮਿਲਦਾ ਹੈ, ਉਹਦੇ ਤਹਿਤ ਉਹਦੀ ਸੁੰਨਤ ਵੀ ਕਰ ਦਿੱਤੀ ਜਾਂਦੀ ਹੈ, ਤੇ ਵੱਡੀਆਂ ਖੁਸ਼ੀਆਂ ਇਸ ਗੱਲ ਦੀਆਂ ਮਨਾਈਆਂ ਜਾਂਦੀਆਂ ਨੇ। 1952 ਤੱਕ ਮੁਸਲਮਾਨੀ ਦੇਸ਼ਾਂ ਦੇ ਵਿੱਚ ਲੜਕੀਆਂ ਦੇ ਵੀ ਗੁਪਤ ਅੰਗ ਦੇ ਅੰਦਰੋਂ ਇੱਕ ਖਾਸ ਅੰਗ ਕੱਟ ਕੇ ਉਹਨਾਂ ਦੀ ਵੀ ਸੁੰਨਤ ਕੀਤੀ ਜਾਂਦੀ ਸੀ। ਮੈਂ ਬਹੁਤ ਸਾਰੇ ਜਿਹੜੇ ਡਿਸਕਵਰੀ ਚੈਨਲ ਆਦਿਕ ਦੇ ਵਿਦਵਾਨਾਂ ਦੇ ਉੱਤੇ, BBC ਲੰਦਨ ਦੇ ਰੇਡੀਓ ਤੇ ਵਿਦਵਾਨਾਂ ਦੇ ਇਹ ਵਿਚਾਰ ਸੁਣ ਚੁੱਕਿਆ ਕਿ ਉਹ ਜਿਹੜਾ ਲੜਕੀ ਦੇ ਅੰਦਰੋਂ
ਬਹੁਤ ਛੋਟਾ ਇੱਕ ਅੰਗ ਕੱਟ ਦਿੱਤਾ ਜਾਂਦਾ ਹੈ, ਉਸ ਦੇ ਕਾਰਨ ਉਹ ਜ਼ਿੰਦਗੀ ਭਰ ਜੋ ਪਤੀ ਪਤਨੀ ਦੇ ਮੇਲ ਤੋਂ ਸੁੱਖ ਮਿਲਦਾ ਹੈ ਉਹ ਸੁੱਖ ਤੋਂ ਵਾਂਝੀ ਹੋ ਜਾਂਦੀ ਹੈ ਤੇ ਉਹਨੂੰ ਕੋਈ ਮਹਿਸੂਸ ਨਹੀਂ ਹੁੰਦਾ ਕਿ ਮੈਂ ਆਪਣੇ ਪਤੀ ਨਾਲ ਸਾਂਝ ਪਾਈ ਹੋਈ ਹੈ। ਤੋ ਇਸ ਤਰ੍ਹਾਂ ਬਹੁਤ ਸਾਰੀ ਕਠੋਰਤਾ ਧਰਮ ਦੇ ਨਾਂ ਤੇ ਆਲੇ ਦੁਆਲੇ ਵਾਪਰਦੀ ਰਹੀ ਹੈ। ਇਸੇ ਤਰ੍ਹਾਂ ਹੀ ਇਹ ਮਾਮਲਾ ਖੁਸ਼ੀਆਂ ਦਾ ਹੈ। ਅਸੀਂ ਜੇ ਕਿਤੇ ਖੁਸ਼ ਹੀ ਨਹੀਂ ਹੋਵਾਂਗੇ ਤਾਂ ਸਾਡਾ ਜਿਉਣਾ ਮੌਤ ਵਰਗਾ ਬਣ ਜਾਂਦਾ ਹੈ। ਇਹ ਤਾਂ ਕਹਿ ਸਕਦੇ ਹਾਂ ਕਿ ਖੁਸ਼ੀਆਂ ਵੀ ਹੱਦ ਦੇ ਅੰਦਰ ਰਹਿ ਕੇ ਮਨਾਓ, ਭਾਵ ਕਿ ਅਸ਼ਲੀਲਤਾ ਨਾ ਹੋਵੇ, ਕਿਸੇ ਤੇ ਗੰਦਾ ਵਿਹਾਰ, ਗੰਦਾ ਕਮੈਂਟ ਨਾ ਹੋਵੇ, ਨਸ਼ਿਆਂ ਦੀ ਵਰਤੋਂ ਨਾ ਹੋਵੇ। ਨੱਚਣਾ, ਗਾਉਣਾ, ਹੱਸਣਾ, ਖੇਡਣਾ ਇਹ ਤਾਂ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ। ਜਿਹੜੇ ਇਨਸਾਨ ਦੇ ਅੰਦਰ ਖੁਸ਼ੀ ਨਹੀਂ ਹੈ, ਜਿਹਦਾ ਮਨ ਕਦੇ ਖੁਸ਼ ਨਹੀਂ ਹੁੰਦਾ, ਉਹ ਤਾਂ ਫਿਰ ਮੌਤ ਦੇ ਨੇੜੇ ਹੀ ਹੁੰਦਾ ਹੈ। ਮੈਂ ਪ੍ਰੈਕਟੀਕਲ ਤੌਰ ਤੇ ਤਜਰਬੇ ਕਰਕੇ ਵੇਖ ਚੁੱਕਿਆ ਕਿ ਜਿਹੜਾ ਬੰਦਾ ਅੰਦਰੋਂ ਅੰਦਰੀ ਕਿਸੇ ਗਮ ਦੇ ਕਾਰਨ ਉਹ ਆਪਣੇ ਗੁੱਸਾ, ਆਪਣੇ ਈਰਖਾ, ਦਵੈਸ਼, ਫਿਕਰ ਫਾਕਾ ਜਿਹਦੇ ਅੰਦਰ ਲਗਾਤਾਰ ਚੱਲਦਾ ਰਹਿੰਦਾ ਹੈ, ਉਹ 'ਤੇ ਕਾਬੂ ਨਹੀਂ ਪਾ ਸਕਦਾ। ਅੰਦਰ ਸਾਡੇ ਤੇਜ਼ਾਬ ਬਣਨਾ ਸ਼ੁਰੂ ਹੋ ਜਾਂਦਾ ਹੈ। ਉਹ ਗੁੱਸੇ ਵਾਲੇ ਤੇਜ਼ਾਬ ਦੇ ਕਾਰਨ ਕਈ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਕਈ ਵਾਰੀ ਹਾਰਟ ਅਟੈਕ ਹੋ ਸਕਦਾ ਹੈ ਤੇ ਕਈ ਵਾਰੀ ਹੋਰ ਸਾਰੇ ਅੰਗ ਜਿਵੇਂ ਗਠੀਆ ਵਗੈਰਾ ਇਹ ਖੜ ਜਾਂਦੇ ਨੇ, ਹੱਡੀਆਂ ਦੇ ਰੋਗ ਲੱਗ ਜਾਂਦੇ ਨੇ। ਤੇ ਇਹ ਖੁਸ਼ ਰਹਿਣ ਦੇ ਨਾਲ ਸਾਡੇ ਅੰਦਰਲੇ ਸੈੱਲ ਐਕਟਿਵ ਰਹਿੰਦੇ ਨੇ ਤੇ ਸਰੀਰ ਦੀ ਮੁਰੰਮਤ ਅਤੇ ਤੰਦਰੁਸਤੀ ਦੇ ਵਿੱਚ ਉਹ ਵੱਡਾ ਯੋਗਦਾਨ ਪਾਉਂਦੇ ਰਹਿੰਦੇ ਨੇ। ਤੇ ਇਸ ਤਰ੍ਹਾਂ ਇਹ ਜਿਹੜਾ ਹੱਸਣਾ, ਗਾਉਣਾ, ਨੱਚਣਾ, ਟੱਪਣਾ, ਖੇਡਣਾ ਤੇ ਇਹ ਸਾਰਾ ਕੁਝ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਬਸ ਇਹ ਹੈ ਕਿ ਡਿਸਪਲਿਨ ਆਪਣਾ ਜਿਹੜਾ ਸਾਡੇ ਸਮਾਜ ਨੇ ਬਣਾਇਆ, ਸਾਡੀ ਸਰਕਾਰ ਨੇ ਬਣਾਇਆ, ਉਸ ਦਾਇਰੇ 'ਚ ਰਹਿ ਕੇ ਆਪਾਂ ਕੰਮ ਕਰੀਏ। ਤੇ ਇੱਥੋਂ ਤੱਕ ਗੁਰੂ ਸਾਹਿਬ ਨੇ ਬਾਰ-ਬਾਰ ਲਿਖਿਆ, ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ। ਭਾਈ ਸਤਿਗੁਰੂ ਨੂੰ ਮਿਲਣ ਦੇ ਨਾਲ, ਭਾਵ ਕਿ ਗੁਰੂ ਤੋਂ ਗਿਆਨ ਹਾਸਲ ਕਰਕੇ ਜ਼ਿੰਦਗੀ ਦੇ ਜਿਉਣ ਦੇ ਤੌਰ ਤਰੀਕੇ ਅਸੀਂ ਸਿੱਖ ਜਾਂਦੇ ਹਾਂ। ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੈ ਮੁਕਤ। ਭਾਈ ਹੱਸਦਿਆਂ, ਖੇਡਦਿਆਂ, ਮੌਜ ਮਸਤੀ ਕਰਦਿਆਂ, ਸਾਰੇ ਜ਼ਿੰਦਗੀ ਦੇ ਕੰਮ ਨਿਭਾਉਂਦਿਆਂ, ਕੱਪੜੇ ਪਹਿਨਦਿਆਂ, ਖਾਂਦਿਆਂ ਪੀਂਦਿਆਂ, ਅਸੀਂ ਸਾਰੇ ਕੰਮ ਕਰਦੇ ਆ ਤੇ ਨਾਲੇ ਉਦਮ ਕਰਕੇ ਜ਼ਿੰਦਗੀ ਜਿਉਂਦੇ ਆ ਤੇ ਇਸ ਤਰ੍ਹਾਂ ਸਾਡੀ ਜ਼ਿੰਦਗੀ ਸਫਲ ਹੁੰਦੀ ਹੈ, ਕੋਈ ਬੇਕਾਰ ਨਹੀਂ ਜਾਂਦੀ। ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੈ ਮੁਕਤ। ਇਹ ਸਾਡੀ ਮੁਕਤੀ ਦੇ ਵਿੱਚ ਕੋਈ ਰੁਕਾਵਟ ਨਹੀਂ ਬਣਦੀਆਂ, ਇਹ ਚੀਜ਼ਾਂ ਸਗੋਂ ਜ਼ਿੰਦਗੀ ਦਾ ਹਿੱਸਾ ਨੇ। ਗੁਰਬਾਣੀ ਤਾਂ ਸਾਨੂੰ ਇੰਨਾ ਸੌਖਾ, ਇੰਨਾ ਆਜ਼ਾਦੀ ਵਾਲਾ ਰਾਹ ਦਿੰਦੀ ਹੈ ਕਿ ਸਾਡੇ ਪੁਜਾਰੀ ਤਬਕੇ ਨੇ ਉਹਦੇ 'ਤੇ ਬਹੁਤ ਜਾਲ ਪਾ ਦਿੱਤੇ। ਸਾਨੂੰ ਆਪਣੀ ਕੈਦ ਦੇ ਵਿੱਚ ਉਹਨਾਂ ਨੇ ਜਕੜ ਲਿਆ। ਗੁਰਬਾਣੀ ਦੇ ਗਲਤ ਹਵਾਲੇ ਦੇ ਦੇ ਕੇ, ਗਲਤ ਅਰਥ ਕਰ ਕਰਕੇ ਸਾਨੂੰ ਹਰੇਕ ਖੁਸ਼ੀ ਦੇ ਕੰਮ ਤੋਂ ਰੋਕ ਦਿੱਤਾ। ਹਾਂ, ਪੁਜਾਰੀ ਨੂੰ ਜਿੰਨਾ ਮੱਥਾ ਮਰਜ਼ੀ ਟੇਕ ਦਿਓ, ਪੈਸੇ ਜਿੰਨੇ ਮਰਜ਼ੀ ਦੇ ਦਿਓ ਪੁਜਾਰੀ ਨੂੰ, ਉਹ 'ਤੇ ਕੋਈ ਰੋਕ ਨਹੀਂ ਹੈ। ਗੁਰਦੁਆਰਿਆਂ 'ਚ ਨੱਕ ਰਗੜਦੇ ਰਹੋ ਪਰ ਕੋਈ ਗਿਆਨ ਨਹੀਂ ਮਿਲਦਾ। ਕਿਸੇ ਥਾਂ 'ਤੇ ਕੋਈ ਵੱਡਾ ਵਿਦਵਾਨ, ਗੁਰਦੁਆਰੇ 'ਚ ਗ੍ਰੰਥੀ, ਪਾਠੀ, ਕਥਾਵਾਚਕ ਤੁਹਾਨੂੰ ਘੱਟ ਹੀ ਲੱਭੇਗਾ, ਨਹੀਂ ਤਾਂ ਇਹੋ ਹੀ ਅਣਪੜ੍ਹ ਟੋਲਾ ਸਾਡੇ 'ਤੇ ਕਾਬਜ ਹੋਇਆ ਹੋਇਆ। ਸੋ ਇਹਨਾਂ ਦੇ ਜਕੜਬੰਦ 'ਚੋਂ ਨਿਕਲਣ ਵਾਸਤੇ ਸਾਨੂੰ ਆਪ ਸਟੱਡੀ ਵੀ ਕਰਨੀ ਪਵੇਗੀ, ਅੰਦਰ ਹਿੰਮਤ ਹੌਸਲਾ ਵੀ ਕਰਨਾ ਪਵੇਗਾ ਤੇ ਆਪਣੇ ਬੱਚੇ ਬੱਚੀਆਂ ਨੂੰ ਹੱਸਣ, ਖੇਡਣ, ਬੋਲਣ ਦੀ, ਨੱਚਣ ਗਾਉਣ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ। ਇੱਥੋਂ ਤੱਕ ਮੈਂ ਵੇਖ ਚੁੱਕਿਆ ਕਿ ਮੇਰੇ ਕੋਲੇ ਆਪ ਜਦੋਂ ਮੈਂ ਜਥੇਦਾਰ ਅਕਾਲ ਤਖਤ ਦੇ ਨਾਲ ਬਤੌਰ PA ਕੰਮ ਕਰਦਾ ਸੀ, ਉਦੋਂ ਬਹੁਤ ਸਾਰੇ ਨੌਜਵਾਨਾਂ ਦੀਆਂ, ਉਹਨਾਂ ਦੇ ਮਾਤਾ ਪਿਤਾ ਦੀਆਂ ਚਿੱਠੀਆਂ ਆਉਂਦੀਆਂ ਸੀ ਕਿ ਸਾਡਾ ਬੱਚਾ ਖੇਡਾਂ 'ਚ ਹਿੱਸਾ ਲੈਣਾ ਚਾਹੁੰਦਾ ਹੈ ਪਰ ਕਿਰਪਾਨ ਗਾਤਰੇ ਵਾਲੀ ੜਿੱਕਾ ਬਣਦੀ ਹੈ, ਕੀ ਇਹਨੂੰ ਕਿਰਪਾਨ ਉਤਾਰਨ ਦੀ ਇਜਾਜ਼ਤ ਹੈ ਖੇਡਣ ਵੇਲੇ? ਤਾਂ ਮੈਂ ਜਥੇਦਾਰ ਨੂੰ ਪੁੱਛਣਾ ਵੀ ਕੀ ਜਵਾਬ ਦੇਵਾਂ? ਉਹਨੇ ਕਹਿ ਦੇਣਾ ਨਹੀਂ, ਕਿਰਪਾਨ ਉਤਾਰਨ ਦੀ ਇਜਾਜ਼ਤ ਨਹੀਂ ਹੈ। ਤੇ ਬੱਚਾ ਖੇਡਣ ਤੋਂ ਵਾਂਝਾ ਹੋ ਗਿਆ। ਜਦੋਂ ਚਿੱਠੀ ਦਾ ਜਵਾਬ ਜਾਣਾ, ਘਰਦਿਆਂ ਨੇ ਕਹਿ ਦੇਣਾ ਬੱਚੇ ਨੂੰ ਕਿ ਭਾਈ ਕਿਰਪਾਨ ਉਤਾਰੀ ਤਾਂ ਸਿੱਖੀ ਗਈ, ਇਸ ਕਰਕੇ ਤੂੰ ਨਾ ਖੇਡ। ਬੱਚੇ ਨੇ ਜਾਂ ਤਾਂ ਖੇਡਣ ਤੋਂ ਵਾਂਝਾ ਰਹਿ ਜਾਣਾ, ਜੇ ਉਹਨੇ ਖੇਡਣਾ ਤਾਂ ਉਹਨੇ ਫਿਰ ਕਹਿ ਦੇਣਾ ਵੀ ਕਿਰਪਾਨ ਵੀ ਚੱਕੋ ਤੇ ਆਪਣਾ ਕੇਸ ਵੀ ਚੱਕੋ, ਮੈਂ ਤੇ ਦਾੜੀ ਕੇਸ ਵੀ ਨਹੀਂ ਰੱਖਣੇ। ਬਹੁਤੇ ਬੱਚੇ ਇਹਨਾਂ ਗਲਤ ਰਵਾਇਤਾਂ ਦੇ ਕਾਰਨ ਸਿੱਖੀ ਤੋਂ ਬਾਗੀ ਹੋ ਗਏ ਨੇ, ਨਹੀਂ ਤਾਂ ਬਹੁਤ ਸਾਰੇ ਬੱਚੇ ਇਸ ਪਾਸੇ ਰਹਿੰਦੇ। ਸਗੋਂ ਉਹਨਾਂ ਸਿੱਖ ਬੱਚਿਆਂ ਨੂੰ ਰਾਹ ਦਸੇਰਾ ਬਣਦਾ ਸਾਡਾ ਜਥੇਦਾਰ।
ਅਗਵਾਈ ਦਿੰਦਾ ਕਿ ਬੱਚਿਓ ਇਸ ਤਰੀਕੇ ਨਾਲ ਆਪਾਂ ਰਹਿ ਸਕਦੇ ਹਾਂ। ਕਿਰਪਾਨ ਉਤਾਰਨ ਦੇ ਨਾਲ ਕੁਝ ਵੀ ਨਹੀਂ ਹੁੰਦਾ। ਕਛਹਿਰਾ ਜਿਹੜਾ ਪੁਰਾਣੇ ਸਮੇਂ ਚੱਲਦਾ ਆ ਰਿਹਾ ਸੀ, ਕੋਈ ਜ਼ਰੂਰੀ ਨਹੀਂ ਹੈ ਵੀ ਉਹੀ ਪਾਉਣਾ। ਤੁਸੀਂ ਖੇਡਾਂ ਦੇ ਹਿਸਾਬ ਨਾਲ ਜਿਹੜੇ ਕੱਪੜੇ ਉੱਥੇ ਨਿਸ਼ਚਿਤ ਕੀਤੇ ਜਾਂਦੇ ਨੇ ਉਹ ਪਾਓ, ਤਾਂ ਇਹਦੇ ਨਾਲ ਕੋਈ ਤੁਹਾਡੀ ਸਿੱਖੀ ਨਹੀਂ ਜਾਂਦੀ। ਹਾਂ, ਚੰਗੇ ਇਨਸਾਨ ਬਣ ਕੇ ਰਹੋ, ਕਦੇ ਜਿਹੜੀਆਂ ਮਾੜੀਆਂ ਹਰਕਤਾਂ ਨਾ ਕਰੋ, ਇਹ ਸਮਝਾਉਣਾ ਬਣਦਾ ਸੀ। ਸੋ ਸਾਨੂੰ ਕੋਈ ਵੀ ਖੇਡ ਤੋਂ, ਕਿਸੇ ਵੀ ਹੱਸਣ ਗਾਉਣ ਤੋਂ, ਨੱਚਣ ਟੱਪਣ ਤੋਂ, ਗਿੱਧਾ ਪਾਉਣ ਤੋਂ, ਭੰਗੜਾ ਪਾਉਣ ਤੋਂ ਜਿਹੜਾ ਇਹ ਪੁਜਾਰੀ ਤਬਕਾ ਰੋਕਦਾ ਤਾਂ ਉਹ ਗਲਤ ਕਰ ਰਿਹਾ। ਉਹਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ। ਇੱਥੇ ਇਹ ਵੀ ਯਾਦ ਰਵੇ, ਸਾਨੂੰ ਤਾਂ ਡਰਾਇਆ ਜਾਂਦਾ, ਪਰ ਵੱਡੇ ਵੱਡੇ ਲੋਕ ਸਾਰੇ ਹੀ ਗਿੱਧਾ, ਭੰਗੜਾ, ਨੱਚਣਾ, ਗਾਉਣਾ, ਉਹ ਸਾਰੇ ਕੰਮ ਕਰੀ ਜਾਂਦੇ ਨੇ। ਇੱਥੋਂ ਤੱਕ ਮੈਂ ਇਹਦੇ ਹੱਕ 'ਚ ਨਹੀਂ ਹਾਂ, ਪਰ ਮੈਂ ਉਦਾਹਰਣ ਦੇ ਰਿਹਾ। ਵੱਡੇ ਵੱਡੇ ਲੀਡਰ ਤਾਂ ਸ਼ਰਾਬਾਂ ਦੇ ਦੌਰ ਵੀ ਚਲਾਉਂਦੇ ਨੇ। ਕਿਸੇ ਪ੍ਰਚਾਰਕਾਂ ਦੀ, ਇਹਨਾਂ ਸਾਧਾਂ ਦੀ, ਇਹਨਾਂ ਜਥੇਦਾਰਾਂ ਦੀ ਕਦੇ ਜ਼ਬਾਨ ਨਹੀਂ ਖੁੱਲ੍ਹਦੀ ਕਿ ਫਲਾਣੇ ਰਾਜਨੇਤਾ ਨੇ ਆਪਣੇ ਬੱਚੇ ਦੇ ਵਿਆਹ ਦੇ ਵਿੱਚ ਆਹ ਸ਼ਰਾਬ ਦੀਆਂ ਪੇਟੀਆਂ ਕਿਉਂ ਵਰਤਾਈਆਂ, ਫਲਾਣੇ ਵੱਡੇ ਸਿੱਖ ਅਫਸਰ ਨੇ ਆਹ ਮਾੜਾ ਕੰਮ ਕਿਉਂ ਕੀਤਾ। ਉਦੋਂ ਇਹਨਾਂ ਦੀ ਜ਼ਬਾਨ ਨਹੀਂ ਖੁੱਲ੍ਹਦੀ, ਕਿਉਂਕਿ ਇਹ ਬਹੁਤ ਨੀਵੀਂ ਪੱਧਰ ਦੇ ਲੋਕ ਨੇ। ਜਦੋਂ ਤਾਕਤਵਰ ਹੁੰਦਾ ਬੰਦਾ ਉਹਦੇ ਪੈਰੀਂ ਪੈ ਜਾਂਦੇ ਨੇ, ਜਦੋਂ ਕਮਜ਼ੋਰ ਹੁੰਦਾ ਉਹਨੂੰ ਆਪਣੇ ਪੈਰੀਂ ਪਾ ਲੈਂਦੇ ਨੇ। ਇਹ ਪੁਜਾਰੀ ਦਾ ਹਮੇਸ਼ਾ ਤੋਂ ਇਹੋ ਹੀ ਕੰਮ ਰਿਹਾ। ਸੋ ਤੁਸੀਂ ਸਾਵਧਾਨ ਹੋਣਾ, ਗੁਰਬਾਣੀ ਨੂੰ ਸਮਝ ਕੇ ਗੁਣਵਾਨ ਇਨਸਾਨ, ਚੰਗਾ ਇਨਸਾਨ ਬਣਨਾ। ਖੇਡੋ, ਹੱਸੋ, ਟੱਪੋ, ਪਰ ਇੱਕ ਸੰਜਮ ਦੇ ਵਿੱਚ ਰਹਿ ਕੇ, ਇੱਕ ਦਾਇਰੇ ਦੇ ਵਿੱਚ ਰਹਿ ਕੇ। ਗਿੱਧੇ ਭੰਗੜੇ ਤੇ ਕੋਈ ਪਾਬੰਦੀ ਨਹੀਂ ਹੈ। ਸਵਾਲ ਨੰਬਰ 130 ਭਾਈ ਸੋਹਣ ਸਿੰਘ ਲੌਂਗੋਵਾਲ, ਦੋਹਾ ਕਤਰ। ਇਹਨਾਂ ਦਾ ਸਵਾਲ ਹੈ, ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ। ਇਹ 973 ਪੰਨੇ ਤੇ ਸ਼ਬਦ ਹੈ ਤੇ ਇਸ ਸ਼ਬਦ ਦੇ ਇਹਨਾਂ ਨੇ ਅਰਥ ਪੁੱਛੇ ਨੇ, ਕਿਉਂਕਿ ਅਖੀਰਲੀ ਪੰਕਤੀ ਵਿੱਚ ਇਹ ਸ਼ਬਦ ਦੇ ਵਿੱਚ ਇਹ ਲਿਖਿਆ ਮਿਲਦਾ ਹੈ, ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਇੱਥੇ ਦਸ਼ਰਥ ਦਾ ਨਾਮ ਆ ਗਿਆ, ਰਾਮ ਦਾ ਨਾਮ ਆ ਗਿਆ, ਰਾਜੇ ਦਾ ਨਾਮ ਆ ਗਿਆ। ਇੱਥੇ ਇਉਂ ਲੱਗਦਾ ਹੈ ਕਿ ਨਾਮਦੇਵ ਜੀ ਸ਼ਾਇਦ ਉਸ ਰਾਮ ਦੀ, ਜਿਹੜਾ ਕਿ ਦਸ਼ਰਥ ਦਾ ਪੁੱਤਰ ਸੀ, ਉਹਦੀ ਪ੍ਰਸ਼ੰਸਾ ਕਰ ਰਹੇ ਨੇ, ਉਹਦੀ ਵਡਿਆਈ ਕਰ ਰਹੇ ਨੇ। ਮੈਂ ਇੱਥੇ ਜਿਹੜੋ ਸ਼੍ਰੋਮਣੀ ਕਮੇਟੀ ਵੱਲੋਂ ਛਪੇ ਹੋਏ ਸ਼ਬਦਾਰਥ ਪੋਥੀਆਂ ਨੇ, ਉਹਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਛੋਟਾ ਜਿਹਾ ਨੋਟ ਦਿੱਤਾ ਹੋਇਆ। ਉਹਨਾਂ ਨੇ ਕਿਹਾ ਕਿ ਉਸ ਵੇਲੇ ਕੋਈ ਹੋਰ ਉਹਨਾਂ ਕੋਲੇ ਉਦਾਹਰਣ ਨਹੀਂ ਸੀ ਜਿਹਦੀ ਵੱਡੀ ਉਦਾਹਰਣ ਦੇ ਸਕਣ। ਨਾਮਦੇਵ ਜੀ ਨੇ ਇੱਥੇ ਇਹ ਕਿਹਾ ਕਿ ਜਿਵੇਂ ਇੱਕ ਆਗਿਆਕਾਰੀ ਪੁੱਤਰ ਹੋ ਕੇ, ਇੱਕ ਚੰਗਾ ਇਨਸਾਨ ਬਣ ਕੇ ਰਾਮਚੰਦਰ ਜੀ ਨੇ ਆਪਣਾ ਕੰਮ ਕੀਤਾ ਹੈ। ਭਾਈ, ਇਸ ਤਰ੍ਹਾਂ ਅਸੀਂ ਸਾਰਿਆਂ ਨੇ ਚੰਗੇ ਕੰਮ ਕਰਨੇ ਹੁੰਦੇ ਨੇ। ਇਹ ਇੱਕ ਉਸ ਸਮੇਂ ਦੀ ਉਦਾਹਰਣ ਦੇ ਕੇ ਗੱਲ ਸਮਝਾਈ ਹੈ। ਰਾਮ ਨੂੰ ਨਹੀਂ ਲੈਣਾ ਉਸ ਨੂੰ, ਬਲਕਿ ਇੱਥੇ ਅਸੀਂ ਰਾਮ ਤੋਂ ਭਾਵ ਪਰਮਾਤਮਾ ਨੂੰ ਲੈਣਾ ਕਿ ਅਸੀਂ ਪਰਮਾਤਮਾ ਦੇ ਸੇਵਕ ਬਣ ਕੇ ਉਸ ਤਰ੍ਹਾਂ ਚੰਗੇ ਇਨਸਾਨਾਂ ਵਾਲਾ ਜੀਵਨ ਬਤੀਤ ਕਰਨਾ ਹੈ। ਹੁਣ ਇੱਥੇ ਜਦੋਂ ਇਹ ਸਾਰੇ ਸ਼ਬਦ ਨੂੰ ਪੜ੍ਹੀਏ ਫਿਰ ਤਾਂ ਗੱਲ ਹੀ ਹੋਰ ਬਣ ਜਾਂਦੀ ਹੈ। ਇਹ ਆਖਰੀ ਪੰਕਤੀਆਂ ਤੋਂ ਬਹੁਤ ਸਾਰੇ ਪ੍ਰਚਾਰਕ ਵੀ, ਬਹੁਤ ਸਾਰੇ ਕੀਰਤਨੀਏ, ਕਥਾਵਾਚਕ ਅਤੇ ਆਮ ਸੰਗਤ ਉਹ ਉਲਝ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ, ਉਹਨਾਂ ਨੂੰ ਠੀਕ ਜਵਾਬ ਨਹੀਂ ਮਿਲਦਾ। ਜਦੋਂ ਆਪਾਂ ਸਾਰਾ ਸ਼ਬਦ ਪੜ੍ਹਾਂਗੇ ਤਾਂ ਗੱਲ ਸਾਰੀ ਸਾਹਮਣੇ ਕਲੀਅਰ ਹੋ ਜਾਂਦੀ ਹੈ। ਇਹ ਸ਼ਬਦ 973 ਪੰਨੇ ਦੇ ਉੱਤੇ ਸੁਭਾਇਮਾਨ ਹੈ, ਰਾਮਕਲੀ ਰਾਗ ਦੇ ਵਿੱਚ ਹੈ, ਲੰਮਾ ਸ਼ਬਦ ਹੈ। ਮੈਂ ਤੁਹਾਨੂੰ ਸੰਖੇਪ ਜੇ ਅਰਥ ਇਹਦੇ ਕਰਕੇ ਸੁਣਾ ਦਿੰਦਾ। ਜਿਹੜੀਆਂ ਮਾਨਤਾਵਾਂ ਬ੍ਰਾਹਮਣ ਨੇ ਬਣਾਈਆਂ ਹੋਈਆਂ ਸੀ ਦੇਵਤਿਆਂ ਦੀਆਂ, ਮੰਦਰਾਂ ਮਸਜਿਦਾਂ ਦੀਆਂ, ਪਰੰਪਰਾਵਾਂ ਦੀਆਂ, ਉਹਨਾਂ ਨੂੰ ਸਾਰਿਆਂ ਨੂੰ ਇੱਥੇ ਰੱਦ ਕੀਤਾ ਗਿਆ ਹੈ। ਬਨਾਰਸੀ ਤਪ ਕਰੈ, ਲੋਕੀ ਬਨਾਰਸ ਜਾ ਕੇ ਤਪ ਕਰਦੇ ਨੇ। ਉਲਟ ਤੀਰਥ ਮਰੈ, ਤੀਰਥਾਂ 'ਤੇ ਜਾ ਕੇ ਮਰਨਾ ਪਵਿੱਤਰ ਕੰਮ ਸਮਝਦੇ ਨੇ। ਆਗਨ ਦਾ ਹੈ, ਅੱਗ ਦੇ ਵਿੱਚ ਸੜਨ ਨੂੰ ਬਹੁਤ ਚੰਗਾ ਪਵਿੱਤਰ ਕੰਮ ਸਮਝਦੇ ਨੇ। ਕਾਇਆ ਕਲਪ ਕੀਜੈ, ਆਪਣੇ ਸਰੀਰ ਨੂੰ ਲਟਕਾ ਕੇ, ਪੁੱਠਾ ਕਰਕੇ, ਤਕਲੀਫਾਂ ਦੇ ਕੇ ਬਹੁਤ ਬੁਰੀ ਹਾਲਤ ਕਰ ਲੈਂਦੇ ਨੇ। ਅਸਮੇਧ ਜੱਗ ਕੀਜੈ, ਕਈ ਲੋਕ ਰਾਜੇ ਮਹਾਰਾਜੇ ਅਮੀਰ ਬੰਦੇ ਘੋੜਾ ਘੁਮਾ ਕੇ ਦੂਰ ਦੂਰ ਤੱਕ ਉਹ ਅਸਮੇਧ ਜੱਗ ਕਹਿੰਦੇ ਨੇ, ਘੋੜੇ ਦੀ ਬਲੀ ਦਿੰਦੇ ਨੇ ਤੇ ਫਿਰ ਦਾਨ ਪੁੰਨ ਕਰਦੇ ਨੇ, ਜੰਗ ਯੁੱਧ ਲੜਦੇ ਨੇ। ਨਾਮਦੇਵ ਜੀ ਕਹਿੰਦੇ ਨੇ ਭਾਵੇਂ ਇਹ ਵੀ ਕਰ ਲਓ, ਕੁਝ ਵੀ ਨਹੀਂ ਫਾਇਦਾ ਹੋਣਾ ਇਹਨਾਂ ਚੀਜ਼ਾਂ ਦਾ। ਸੋਨਾ ਗਰਭ ਦਾਨ ਦੀਜੈ, ਭਾਵੇਂ ਤੁਸੀਂ ਜਿੰਨਾ ਮਰਜ਼ੀ ਸੋਨਾ ਤੱਕ ਦਾਨ ਕਰ ਦਿਓ। ਰਾਮ ਨਾਮ ਸਰ ਤਉ ਨ ਪੂਜੈ, ਰੱਬ ਦੇ ਨਾਮ ਬਰਾਬਰ ਇਹ ਚੀਜ਼ਾਂ ਸਾਰੀਆਂ ਨਹੀਂ ਪਹੁੰਚਣਗੀਆਂ, ਨਹੀਂ ਪਹੁੰਚਣਗੀਆਂ। ਪਰਮਾਤਮਾ ਦਾ ਨਿਯਮ, ਉਹਦੀ ਯਾਦ, ਇਹ ਸਭ ਤੋਂ ਉੱਤਮ ਹੈ। ਅੱਗੇ
ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ। ਨਾਮਦੇਵ ਜੀ ਕਹਿੰਦੇ ਨੇ, ਐ ਪਖੰਡੀ ਪੁਜਾਰੀ, ਤੂੰ ਧੋਖੇਬਾਜ਼ ਹੈ, ਲੋਕਾਂ ਨੂੰ ਲੁੱਟ ਕੇ ਖਾਨਾ ਹੈ, ਇਹ ਕੰਮ ਛੱਡ ਦੇ, ਤੂੰ ਲੋਕਾਂ ਨੂੰ ਨਾ ਲੁੱਟ। ਹਰ ਕਾ ਨਾਮ ਨਿਤ ਨਿਤੈ ਲੀਜੈ। ਪ੍ਰਭੂ ਪਰਮਾਤਮਾ ਨੂੰ ਯਾਦ ਕਰ, ਉਹਦੇ ਨਿਯਮਾਂ ਨੂੰ ਯਾਦ ਕਰ, ਕਦੇ ਵੀ ਲੋਕਾਂ ਨੂੰ ਲੁੱਟ ਕੇ ਨਾ ਖਾ, ਬੁਰੇ ਕੰਮ ਨਾ ਕਰ, ਠੱਗੀਆਂ ਨਾ ਮਾਰ। ਇਹ ਸੀ ਰਹਾਓ ਵਾਲਾ ਬੰਦ। ਅੱਗੇ ਨਾਮਦੇਵ ਜੀ ਕਹਿੰਦੇ ਨੇ, ਗੰਗਾ ਜਾਓ ਗੋਦਾਵਰੀ ਜਾਈ ਹੈ। ਭਾਵੇਂ ਤੂੰ ਗੰਗਾ ਜਾ ਇਸ਼ਨਾਨ ਕਰ, ਉੱਥੇ ਭਾਵੇਂ ਗੋਦਾਵਰੀ ਤੇ ਇਸ਼ਨਾਨ ਕਰ, ਭਾਵੇਂ ਕੁੰਭ ਦੇ ਮੇਲੇ ਤੇ ਜਾ ਕੇ ਤੂੰ ਇਸ਼ਨਾਨ ਕਰਿਆ, ਤੇ ਗੋਮਤੀ ਦਰਿਆ ਦੇ ਵਿੱਚ ਤੁਸੀਂ ਇਸ਼ਨਾਨ ਕਰਦੇ ਰਹੋ ਬੇਸ਼ੱਕ, ਤੇ ਹਜ਼ਾਰਾਂ ਗਊਆਂ ਬੇਸ਼ੱਕ ਦਾਨ ਕਰ ਦਿਓ, ਕੋਈ ਫਰਕ ਨਹੀਂ ਪੈਣ ਲੱਗਿਆ, ਕੋਈ ਪ੍ਰਾਪਤੀ ਨਹੀਂ ਹੋਣੀ ਇਹਦੇ ਨਾਲ। ਕੋਟ ਜੋ ਤੀਰਥ ਕਰੈ, ਤੂੰ ਕਰੋੜਾਂ ਤੀਰਥਾਂ ਤੇ ਵੀ ਜਾਇਆ। ਤਨ ਜੋ ਹਿਵਾਲੇ ਗਾਲੈ, ਭਾਵੇਂ ਬਰਫ਼ ਦੇ ਵਿੱਚ ਆਪਣੇ ਸਰੀਰ ਨੂੰ ਗਾਲ ਦੇ ਤਾਂ ਵੀ ਕੋਈ ਫਰਕ ਨਹੀਂ ਪੈਣਾ। ਰਾਮ ਨਾਮ ਸਰ ਤਉ ਨਾ ਪੂਜੈ। ਰੱਬ ਦਾ ਨਾਮ ਇਹਨਾਂ ਗੱਲਾਂ ਤੋਂ ਉੱਪਰ ਹੈ। ਤੂੰ ਲੋਕਾਂ ਨੂੰ ਕੁਰਾਹੇ ਪਾਇਆ ਹੋਇਆ, ਇਹ ਕੰਮ ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਸਮਾਜ ਦਾ ਇਹਨਾਂ ਕੰਮਾਂ ਨਾਲ ਕੋਈ ਭਲਾ ਨਹੀਂ ਹੋ ਰਿਹਾ। ਅਸ ਦਾਨ, ਤੂੰ ਭਾਵੇਂ ਘੋੜੇ ਦਾਨ ਕਰਦੇ ਜਿੰਨੇ ਮਰਜੀ, ਗਜ ਦਾਨ ਭਾਵੇਂ ਹਾਥੀ ਦਾਨ ਕਰਦੇ। ਸਹਿਜਾ ਨਾਰੀ, ਤੂੰ ਸ਼ਿੰਗਾਰ ਕੇ ਭਾਵੇਂ ਆਪਣੀ ਪਤਨੀ ਜਾਂ ਆਪਣੀ ਧੀ ਵੀ ਬੇਸ਼ੱਕ ਦਾਨ ਕਰਦੇ ਪੁਜਾਰੀ ਨੂੰ। ਭੂਮ ਦਾਨ, ਤੂੰ ਭਾਵੇਂ ਆਪਣੀ ਸਾਰੀ ਜ਼ਮੀਨ ਵੀ ਪੁਜਾਰੀ ਨੂੰ ਦੇ ਦੇ। ਤੇ ਅੱਗੋਂ ਕਹਿੰਦੇ ਨੇ ਨਾਮਦੇਵ ਜੀ, ਐਸੋ ਦਾਨ ਨਿਤ ਨਿਤੈ ਕੀਜੈ। ਭਾਵੇਂ ਰੋਜ਼ਾਨਾ ਕਰੀ ਜਾ ਇਹੋ ਜਿਹੇ ਦਾਨ ਜਿਹੜੇ ਤੈਨੂੰ ਉੱਪਰ ਗਣਾਏ ਨੇ। ਆਤਮ ਜੋ ਨਿਰਮੈਲ ਕੀਜੈ, ਤੂੰ ਇਹ ਬੇਸ਼ੱਕ ਕਹੀ ਜਾਵੇਂ ਕਿ ਮੈਂ ਆਪਣੀ ਆਤਮਾ ਨੂੰ ਕਿਸੇ ਵੀ ਲੋਭ ਲਾਲਚ ਤੋਂ ਉੱਪਰ ਉਠਾ ਲਿਆ, ਮੈਂ ਸਾਰੀਆਂ ਚੀਜ਼ਾਂ ਆਪਣੇ ਅੰਦਰੋਂ ਤਿਆਗ ਦਿੱਤੀਆਂ। ਆਪ ਆਤਮ ਜੋ ਨਿਰਮੈਲ ਕੀਜੈ, ਆਪ ਬਰਾਬਰ ਕੰਚਨ ਦੀਜੈ। ਆਪਣੇ ਬਰਾਬਰ ਤੋਲ ਕੇ ਭਾਵੇਂ ਸੋਨਾ ਦਾਨ ਕਰ ਦਿਓ। ਰਾਮ ਨਾਮ ਸਰ ਤਉ ਨਾ ਪੂਜੈ। ਰੱਬ ਦੇ ਨਾਮ ਬਰਾਬਰ, ਚੰਗੇ ਇਨਸਾਨ ਹੋਣ ਦੇ ਬਰਾਬਰ ਇਹਨਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਹੈ। ਤੇ ਅਖੀਰ ਦੇ ਵਿੱਚ ਨਾਮਦੇਵ ਜੀ ਕਹਿੰਦੇ ਨੇ, ਮਨੈ ਨਾ ਕੀਜੈ ਰੋਸ, ਮਗਰੋਂ ਫਿਰ ਐਵੇਂ ਰੁੱਸਿਆ ਨਾ ਫਿਰੀ, ਨਾਰਾਜ਼ ਨਾ ਹੋਵੀਂ ਕਿ ਮੈਂ ਤਾਂ ਲੁੱਟਿਆ ਗਿਆ, ਮੈਂ ਪੱਟਿਆ ਗਿਆ, ਇਹ ਕੰਮ ਮੈਂ ਕਿਉਂ ਕਰ ਲਏ, ਮੈਨੂੰ ਤਾਂ ਕਰਨੇ ਨਹੀਂ ਸੀ ਚਾਹੀਦੇ। ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਤੂੰ ਪੁਜਾਰੀ ਦੇ ਆਖੇ ਨਾ ਲੱਗੀ ਤਾਂ ਹੀ ਬਚੇਗਾ। ਮਨੈ ਨਾ ਕੀਜੈ ਰੋਸ, ਜਮੈ ਨਾ ਦੀਜੈ ਦੋਸ। ਤੈਨੂੰ ਜਮਦੂਤਾਂ ਤੋਂ ਪਕੜਨ ਦਾ ਜਿਹੜਾ ਡਰ ਦਿੱਤਾ ਹੈ ਪੁਜਾਰੀ ਨੇ, ਕੋਈ ਫਾਇਦਾ ਨਹੀਂ। ਉਹਨਾਂ ਨੂੰ ਦੋਸ਼ ਦੇਵੇਂਗਾ ਕਿ ਮੈਂ ਪਾਪ ਕਰ ਲਏ, ਹੁਣ ਜਮਦੂਤ ਮੇਰੇ ਮਗਰ ਪੈਣਗੇ। ਨਿਰਮਲ ਨਿਰਵਾਣ ਪਦ ਚੀਨ ਲੀਜੈ, ਤੂੰ ਵਿਕਾਰਾਂ ਤੋਂ ਰਹਿਤ ਆਪਣੇ ਆਪ ਹੋ ਜਾ। ਤੇਰਾ ਜ਼ਿੰਦਗੀ ਦਾ ਮਕਸਦ ਉੱਚਾ ਹੋ ਜਾਵੇਗਾ, ਤੂੰ ਸਮਾਜ ਦੇ ਕਲਿਆਣਕਾਰੀ ਕੰਮ ਕਰੇਗਾ। ਅੱਗੇ ਅਖੀਰਲੀ ਪੰਕਤੀ ਜਿੱਥੇ ਬਹੁਤਾ ਮਨ ਦੇ ਵਿੱਚ ਦੁਬਿਧਾ ਪੈਦਾ ਹੁੰਦੀ ਹੈ, ਜਸਰਥ ਰਾਏ ਰਾਜਾ, ਜਸਰਥ ਰਾਏ ਨੰਦ, ਰਾਜਾ ਮੇਰਾ ਰਾਮਚੰਦ, ਪਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਨਾਮਦੇਵ ਜੀ ਕਹਿੰਦੇ ਨੇ, ਮੇਰਾ ਤਾਂ ਇਸ ਜਸਰਥ ਦੇ ਬੇਟੇ ਦੀ ਥਾਂ ਤੇ ਮੇਰਾ ਜਿਹੜਾ ਰਾਮ ਹੈ ਉਹ ਬਹੁਤ ਮਹਾਨ ਹੈ। ਉਹ ਸਾਰੀ ਕਾਇਨਾਤ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਸਾਰੀ ਕੁਦਰਤ ਉਹਨੇ ਬਣਾਈ ਹੈ। ਮੇਰਾ ਤਾਂ ਉਹ ਨੰਦ ਹੈ, ਮੈਂ ਤਾਂ ਉਹਨੂੰ ਮੰਨਦਾ ਹਾਂ। ਤਤ ਰਸ ਅੰਮ੍ਰਿਤ ਪੀਜੈ, ਮੈਂ ਉਹ ਤਤ ਨਿਚੋੜ ਅੰਮ੍ਰਿਤ ਪੀਂਦਾ ਹਾਂ ਜਿਹੜਾ ਮੈਨੂੰ ਪ੍ਰਮਾਤਮਾ ਵੱਲੋਂ ਗਿਆਨ ਰੂਪੀ ਅੰਮ੍ਰਿਤ ਮਿਲਿਆ। ਮੈਂ ਉਸ ਰਾਹ ਤੇ ਚੱਲਾਂਗਾ, ਹੋਰ ਮੈਂ ਅਜਿਹੇ ਕੰਮ ਨਹੀਂ ਕਰਾਂਗਾ। ਗੁਰੂ ਪਿਆਰ ਵਾਲਿਓ, ਬਹੁਤ ਕੁਝ ਪੁਜਾਰੀ ਨੇ ਆਪਣੀਆਂ ਮਨਮਰਜ਼ੀਆਂ ਦਾ, ਸਾਡੇ ਵੀ ਸਿੱਖਾਂ ਦੇ ਵਿੱਚ ਜੋ ਪ੍ਰਚਲਿਤ ਨੇ ਸਾਧ ਸੰਤ ਬਾਬੇ ਆਦਿਕ, ਉਹ ਵੀ ਇਹਨਾਂ ਦੇ ਅਰਥ ਇਹੀ ਕਰਦੇ ਨੇ ਕਿ ਤੁਸੀਂ ਆਪਣਾ ਸਭ ਕੁਝ ਦਾਨ ਕਰੋ। ਦੇਖੋ ਗੁਰਬਾਣੀ 'ਚ ਲਿਖਿਆ ਹੋਇਆ ਹੈ, ਰਾਮਚੰਦਰ ਦਾ ਦਸ਼ਰਥ ਦਾ ਜ਼ਿਕਰ ਆਇਆ ਹੋਇਆ, ਤੁਸੀਂ ਇਹ ਕੰਮ ਕਰੋ। ਸਾਰਾ ਸ਼ਬਦ ਕਦੀ ਪੜ੍ਹ ਕੇ ਨਹੀਂ ਸੁਣਾਉਂਦੇ, ਅਧੂਰੀ ਪੰਕਤੀ ਆਪਣੇ ਮਤਲਬ ਦੀ ਪੜ੍ਹ ਕੇ ਸੁਣਾਉਂਦੇ ਨੇ। ਉਮੀਦ ਕਰਦੇ ਹਾਂ ਕਿ ਇਸ ਸਵਾਲ ਕਰਨ ਵਾਲੇ ਨੌਜਵਾਨ ਨੂੰ ਕੁਝ ਸਮਝ ਆ ਜਾਵੇਗੀ, ਤੇ ਹੋਰ ਵੀ ਸੰਗਤਾਂ ਜਿਹੜੀਆਂ ਸੁਣਨਗੀਆਂ ਕੁਛ ਨਾ ਕੁਛ ਮਾਨਸਿਕ ਵਿਕਾਸ ਹੋਵੇਗਾ। ਆਪਣੇ ਇਹ ਜਿਹੜਾ ਐਪੀਸੋਡ 10 ਸਵਾਲਾਂ ਦਾ ਇੱਥੇ ਸਮਾਪਤ ਹੈ। ਅਗਲਾ ਐਪੀਸੋਡ ਆਪਾਂ ਤੁਹਾਡੇ ਕੋਲੇ ਛੇਤੀ ਪਹੁੰਚਾਵਾਂਗੇ। ਤੁਸੀਂ ਬਹੁਤ ਇਹਨਾਂ ਸਵਾਲ ਜਵਾਬ ਦੇ ਜੋ ਆਪਾਂ ਪ੍ਰੋਜੈਕਟ ਛੇੜਿਆ ਹੋਇਆ ਇਹਦੇ 'ਚ ਬੜੀ ਦਿਲਚਸਪੀ ਵਿਖਾਈ ਹੈ। ਬੇਅੰਤ ਸਵਾਲ ਆ ਰਹੇ ਨੇ, ਅਤੇ ਜਿੰਨੀ ਕੁ ਮੇਰੀ ਬੁੱਧੀ ਹੈ ਮੈਂ ਕੰਮ ਕਰਦਾ ਜਾ ਰਿਹਾ। ਅਤੇ ਤੁਸੀਂ ਤਤ ਗੁਰਮਤ ਗਿਆਨ TV YouTube 'ਤੇ ਤੁਸੀਂ ਇਹਨੂੰ ਵੇਖਦੇ ਹੋ ਅਤੇ ਅੱਗੇ ਆਪਣੇ ਸੰਗੀਆਂ ਸਾਥੀਆਂ ਦੋਸਤਾਂ ਮਿੱਤਰਾਂ ਤੱਕ ਪਹੁੰਚਾਉਂਦੇ ਹੋ, ਅਤੇ ਇਸੇ ਤਰ੍ਹਾਂ ਪਹੁੰਚਾਉਂਦੇ ਰਹਿਣਾ। ਦਿਲਚਸਪੀ ਦੇ ਨਾਲ ਜਦੋਂ ਸੁਣੋਗੇ ਤਾਂ ਇਹ ਇਨਕਲਾਬ ਹੈ, ਇਹ ਰੋਕਿਆ ਰੋਕਣਾ ਨਹੀਂ ਹੈ। ਗਿਆਨ ਦੀ ਹਨੇਰੀ ਚੱਲ ਪਈ ਹੈ। ਦੇਖੋ ਭਾਈ,
ज्ञान की आई अंधी, सबै उड़ानी भरम की टाटी, रहे न माया बंदी। तो ज्ञान की हनेरी चारे पासे चल रही है। ਆਪਾਂ ਉਮੀਦ ਕਰਦੇ ਹਾਂ ਕਿ ਛੇਤੀ ਹੀ ਸਾਡਾ ਸਮਾਜ ਗਿਆਨਵਾਨ ਬਣ ਜਾਵੇਗਾ ਤੇ ਪੁਜਾਰੀ ਦੀਆਂ ਇਸ ਤਰ੍ਹਾਂ ਦੀਆਂ ਪੰਜਾਲੀਆਂ ਗੁਲਾਮੀਆਂ ਆਪਣੇ ਸਿਰ ਤੋਂ ਲਾ ਦੇਵੇਗਾ। ਇੱਥੇ ਸਮਾਪਤ ਕਰਦੇ ਹਾਂ। ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।